ਇਹ ਅੱਗੋਂ ਜਵਾਬ ਨਾ ਦੇ, ਕਦੇ ਸੱਜੀ ਕਰੇ ਕਦੇ ਖੱਬੀ ਕਰੇ। ਮੈਂ ਕਿਹਾ ਚਲੋ ਖਲੋ ਜਾਓ ਇਹ ਤੁਸੀਂ ਖਲੋ ਜਾਓ 2-4 ਮਿੰਟ। ਮੈਂ ਕਿਹਾ ਇਹ ਅਸੀਂ ਤੇ 5 ਤਨ ਪਾਕ ਦਾ ਜ਼ਿਕਰ ਕਰਨੇ ਆ ਤੇ ਇਹ ਜ਼ਿਕਰ ਸੁਣਨ ਆਇਆ। ਮੈਂ ਕਿਹਾ ਹੁਣ ਇਹਨੂੰ ਪੁੱਛ ਲੈਣੇ ਤੇ 5 ਤਨ ਆਪਣੇ ਨੇ ਕਿ ਤੁਹਾਡੇ 5 ਤਨ ਪਾਕ ਦਾ ਜ਼ਿਕਰ ਸੁਣਨ ਆਇਆ। ਮੈਂ ਉਹ ਖੋਲਿਆ ਨਾ ਉਹਦੀ ਉਹ ਦੁਰੇ ਸਮੀਨ ਦੇ ਵਿੱਚ ਮਿਰਜ਼ਾ ਕਾਦੀਆਨੀ ਨੇ ਆਪਣੇ 5 ਤਨ ਲਿਖੇ ਨੇ ਤੇ ਮੈਂ ਕਿਹਾ ਇਹ ਇਹਦੇ 5 ਤਨ ਤੇ ਆਪਣੇ ਨੇ, ਇਹ ਤੁਹਾਡੇ 5 ਤਨ ਪਾਕ ਦਾ ਜ਼ਿਕਰ ਸੁਣਨ ਆਏ, ਇਹਦੇ ਤੇ ਆਪਣੇ 5 ਤਨ ਨੇ। ਫਿਰ ਮੈਂ ਇਸ ਤਰ੍ਹਾਂ ਹੀ ਕੋਈ 2 ਜਾਂ 3 ਹੋਰ ਹਵਾਲੇ ਦਿੱਤੇ, ਯਾਨੀ ਕਿ ਤਕਰੀਬਨ ਅੱਧਾ ਕੁ ਘੰਟਾ ਲੱਗ ਗਿਆ। ਅੱਧੇ ਘੰਟੇ ਬਾਅਦ ਇਹ ਡਾਨ ਕਿੰਗ ਉੱਥੋਂ ਬਰਾੜ ਹੀ ਛੱਡ ਕੇ ਦੌੜ ਗਿਆ। ਉਹ ਜਿੰਨੇ ਸ਼ੀਆ ਮੁੰਡੇ ਸਨ ਉਹ ਜੈਨਵਨ ਸਨ, ਸ਼ੀਆ ਯਾਨੀ ਕਿ ਬਈ ਉਹ ਕੋਈ ਢੋਂਗੀ ਸਨ, ਜੈਨਵਨ ਸ਼ੀਆ ਸਨ। ਉਹ ਫੜਕਣ ਲੱਗੇ ਨਾ ਸੁਣ ਕੇ। ਇੱਕ ਦੋ ਤੇ ਜਾਣਦਾ ਸੀ ਤੇ ਉਹਨੇ ਕਿਹਾ ਹਾਂ ਸਾਨੂੰ ਤਾਂ ਪਤਾ ਹੀ ਹੈ ਕਿ ਲਾਂਤੀ ਨੇ ਇੰਝ ਹੀ ਗੰਦਮੰਦ ਲਿਖਿਆ ਹੈ ਅਹਿਲੇ ਬੈਤ ਦੇ ਬਾਰੇ। ਲੇਕਿਨ ਜਿਹਨੂੰ ਨਹੀਂ ਸੀ ਪਤਾ ਉਹਨੂੰ ਜਿਸ ਵੇਲੇ ਮੈਂ ਉਹ ਵਾਰਤਾਂ ਪੜ੍ਹ ਕੇ ਸੁਣਾਈਆਂ ਨਾ, ਤੇ ਉਹ ਜਿੰਨੇ ਪਹਿਲੀ ਵਾਰੀ ਸੁਣਨੀਆਂ ਹੁੰਦੀਆਂ ਨੇ ਨਾ, ਉਹ ਇੱਕੋ ਦਮ ਸ਼ੋਲਾ ਫੜ ਜਾਂਦਾ ਹੈ। ਤੇ ਉਹਨੂੰ ਮੈਂ ਨਵੇਂ ਬੰਦੇ ਨੂੰ 2-3 ਵਾਰਤਾਂ ਪੜ੍ਹ ਕੇ ਸੁਣਾਈਆਂ, ਉਹਨਾਂ ਇਹਨੂੰ ਫੜ ਕੇ ਝੂਣ ਕੇ ਪੁੱਛਿਆ, ਹਾਂ ਬਈ ਉਹ ਇਹ ਵੇਖ ਹਜ਼ਰਤ ਇਮਾਮ ਹੁਸੈਨ ਦਾ ਤੂੰ ਜ਼ਿਕਰ ਸੁਣਨਾ ਚਾਹੁੰਦਾ, ਚੰਗੀ ਗੱਲ ਹੈ, ਪਰ ਹਜ਼ਰਤ ਇਮਾਮ ਹੁਸੈਨ ਨੂੰ ਤਾਂ ਗਾਲਾਂ ਕੱਢੀਆਂ ਉਹਨੇ ਮਿਰਜ਼ਾ ਕਾਦੀਆਨੀ ਨੇ, ਤੇ ਤੂੰ ਇਹਦੇ ਤੇ ਲਾਨਤ ਪਾਣਾ। ਇਹ ਲਾਨਤ ਵੀ ਨਾ ਪਾਏ, ਨਾ ਇਹ ਉਹਦੇ ਤੇ ਲਾਨਤ ਪਾਏ। ਅੱਛਾ, ਮੈਂ ਕਹਿ ਰਿਹਾ ਸੀ ਕਿ ਨਾ ਇਹ ਉਹਦੇ ਤੇ ਲਾਨਤ ਪਾਏ ਤੇ ਨਾ ਇਹ ਬਰਾੜ ਛੱਡੇ, ਤੇ ਫਸ ਗਿਆ ਉੱਥੇ। ਕਹਿਣ ਦਾ ਮਕਸਦ ਹੈ ਕਿ ਉਹਦੇ ਮੁੰਨੇ ਘੰਟੇ ਬਾਅਦ 35-40 ਮਿੰਟ ਬਾਅਦ ਇਹ ਬੰਦਾ ਉੱਥੋਂ ਬਰਾੜ ਛੱਡ ਕੇ ਦੌੜਿਆ, ਕਿਉਂਕਿ ਲਾਜਵਾਬ ਹੋ ਗਿਆ, ਰਸਤਾ ਹੀ ਕੋਈ ਨਹੀਂ ਸੀ। ਉਹ ਆਂਦੇ ਸਨ ਕਿ ਜਿਹੜੇ ਬੰਦੇ ਨੇ ਇਹ ਗੱਲਾਂ ਲਿਖੀਆਂ ਨੇ ਅਹਿਲੇ ਬੈਤ ਦੇ ਬਾਰੇ, ਉਹ ਬੜਾ ਪਰਲੇ ਦਰਜੇ ਦਾ ਲਾਂਤੀ ਏ, ਉਹ ਫਲਾਣਾ ਢਿੰਗਾ, ਉਹਦੇ ਨਾਲ ਗਾਲਾਂ 2-4 ਠੱਪਣ ਤੇ ਅਸੀਂ ਤੇ ਉਹਨੂੰ ਲਾਨਤ ਪਾਣੀ ਹੈ। ਤੂੰ ਜੇ ਲਾਨਤ ਪਾਣਾ ਕਿ ਨਹੀਂ ਪਾਉਂਦਾ, ਜੇ ਤੂੰ ਇੱਥੇ ਬਹਿਣਾ ਹੈ ਤੇ ਜ਼ਿਕਰ ਸੁਣਨਾ ਹੈ ਤਾਂ ਬੜੀ ਚੰਗੀ ਗੱਲ ਹੈ, ਅਸੀਂ ਅਹਿਲੇ ਬੈਤ ਦਾ ਜ਼ਿਕਰ ਕਰਨ ਲੱਗੇ ਤੂੰ ਸੁਣ ਜ਼ਿਕਰ, ਪਰ ਇਸ ਲਾਨਤੀ ਤੂੰ ਤੇ ਲਾਨਤ ਪਾਣਾ ਹੈ, ਇਹ ਲਾਨਤ ਕੋਈ ਨਾ ਪਾਏ। ਬਾਹਰ ਇਹ ਮੈਂ ਤੁਹਾਨੂੰ ਕਹਿਣਾ ਕਿ ਇਹ ਜਿਹੜਾ ਬੰਦਾ ਨਹੀਂ ਜਾਣਦਾ, ਅਨਾੜੀ ਹੋਵੇ, ਉਹਨੂੰ ਕੋਸ਼ਿਸ਼ ਕਰੋ ਤਰੀਕੇ ਨਾਲ ਦੱਸਣ ਦੀ ਕਿ ਬਈ ਇਹ ਨੇ ਅਸਲ ਦੁਸ਼ਮਣ ਨਬੀ ਅਲੈਹਿਸਸਲਾਤੁ ਵਸਲਾਮ ਦੇ ਸ਼ਾਤਿਮ, ਕਿ ਤੁਸੀਂ ਅੰਦਾਜ਼ਾ ਕਰੋ ਉਹਨਾਂ ਦੇ ਦਿਲ ਵਿੱਚ ਨਬੀ ਪਾਕ ਦੀ ਇੱਜ਼ਤ ਦਾ, ਨਬੀ ਪਾਕ ਦੇ ਮੁਕਾਮ ਦਾ, ਕਿ ਤੁਸੀਂ ਤਲਤ ਨੂੰ ਅਗਰ ਇਹ ਕਹੋ ਕਿ ਤੂੰ ਤੇਲੀ ਹੈ ਤੇ ਉਹ ਆਪਣੀ ਜ਼ਾਤ ਦੇ ਦਫਾ ਵਾਸਤੇ ਨਬੀ ਪਾਕ ਦੇ ਉੱਤੇ ਭੌਂਕਣ ਸ਼ੁਰੂ ਹੋ ਗਿਆ। ਅੰਦਾਜ਼ਾ ਕਰੋ। ਇਹ ਇੱਕ ਵਾਰੀ ਖੁੱਲਣ ਦਿਓ ਨਾ, ਇਹਦੇ ਤੱਕ ਇੱਕ ਵਾਰੀ ਹੋਰ ਖੁੱਲੇਗਾ, 2 ਵਾਰੀ ਹੋਰ ਖੁੱਲੇਗਾ। ठीक है लामा साहब माशाल्लाह। नहीं मैं दे मेरा दिल लामा ਬਲਾਲ ਭਾਈ ਇੱਕ ਮਿੰਟ ਆਪਾਂ ਵੀ ਇੱਥੇ ਤੇ ਉਹੀ ਗੱਲ ਆ ਗਈ ਨਾ, ਮਿਰਜ਼ਾ ਕਾਦੀਆਨੀ ਜੇ ਮੈਂ ਝੂਠਾ ਤੇ ਸਾਰੇ ਨਬੀ ਝੂਠੇ ਆ, ਤਾਂ ਫਿਰ ਉਹੀ ਆ ਗਈ ਨਾ ਜੋ ਮਿਰਜ਼ਾ ਕਾਦੀਆਨੀ ਨੇ ਆਖਿਆ ਉਹੀ ਇਹਦੇ ਚੇਲੇ ਨੇ ਕਿਹਾ ਸਾਡੇ। नहीं मैं भयाना सी भी चलो यह तो गल तुहाडी ठीक है, ते यह जेड़ा नजफ अब्बास है ते यहाँ जेड़ा ह्यूमैनिटी है या ईयू वाला भाई है साडे, ये भी हले तशय्युद दे ने, इन्हां दा भी तड़क वाले तशय्युद दे नाल ही इन्हां नूं समझ लग गई। अच्छा ये भी छड़ दो, अल्लाह याद नूं मैं परले दर्जे दा गुमराह और जाहल समझदा वां। ओनू पता है कि मैं ये साडे दुश्मन ने। बहरीन नूं साल या 6 महीने कम से कम हो गए ने सफवान की झोड़ी च बहंदे आया, नासिर भट्ट की झोड़ी च बहंदे आया, और उन्होंने कली कली गल क्या रेफरेंस नहीं विखाया, उन्होंने नहीं समझ लगी अजे तक। वो दिल च बहुत ज्यादा नफरत है समझ दे, अल्लाह तो भी ज्यादा नफरत है कि वह बंदा तो बर्दाश्त नहीं करता, लेकिन यह बंदा बर्दाश्त करता है। और फिर ये आके स्पैशल ये जड़ियाँ सवाल और जवाब या नुकता चीनियां साडियां बराडा दे क्यों याद आते हैं, इहो जिहा सवाल नासिर भट्ट नूं क्यों नहीं पुछदा है। मैं तो समझदा वां सफवान ते मुबशर रज़ा जिहड़ा है वो मलक तरत तो बहुत बड़े शातिर ने, लेकिन उन्होंने बारे लफज नहीं कहेगा, ये मलक अवान के बारे लफज कहेगा। क्यों? तो साढ़े को बैठा सीगा, इत्थे आया सवाल किया, जिथे सारी दिहाड़ी बैठा रहंदा, सारे मरज़ई आंदे ने पुछना उन्होंने को सवाल, मलक अवान को उत्थे किते सवाल पूछे ना तो फिर गल ठीक है। बाकी ठीक है, किसी को खुदा फतवा शतवा तो देने वाला कोई नहीं होंदा, ना मेरी कोई एडी वैल्यू है, लेकिन मैं जो ऑब्जर्व किया मैं तुहानूं ईमानदारी नाल दसदा, मैनूं ते गुस्सा कोई नहीं, गुस्सा हुंदा ते इन्हें मैनूं गालां कड्डियां ने ते मैं तैनूं जवाब दे देना सीगा, पर मैं कोई नहीं दिता जवाब। नहीं बिलाल भाई, ਜਿਹੜੇ ਨਾ ਅੱਲਾ ਯਾਰੀ ਉਹਦਾ ਤੇ ਅਸਦ ਬਹਿਰੀਨ ਦਾ ਮਵਾਜ਼ਨਾ ਇੰਝ ਹੀ ਹੈ ਜਿਵੇਂ ਇੱਕ ਗੱਡੀ ਦਾ ਤੇ ਇੱਕ ਸਾਈਕਲ ਦਾ ਮਵਾਜ਼ਨਾ ਕਰੀਏ।
ਉਹ ਤੇ ਇਹਦੇ ਨਾਲੋਂ 1000 ਜਾਂ 10,000 ਦਰਜੇ ਜ਼ਿਆਦਾ ਨੌਲੇਜ ਰੱਖਦਾ ਹੈ, ਬਾਵਜੂਦ ਇਸ ਦੇ ਕਿ ਉਹ ਮਿਰਜ਼ਾਈਆਂ ਨੂੰ ਉਹਨੇ ਵੀ ਨਹੀਂ ਸਟੱਡੀ ਕੀਤਾ, ਲੇਕਿਨ ਮੋਟੀਆਂ ਗੱਲਾਂ ਦਾ ਉਹਨੂੰ ਪਤਾ ਹੀ ਹੈ। ਤੇ ਇਹ ਜਿਹੜਾ ਹੈ, ਇਹ ਤੇ ਕੁਝ ਵੀ ਨਹੀਂ ਉਹਦੇ ਇਹਦੇ ਨਾਲੋਂ ਤੇ ਨਜਫ ਨੂੰ ਜ਼ਿਆਦਾ ਪਤਾ ਹੈ ਗੱਲਾਂ ਦਾ। ਇਹਨੂੰ ਮੈਂ ਪਰਸਨਲੀ, ਮੈਂ ਤੁਹਾਨੂੰ ਦੱਸਣਾ ਕਿ ਇਹਦੇ ਨਾਲ ਮੈਂ ਪਰਸਨਲੀ ਵੀ ਅਟੈਚ ਹਾਂ। ਮੈਂ ਉਹਦੇ ਨਾਲ WhatsApp ਦੇ ਉੱਤੇ ਮੈਸੇਜ ਦਾ ਤਬਾਦਲਾ ਹੁੰਦਾ ਰਹਿੰਦਾ। ਮੈਂ ਉਹਦੇ ਇਲਮ ਦਾ, ਉਹਦੇ ਮੁਤਾਲੇ ਦਾ ਅੰਦਾਜ਼ਾ ਕੀਤਾ ਹੈ। ਇਹ ਨਹੀਂ ਕਿ ਮੈਂ ਸਿਰਫ ਔਰ ਸਿਰਫ ਉਹਦੀ ਉਹ ਗਲਤੀਆਂ ਨੂੰ ਹੀ ਨੋਟ ਕਰਨਾ ਵਾ, ਬਲਕਿ ਮੈਂ ਉਹਨੂੰ ਚੈੱਕ ਵੀ ਕੀਤਾ ਕਿ ਉਹਨੂੰ ਪਤਾ ਕਿੰਨਾ ਹੈ, ਵਾਕਿਅਤਨ ਉਹਨੂੰ ਨਹੀਂ ਇਹਨਾਂ ਚੀਜ਼ਾਂ ਦਾ ਪਤਾ ਹੈ। ਤੇ ਇਹ ਗੱਲ ਜਿਹੜੀ ਤੁਸੀਂ ਵੀ ਕਰਦੇ ਹੋ ਨਾ, ਉਹਦੇ ਵਾਲੇ ਉਸ ਫਰਕਾਨ ਤੇ ਉਹ ਦੂਜੇ ਜਿਹੜੇ ਸ਼ਾਤਮ ਨੇ, ਅਲੀ ਅਕਬਰ ਵਗੈਰਾ, ਮਸਲਾ ਇਹ ਹੈ ਕਿ ਉਹ ਜਿਨ੍ਹਾਂ ਦੀ ਸ਼ਾਤਮੀਅਤ ਕਰਦੇ ਨੇ ਨਾ, ਉਹਨਾਂ ਦੀ ਸ਼ਾਤਮੀਅਤ ਇਹਨੂੰ ਪੁੜਦੀ ਨਹੀਂ ਨਾ ਹੈ। ਮਸਲਨ ਉਮੁਲ ਮੋਮਿਨੀਨ ਆਇਸ਼ਾ ਸਿੱਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਦੇ ਖਿਲਾਫ ਅਗਰ ਉਹ ਕੋਈ ਬਕਵਾਸ ਕਰਨ ਲੱਗਾ ਹੋਵੇ, ਜਾਂ ਸ਼ੇਖੈਨ ਦੇ ਖਿਲਾਫ ਉਹ ਕੋਈ ਬਕਵਾਸ ਕਰਨ ਲੱਗਾ ਹੋਵੇ ਜਾਂ ਗੰਦ ਮੰਦ ਉਛਾਲਦਾ, ਤੇ ਇਹਨੂੰ ਕਿਹੜੀ ਸੋੜ ਪੈਂਦੀ ਹੈ? ਇਹ ਤੇ ਆਪ, ਕਿਉਂਕਿ ਉਹਨਾਂ ਦਾ ਜ਼ੇਨ ਜਿਹੜਾ ਸ਼ੁਰੂ ਤੋਂ ਬਚਪਨ ਤੋਂ ਇੰਜ ਦਾ ਬਣਿਆ ਹੁੰਦਾ। ਸੋ ਮੇਰਾ ਲਾਮਾ ਸਾਹਿਬ ਰਸੂਲullah ਦੇ ਬਾਰੇ ਸਿੱਧਾ ਸਵਾਲ ਇੱਕ ਮਿੰਟ ਜੀ। ਲਾਮਾ ਸਾਹਿਬ ਸੁਫਵਾਨ ਜਿਹੜਾ ਹੈ ਉਹ ਸਿਰਫ ਮਾਇਸ਼ਾ ਨਹੀਂ, ਇਹਦੀ ਮੌਜੂਦਗੀ ਨੇ ਰਸੂਲullah ਦੇ ਬਾਰੇ 50 ਗੱਲਾਂ ਕੀਤੀਆਂ। ਬਸ਼ਰ ਅਜ਼ਾਦਾ ਤੇ ਖੈਰ ਭੁਲੇਖਾ ਹੀ ਕਿਸੇ ਨੂੰ ਨਹੀਂ ਹੈਗਾ ਕਿ ਜੇ ਉਹ ਤੇ ਖੁੱਲ ਕੇ ਹੁਣ ਸਾਹਮਣੇ ਆ ਗਈ ਨੇ ਦੋਵੇਂ ਪਰਸਨੈਲਿਟੀਆਂ। ਲੇਕਿਨ ਚਲੋ ਬਹਰਹਾਲ ਤੁਸੀਂ ਕਹਿੰਦੇ ਹੋ ਤੇ ਮੈਂ ਠੀਕ ਹੈ, ਬਹਿਸ ਨਹੀਂ ਕਰਦਾ। ਓਕੇ ਠੀਕ, ਕਰੋ ਗੱਲ। ਮੈਂ ਕਹਿੰਦਾ ਕਿ ਹੋ ਸਕਦਾ ਹੈ ਕਿ ਤੁਹਾਡੀ ਗੱਲ ਦਰੁਸਤ ਹੋਵੇ, ਲੇਕਿਨ ਬੰਦੇ ਨੂੰ ਜ਼ਿਆਦਾ ਤੋਂ ਜ਼ਿਆਦਾ ਚਾਂਸ ਦੇਣਾ ਚਾਹੀਦਾ ਹੈ, ਬਾਰ-ਬਾਰ ਚਾਂਸ ਦੇਣਾ ਚਾਹੀਦਾ ਹੈ। ਅਗਰ ਕੋਈ ਗਲਤੀ ਹੋਵੇ ਤਾਂ ਇਸਲਾਹ ਕਰ ਲੇ, ਅਗਰ ਉਹ ਸਿੱਧੀ ਰਾਹ ਤੇ ਆ ਜਾਏ ਔਰ ਜਿਹੜਾ ਅਸਲ ਦਰੁਸਤ ਮਨਹਜ ਹੈ ਉਹਨੂੰ ਕਬੂਲ ਕਰ ਲਵੇ, ਤਾਂ ਆਪਣੀ ਗਲਤੀਆਂ ਦੀ ਗ੍ਰੈਜੂਅਲੀ ਵੀ ਅਗਰ ਇਸਲਾਹ ਕਰ ਲਵੇ ਨਾ। ਅਸੀਂ ਇਹ ਚਾਹੁੰਦੇ ਹਾਂ ਕਿ ਬਈ ਕਿਸੇ ਬੰਦੇ ਦੇ ਅੱਗੇ ਇੱਕ ਬੁਰਾਈ ਰੱਖੀ ਹੈ, ਜਦੋਂ ਉਹਨੇ ਵੇਖ ਲਿਆ ਤਾਂ ਉਹਨੇ ਮੁਕੰਮਲ ਤੌਰ ਤੇ ਸਾਡੇ ਨਾਲ ਇਤਫਾਕ ਕਿਉਂ ਨਹੀਂ ਕਰ ਲਿਆ? ਇੰਜ ਨਹੀਂ ਹੁੰਦਾ। ਇੱਕ ਚੀਜ਼ ਕਰਕੇ ਲੋਕ ਜਿਹੜੇ ਨੇ ਉਹ ਆਪਣੀ ਇਸਲਾਹ ਕਿ ਹਾਂ ਬਾਕੀ ਤੇ ਗੱਲ ਠੀਕ ਹੈ, ਪਰ ਇਹ ਜਿਹੜੀ ਇਹ ਗਲਤੀ ਹੈ, ਫਿਰ ਉਹ ਦੂਜੀ ਦੀ ਕਰਦਾ, ਫਿਰ ਉਹ ਤੀਸਰੀ ਦੀ ਕਰਦਾ। ਮੇਰਾ ਖਿਆਲ ਹੈ, ਮੈਂ ਮਹਿਸੂਸ ਕੀਤਾ ਹੈ ਕਿ ਹੋ ਸਕਦਾ ਮੇਰੀ ਜੱਜਮੈਂਟ ਗਲਤ ਹੋਵੇ ਤੇ ਤੁਹਾਡੀ ਸਹੀ ਹੋਵੇ। ਮੈਂ ਮਹਿਸੂਸ ਕੀਤਾ ਹੈ ਕਿ ਉਹਦੇ 'ਚ ਕੋਈ ਤਬਦੀਲੀ ਆਈ ਹੈ। ਪਹਿਲੇ ਉਹਨੂੰ ਬਿਲਕੁਲ ਇਹਨਾਂ ਚੀਜ਼ਾਂ ਦਾ ਨਹੀਂ ਸੀ ਪਤਾ, ਔਰ ਇਹਨਾਂ ਦੇ ਵਿੱਚ ਉਹ ਜ਼ਿਆਦਾ ਇਹਨਾਂ ਦੇ ਬਾਰੇ ਉਹ ਹਮਦਰਦੀ ਰੱਖਦਾ ਸੀ। ਹੁਣ ਤੇ ਖੁੱਲ੍ਹਮ ਖੁੱਲ੍ਹਾ ਇਹਨਾਂ ਦੇ ਉੱਤੇ ਤਬਰਰਾ ਕਰਦਾ ਹੈ ਕਿ ਜਿੰਨੇ ਲਾਹਨਤੀ ਇਹ ਨੇ ਜਾਂ ਜਿੰਨਾ ਮਿਰਜ਼ਾ ਕਾਦੀਆਨੀ ਨੇ ਸ਼ਾਤਮੀਅਤ ਕੀਤੀ ਹੈ ਔਰ ਗੁਸਤਾਖੀਆਂ ਕੀਤੀਆਂ ਨੇ, ਉਹ ਨਾਕਾਬਲੇ ਮਾਫੀ ਹੈ। ਤੇ ਪਹਿਲ ਤੇ ਉਹ ਜਦੋਂ ਪੁੱਛੀਦਾ ਸੀ ਤੇ ਆਉਂਦਾ ਸੀ ਬਾਤਲ ਦਾਵਾ। ਮੈਂ ਪੁੱਛਣਾ ਨਹੀਂ ਇਹ ਦਾਵਾ ਕਿਵੇਂ, ਕਹਿੰਦਾ ਬਾਤਲ ਦਾਵਾ ਹੈ। ਪਹਿਲਾਂ ਤਾਂ ਬਿਲਕੁਲ ਬੋਲਦਾ ਹੀ ਨਹੀਂ ਸੀ ਉਹਨਾਂ ਦੇ ਖਿਲਾਫ। ਹੋ ਸਕਦਾ ਹੈ ਮੇਰੀ ਜੱਜਮੈਂਟ ਗਲਤ ਹੋਵੇ, ਲੇਕਿਨ ਮੇਰਾ ਖਿਆਲ ਹੈ ਕਿ ਉਹਦੀ ਤਬਦੀਲੀ ਆ ਰਹੀ ਹੈ, ਉਹਨੂੰ ਮੌਕਾ ਦੇਣਾ ਚਾਹੀਦਾ। ਕਿ ਚਲੋ ਅੱਲਾਹ ਕਰੇ ਕਿ ਸਿੱਧੀ ਰਾਹ ਅਖਤਿਆਰ ਕਰ ਲਵੇ, ਹੋਰ ਸਾਨੂੰ ਕੀ ਚਾਹੀਦਾ? ਅੱਲਾਹ ਨੂੰ ਹਦਾਇਤ ਦੇਵੇ। ਆਪਣਾ ਕਰੋ ਗੱਲ। ਸਾਹਮਣੇ ਤੋਂ ਆਮਰ ਭਾਈ ਕੀ ਹਾਲ? आमिर भाई अपना भीम साहब ने काफी हद तक बदल गए थे, मतलब गाली गलौज करते हैं। आमिर साहब अगर मुझे मौका मिले तो मैं आपसे बात कर सकता हूँ? जी एक मिनट जरा ठहरे, नजफ की बात मुझे समझ नहीं आई की है फिर शेख नु आने नहीं हकीम साहब जेडे ने बैठे हुए ना, अल्लाह रखा साहब माशाल्लाह काफी हद तक बदल गए जे। ये भी हुन गाली गलौज वाला सीन इन्हां दे विच नहीं लिया, मतलब अच्छी कोशिश कर रहे हैं कि इस कल्ट तो बाहर निकलण दी। मैंने दो तीन ना कर तकिया मेरा मोमन पाई, ना तकिया कर मार गया रोड लीडिंग। नजफ साहब अगर बेहतर होगा कि अगर आपने अपनी बरात का यहाँ पे माहौल अच्छा रखना है ना, तो ह्यूमैनिटी को उतार दे। ये मेरा एक मशवरा है। अगर नहीं मानेंगे तो आप खुद देख लेंगे कि आपकी बरात का माहौल कैसा होता है। मैं खामोश कह देता रहेगा, तुसी गल करो। नहीं अमर साहब नहीं रहेगा, क्योंकि ਉਹਦੀ ਫਿਤਰਤ ਚ ਇਹ ਹੈ ਕਿ ਉਹ ਸ਼ੈਤਾਨੀ ਉਹਨੇ करनी है। मैं चुप करके बैठे, जब बोलियो मैं थले ला दूंगा। ਉਹ ਨਹੀਂ, ਤੁਸੀਂ ਹੁਣੇ ਲਾ ਦਿਓ ਨਾ, ਮੇਰੀ ਮੰਨ ਲਓ, ਨਹੀਂ ਤੇ ਇਸ ਬਰਾੜ ਦਾ ਹੁਣੇ ਹੀ ਮਤਲਬ ਕਿ ਗੜਬੜ ਹੋ ਜਾਏਗੀ। ਤੁਸੀਂ ਗੱਲ ਕਰੋ, ਬੇਫਿਕਰ ਹੋ ਕੇ, ਨਹੀਂ ਕੁਛ ਹੁੰਦਾ, ਕਰੋ ਗੱਲ। ਨਹੀਂ ਮੈਂ ਇਹਦੇ ਹੁੰਦਿਆਂ ਮੈਂ ਨਹੀਂ ਗੱਲ ਕਰਨੀ, ਚਲੋ ਠੀਕ ਹੈ, ਤੁਰ ਜਾਓ ਤੁਸੀਂ। ਅਸੀਂ ਆਪਣੇ ਨਹੀਂ ਭਰਾ ਨੂੰ ਲਾਣਾ, ਜਿੰਜ ਕੋਈ ਗਲਤ ਗੱਲ ਨਹੀਂ ਕਰਦਾ ਮੈਂ ਥੱਲੇ ਨਹੀਂ ਲਾਣਾ। ਨਹੀਂ ਗਲਤ ਗੱਲ ਕਰਦਾ ਕਿਉਂ ਨਹੀਂ ਕਰਦਾ? ਨਹੀਂ ਕਰਦਾ, ਨਹੀਂ ਮੈਨੂੰ ਨਹੀਂ ਲਾ ਸਕਦਾ ਨਾ, ਮੇਰਾ ਭਰਾ ਹੈ, ਉਹ ਮੁਸਲਮਾਨ ਹੈ, ਮੈਂ ਉਹ ਗਾਲ ਨਹੀਂ ਕੱਢ ਰਿਹਾ, ਮੈਨੂੰ ਕਿਉਂ ਲਾਵਾਂ?
ਚਲੋ ਇੱਕ ਮਿੰਟ, ਤੁਸੀਂ ਕਹਿੰਦੇ ਹੋ ਮੁਸਲਮਾਨ ਹੈ, ਤੁਸੀਂ ਆਪਣੇ ਆਪ ਨੂੰ ਮੁਸਲਮਾਨ ਸਾਬਤ ਕਰ ਦਿਓ। ਮੈਂ ਮਿਰਜ਼ਾ ਸਾਹਿਬ ਨੂੰ ਨਬੀ ਨਹੀਂ ਮੰਨਦਾ, ਮੈਂ ਮੁਸਲਮਾਨ। ਨਹੀਂ ਨਹੀਂ, ਇਹ ਕੋਈ ਜਵਾਬ ਨਹੀਂ ਹੈ। ਗੱਲ ਖਤਮ ਹੋ ਗਈ। ਨਹੀਂ, ਇਹ ਜਵਾਬ ਹੀ ਨਹੀਂ ਹੈ। ਅੱਛਾ ਚਲੋ, ਤੁਸੀਂ ਲਾਮਾ ਸਾਹਿਬ ਨਾਲ ਗੱਲ ਕਰੋ, ਨਹੀਂ ਮੈਂ ਕੁਝ ਨਹੀਂ ਕਹਿੰਦਾ ਤੁਹਾਨੂੰ। ਨਹੀਂ, ਤੁਸੀਂ ਮੇਰੇ ਨਾਲ ਗੱਲ ਕਰ ਲਓ। ਤੁਸੀਂ ਜੋ ਕਿਹਾ ਮੈਂ ਮੁਸਲਮਾਨ ਭਰਾ ਹੈ ਤੇ ਮੈਂ ਤੇ ਤੁਹਾਨੂੰ ਕਾਫਰ ਸਮਝਣਾ। ਤੁਸੀਂ ਅਗਰ ਮੈਨੂੰ ਸਮਝੋ, ਮੈਂ ਤੁਹਾਨੂੰ ਕਾਫਰ ਸਮਝਣਾ। ਕਿਸ ਤਰ੍ਹਾਂ ਦਾ ਕਾਫਰ? ਪੱਕਾ ਕਾਫਰ ਸਮਝਦੇ ਹੋ? ਪੱਕਾ ਕਾਫਰ? ਅਮਰ ਸਾਹਿਬ ਇੱਕ ਮਿੰਟ, ਮੈਨੂੰ ਪਹਿਲੇ ਉਹ ਆਪਣਾ ਇਹਦੇ ਨਾਲ ਗੱਲ ਕਰ ਲੈਂਦੇ ਹੋ। ਇਹਨੇ ਜਿਹੜੀ ਗੱਲ ਕੀਤੀ ਕਿ ਅਸੀਂ ਮੁਸਲਮਾਨ ਹਾਂ। ਲਾਮਾ ਸਾਹਿਬ ਦੀ ਮੇਰੀ ਇੱਕ ਹੀ ਗੱਲ ਹੈ, ਤੁਸੀਂ ਨਾਲ ਲਾਮਾ ਸਾਹਿਬ ਨਾਲ ਕਰੋ, ਇਹਨਾਂ ਦੀ ਮੇਰੀ ਇੱਕ ਹੀ ਗੱਲ ਹੈ। ਭਾਈ ਜੀ ਤੁਸੀਂ ਗੱਲ ਕਰੋ, ਮੈਂ ਤੁਹਾਡੇ ਨਾਲ ਵੀ ਕਰਾਂਗਾ, ਮੈਂ ਸਾਰਿਆਂ ਨਾਲ ਕਰਾਂਗਾ। ਮੈਂ ਆਇਆ ਤਾਂ ਵੈਸੇ ਤੁਹਾਡੇ ਅਮਰ ਸਾਹਿਬ ਨਾਲ ਗੱਲ ਕਰਨ ਆਇਆ, ਲੇਕਿਨ ਜਦੋਂ ਵਿੱਚ ਤੁਸੀਂ ਆਓਗੇ ਨਾ ਤੇ ਮੈਂ ਤੁਹਾਡੇ ਨਾਲ ਵੀ ਕਰਾਂਗਾ ਗੱਲ। ਮੈਂ ਕਦੀ ਕਿਸੇ ਤੋਂ ਮਤਲਬ ਕਿ ਇਹ ਨਹੀਂ ਕਿ ਝਿਜਕਾ ਨਹੀਂ ਹੈ ਕਿ ਕਿਸੇ ਦੇ ਸਾਹਮਣੇ ਮੈਂ ਗੱਲ ਨਾ ਕਰ ਸਕਾਂ। ਗੱਲ ਮੈਂ ਕਰ ਸਕਣਾ। ਤੁਸੀਂ ਗੱਲ ਕਰੋ, ਮੈਂ ਤੁਹਾਡੇ ਨਾਲ ਨਹੀਂ, ਤੁਸੀਂ ਸਾਰੇ ਇੱਕ ਸਾਈਡ ਤੇ ਹੋਵੋ ਨਾ। ਮੇਰੀ ਗੱਲ ਸੁਣੋ, ਖੁਦਾ ਦੇ ਅਗਰ ਗੱਲ ਦੇ ਵਿੱਚ ਕੋਈ ਬੋਲੇ, ਗੱਲ ਦੇ ਵਿੱਚ ਕੋਈ ਬੋਲੇਗਾ ਨਾ, ਹਕੀਮ ਸਾਹਿਬ ਮੇਰੀ ਸੁਣੋ ਨਾ, ਗੱਲ ਦੇ ਵਿੱਚ ਅਗਰ ਕੋਈ ਬੋਲੇਗਾ, ਬਲਾਰ ਵਾਦਾ ਕੀਤਾ ਹੈ ਕਿ ਮੈਂ ਉਹਨੂੰ ਚੁੱਕ ਥੱਲੇ ਮਾਰਾਂ, ਤੁਸੀਂ ਆਮਰ ਸਾਹਿਬ ਨਾਲ ਗੱਲ ਕਰਨੀ ਕਰੋ, ਨਹੀਂ ਕਰਨੀ ਤੇ ਬਿਸਮਿਲ੍ਲਾ, ਤੁਸੀਂ ਜਾ ਸਕਦੇ ਹੋ। ਨਹੀਂ, ਤੁਹਾਡੇ ਵਾਦੇ ਬੜੇ ਮੈਂ ਸੁਣੇ ਨੇ, ਬੜੀ ਦਫਾ ਆਇਆ, ਹਮੇਸ਼ਾ ਗੰਦ ਹੀ ਹੋਇਆ। ਗੰਦ ਹੀ ਮੈਂ ਸੁਣਿਆ ਔਰ ਗੰਦ ਦਾ ਜਵਾਬ ਮੈਂ ਫਿਰ ਤੁਹਾਨੂੰ ਗੰਦ ਚ ਦਿੱਤਾ ਹੈ। ਸਾਡੀ ਸ਼ਰੀਅਤ ਹੈ ਜਿਹਨੂੰ ਤੁਸੀਂ ਗੰਦ ਪੇ ਕਹਿੰਦੇ ਹੋ ਨਾ, ਸਾਡੀ ਸ਼ਰੀਅਤ ਹੈ। ਯਾਨੀ ਉਹ ਨਾ ਅਮਰ ਸਾਹਿਬ, ਤੁਹਾਡੀ ਸ਼ਰੀਅਤ ਨਹੀਂ ਹੈਗੀ। ਤੁਹਾਡੀ ਸ਼ਰੀਅਤ ਕੀ ਕਹਿੰਦੀ ਹੈ? ਸਾਡੀ ਸ਼ਰੀਅਤ ਕਹਿੰਦੀ ਕਿ ਨਬੀ ਪਾਕ ਤੋਂ ਬਾਅਦ ਜਿਹੜਾ ਨਬੂਵਤ ਦਾ ਦਾਵਾ ਕਰੇ, ਬਿਲਕੁਲ ਗਲਤ ਹੈ। ਦਿਖਾਓ ਮੈਨੂੰ ਕਿਤੇ ਲਿਖਿਆ, ਕੁਰਾਨ ਮਜੀਦ ਚ ਲਿਖਿਆ ਹੈ, ਹਦੀਸ ਚ ਹੈ? ਹਾਂ ਹਦੀਸ ਚ ਹੈ। ਹਦੀਸ ਸਾਬਤ ਕਰੋ। ਲੋ ਮੈਂ ਪੇਸ਼ ਕਰਨਾ। ਲਗਾਓ ਜੀ। ਉਹਦੇ ਵਿੱਚ ਇਹ ਹੋਣਾ ਚਾਹੀਦਾ ਹੈ ਸ਼ਰੀਅਤ, ਇਹਨੂੰ ਸ਼ਰੀਅਤ ਕਿਹਾ ਗਿਆ ਹੋਵੇ। ਸਾਡੀ ਇਸ ਹਦੀਸ ਦੇ ਵਿੱਚ ਸ਼ਰੀਅਤ ਹੋਣੀ ਚਾਹੀਦੀ ਹੈ। ਸਾਡੀ ਸ਼ਰੀਅਤ ਪਹਿਲਾਂ ਸੁਣ ਲਓ, ਸਾਡੀ ਸ਼ਰੀਅਤ ਕੀ ਹੈ। ਮੈਨੂੰ ਪਤਾ ਹੈ, ਤੁਹਾਡੇ ਨਾਲੋਂ ਜ਼ਿਆਦਾ ਮੈਨੂੰ ਪਤਾ ਹੈ, ਅਲਹਮਦੁਲਿਲਾ। ਤੁਸੀਂ ਦੱਸੋ ਨਾ, ਆਪਣੀ ਸ਼ਰੀਅਤ ਨੂੰ ਦੱਸੋ ਨਾ, ਮੈਨੂੰ ਪਤਾ ਹੈ ਤੁਹਾਡੀ ਸ਼ਰੀਅਤ ਦਾ। ਕਿਹੜੀ ਸਾਡੀ ਸ਼ਰੀਅਤ? ਉਹ ਯਾਰ ਮੈਨੂੰ ਪਤਾ ਹੈ ਨਾ। ਮਸਲਨ ਕੀ ਪਤਾ ਤੁਹਾਨੂੰ? ਤੁਸੀਂ ਆਪਣੀ ਜ਼ੁਬਾਨੀ ਦੱਸੋ ਨਾ। भाई साड़ी शरीयत कुरान और हदीस है। हदीस पेश करो फिर। ठीक है, मैं पेश हाँ करता जी। हूं हदीस। कुरान चू साबित करना है, आयत चू और हदीस चू, दोनों चू साबित करना है। अगर तुसी साबित ना कर सके तो ਇਹਦਾ ਮਤਲਬ ਤੁਹਾਡੀ ਸ਼ਰੀਅਤ ਝੂਠੀ ਹੈ। अच्छा, ਜਿਹੜੀ ਸਾਡੀ ਸ਼ਰੀਅਤ ਹੈ, ਨਹੀਂ ਮੈਂ ਉਸ ਸ਼ਰੀਅਤ ਦੀ ਗੱਲ ਕਰ ਰਿਹਾ ਹਾਂ, ਲੇਕਿਨ ਤੁਸੀਂ ਉਸ ਸ਼ਰੀਅਤ ਨੂੰ ਮੰਨ ਹੀ ਨਹੀਂ ਰਹੇ। ਮੈਂ ਗੱਲ ਕਰਨ ਲੱਗਣਾ, ਤੁਸੀਂ ਮੈਨੂੰ ਗੱਲ ਹੀ ਨਹੀਂ ਕਰਨ ਦਿੰਦੇ। ਸੌਰੀ ਕਰੋ ਜੀ, ਕਰੋ ਬਿਸਮਿਲ੍ਲਾ। ਮੈਂ ਕਹਿਣ ਲੱਗਾ ਕਿ ਜਿਹੜਾ ਸਾਡੀ ਸ਼ਰੀਅਤ ਹੈ ਉਹ ਤੇ ਅਸਾਂ ਦੱਸਣੀ ਹੈ ਨਾ ਕਿ ਸਾਡੀ ਸ਼ਰੀਅਤ ਕਿਹੜੀ ਹੈ। ਕਿਸੇ ਉਹ ਤਾਂ ਬੰਦੇ ਤੁਸੀਂ ਦੱਸ ਦਿੱਤਾ ਹੈ ਸ਼ਰੀਅਤ ਤੁਹਾਡੀ ਇਹ ਹੈ ਕਿ ਕੁਰਾਨ ਔਰ ਹਦੀਸ ਹੈ, ठीक है। ਹੁਣ ਲੇਕਿਨ ਇਹ ਕੋ ਮੇਰਾ ਸਵਾਲ ਹੈ ਕਿ ਕੁਰਾਨ ਔਰ ਹਦੀਸ ਚੋਂ ਸਾਬਤ ਕਰੋ ਕਿ ਜਿਹੜਾ ਨਬੀ ਅਕਰਮ ਸੱਲਮ ਨੂੰ ਨਹੀਂ ਮੰਨਦਾ ਉਹ ਕਾਫਰ ਹੈ, ਜਾਂ ਉਹਨਾਂ ਨੂੰ ਆਖਰੀ ਨਬੀ ਨਹੀਂ ਮੰਨਦਾ ਉਹ ਕਾਫਰ ਹੈ। ਇਹ ਤੁਸੀਂ ਕੁਰਾਨ ਔਰ ਹਦੀਸ ਚੋਂ ਸਾਬਤ ਕਰਨਾ ਹੈ। ਮੈਂ ਪਿਆਰ ਕਰਨਾ ਕਿ ਕੁਰਾਨ ਔਰ ਹਦੀਸ ਨੂੰ ਜਿਹੜੀ ਸੇ ਮੰਨਨੇ ਆ ਉਹ ਅਸਾਂ ਬਿਆਨ ਕਰਨਾ ਹੈ, ਜਾਂ ਤੁਹਾਡੇ ਕੋਲੋਂ ਪੁੱਛ ਕੇ ਬਿਆਨ ਕਰਨ, ਜਿਸ ਤਰ੍ਹਾਂ ਤੁਸੀਂ ਹੁਕਮ ਕਰਨਾ ਸੀ ਉਸ ਤਰ੍ਹਾਂ ਬਿਆਨ ਕਰਨਾ। ਮੇਰੇ ਭਾਈ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਇਜਾਜ਼ਤ ਨਹੀਂ ਦੇ ਰਿਹਾ, ਤੁਸੀਂ ਪੁੱਛਣ ਦੀ ਲੋੜ ਹੀ ਕੋਈ ਨਹੀਂ। ਮੈਂ ਜਦੋਂ ਤੁਹਾਨੂੰ ਖੁਦ ਤੁਹਾਡੇ ਅੱਗੇ ਸਵਾਲ ਕੀਤਾ ਹੈ, ਤੁਸੀਂ ਸਵਾਲ ਦਾ ਜਵਾਬ ਤੇ ਦੇ ਸਕਦੇ ਹੋ ਨਾ। ਤੁਸੀਂ ਮੇਰੇ ਪਾਬੰਦ ਨਹੀਂ ਹੋ ਕਿ ਮੈਂ ਤੁਹਾਨੂੰ ਦੱਸਾਂ ਕਿ ਤੁਹਾਡੀ ਸ਼ਰੀਅਤ ਕੀ ਹੈ। ਇਹ ਤਾਂ ਮੈਂ ਤੁਹਾਨੂੰ ਅੱਗੇ ਕਿਹਾ, ਤੁਸੀਂ ਮੈਨੂੰ ਸ਼ਰੀਅਤ ਨਾ ਦੱਸੋ ਕਿਉਂਕਿ ਮੈਨੂੰ ਵੀ ਪਤਾ ਤੁਹਾਡੀ ਸ਼ਰੀਅਤ ਦਾ, ਲੇਕਿਨ ਤੁਸੀਂ ਆਪਣੀ ਸ਼ਰੀਅਤ ਦੀ ਵਜ਼ਾਹਤ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ? ਮੈਂ ਦੱਸਣਾ ਤੇ ਪਿਆ ਵੀ ਜਿਹੜੀ ਸਾਡੀ ਸ਼ਰੀਅਤ ਹੈ ਉਹ ਕੁਰਾਨ ਹੋਵੇ ਜਾਂ ਹਦੀਸ ਹੋਵੇ, ਉਹ ਦੋਵੇਂ ਸਾਡੇ ਤੇ ਹੁਜਤ ਹੈ। ਨਹੀਂ, ਤੁਸੀਂ ਇਹ ਕਹੋ ਕਿ ਹੈ ਤੁਹਾਡੀ ਸ਼ਰੀਅਤ। ਤੁਸੀਂ ਅਲਫਾਜ਼ ਜਿਹੜੇ ਨੇ ਨਾ ਉਹਦੇ ਵਿੱਚ ਤੁਸੀਂ ਮਤਲਬ ਕਿ ਗਲਤੀ ਕਰ ਜਾਂਦੇ ਹੋ। ਹੋਵੇ ਦਾ ਕੀ ਮਤਲਬ ਹੈ? ਸ਼ੱਕ ਚ ਗੱਲ ਤੁਹਾਡੀ ਹੋ ਸਕਦਾ ਨਾਮ ਹੀ ਹੋਵੇ, ਲੇਕਿਨ ਤੁਸੀਂ ਇਹਨੂੰ ਯਕੀਨੀ ਕਰੋ ਕਿ ਤੁਹਾਡੀ ਸ਼ਰੀਅਤ ਜਿਹੜੀ ਹੈ ਉਹ ਕੁਰਾਨ ਔਰ ਹਦੀਸ ਹੀ ਹੈ।
मैं कहना कि मेरी कुरान और हदीस है 100% मैनू यकीन है, लेकिन ਤੁਹਾਡਾ तुहानू यकीन ही नहीं है। ਤੁਹਾਡਾ ਤੇ ਮਾਮਲਾ ਹੀ ਮੁxtਲਿਫ ਹੈ ਨਾ। ਮੈਂ ਉਹਨੂੰ ਛੱਡੋ ਛੱਡੋ, ਇਹ ਮੇਰੀ ਮੈਨੂੰ ਤੁਸੀਂ ਮੇਰੇ ਮਾਮਲੇ ਦੇ ਬਾਰੇ ਨਾ ਦੱਸੋ, ਮੈਂ ਆਪਣੇ ਮਾਮਲੇ ਦੇ ਬਾਰੇ ਖੁਦ ਦੱਸਾਂਗਾ। ਲੇਕਿਨ ਇਹ ਤੁਸੀਂ ਹਦੀਸ ਔਰ ਕੁਰਾਨ ਚ ਸਾਬਤ ਕਰੋ ਕਿ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਜਿਹੜਾ ਆਖਰੀ ਨਬੀ ਨਹੀਂ ਮੰਨਦਾ ਉਹ ਕਾਫਰ ਹੈ, ਸਾਬਤ ਕਰੋ। ਗੱਲ ਇਹ ਹੈ ਕਿ ਜਿਹੜਾ ਬੰਦਾ ਅੱਲਾ ਦੀ ਕਿਤਾਬ ਨੂੰ ਔਰ ਰਸੂਲullah ਦੀ ਗੱਲ ਨੂੰ ਨਹੀਂ ਮੰਨਦਾ ਉਹ ਕਾਫਰ ਹੈ। ਹੁਣ ਅੱਲਾ ਦੀ ਇਹੀ ਤਾਂ ਮੈਂ ਕਹਿੰਦਾ, ਕੁਰਾਨ ਚ ਸਾਬਤ ਕਰੋ, ਹਦੀਸ ਚ ਸਾਬਤ ਕਰੋ। ਤੁਸੀਂ ਕਿ ਅਗਰ ਬੋਲਣਾ ਨਬੀ ਨਹੀਂ ਅਕਰਮ ਨਾ ਸੱਲੱਲਾਹੁ ਦਿਓ ਅਲੈਹਿ ਵਸੱਲਮ ਨੇ ਕਿਹੜੀ ਹਦੀਸ ਚ ਕਿਹਾ ਹੈ ਕਿ ਜਿਹੜਾ ਕੁਰਾਨ ਔਰ ਹਦੀਸ ਨੂੰ ਨਹੀਂ ਮੰਨਦਾ, ਯਾਨੀ ਕਿ ਮੇਰੇ ਕੁਰਾਨ ਪਾਕ ਦੀ ਤਸ਼ਰੀਹ ਉਹਨੂੰ ਮੈਂ ਤਾਂ ਹਦੀਸ ਉਹਨਾਂ ਨੂੰ ਕਹਿਣਾ ਜਿਹੜੀ ਅੱਲਾਹ ਤਾਲਾ ਦੇ ਰਸੂਲ ਨੇ ਆਪਣੇ ਮੂੰਹ ਮੁਬਾਰਕ ਚੋਂ ਕੁਰਾਨ ਪਾਕ ਦੀ ਤਸ਼ਰੀਹ ਕੀਤੀ, ਮੈਂ ਤਾਂ ਹਦੀਸ ਉਹਨੂੰ ਕਹਿਣਾ। ਮੈਂ ਮਨ ਘੜਾ ਹਦੀਸਾਂ ਦਾ ਕਾਇਲ ਹੀ ਵੀ ਹਾਂ। ਹੁਣ ਤੁਹਾਡੇ ਮਾਜ਼ਰਤ ਨਾਲ ਤੁਹਾਨੂੰ ਗੁੱਸਾ ਨਾ ਲੱਗੇ, ਮੈਂ ਇੱਕ ਗੱਲ ਕਰਨ ਲੱਗਾ। ਤੁਹਾਡੇ ਅਹਿਮਦ ਰਜ਼ਾ ਬਰੇਲਵੀ ਸਾਹਿਬ ਜਿਹੜੇ ਨੇ ਆਲਾ ਹਜ਼ਰਤ, ਠੀਕ ਹੈ, ਉਹ ਉਹਨਾਂ ਮੇਰੇ ਨੇ ਨਹੀਂ ਕਿਹਾ ਹੈ ਹੈ, ਕਿ ਮੇਰੇ ਨਹੀਂ ਹਦੀਸ ਹੈ, ਹੈ। ਮੇਰੇ ਵੱਲ ਮਨਸੂਬ ਨਾ ਕਰੋ, ਮੈਂ ਉਹਨਾਂ ਦਾ ਫਾਲੋਅਰ ਨਹੀਂ ਹਾਂ। ਚਲੋ ਠੀਕ ਹੈ, ਮੈਂ ਕਿ ਤੁਹਾਡੇ ਹੋਰ ਵੀ ਤੇ ਹਨ ਨਾ ਜਿਹੜੇ ਬੈਠੇ ਨੇ। ਜਿਹੜਾ ਇਹਨਾਂ ਚ ਤੁਸੀਂ ਫਿਲਹਾਲ ਮੇਰੇ ਨਾਲ ਵੀ ਗੱਲ ਕਰਦੇ ਹੋ, ਮੈਂ ਉਹਨਾਂ ਦਾ ਨਹੀਂ follower ਨਹੀਂ ਮੈਂ ਹਾਂ। ਇੱਕ ਸੁਣੋ, ਜਰਮਨ ਦਾ ਲਫ਼ਜ਼ ਹੈ, ਮੇਰੇ ਮੂੰਹ ਚ ਉਹੀ ਨਿਕਲਣਾ, ਅਲਗਮਾਈਨ ਮਤਲਬ ਹੈ ਓਵਰਆਲ, ਠੀਕ ਹੈ। ਮੈਂ ਅਲਗਮਾਈਨ ਤੌਰ ਤੇ ਗੱਲ ਕਰ ਰਿਹਾ ਓਵਰਆਲ ਤੇ ਕਿ ਤੁਹਾਡੇ ਸਾਰੇ ਤੁਸੀਂ ਜੋ ਆਪਣੇ ਆਪ ਨੂੰ ਮੁਸਲਮਾਨ ਠੀਕ ਹੈ, ਅਗਰ ਮੁਸਲਮਾਨਾਂ ਨੂੰ ਆਪਣੀ ਸ਼ਰੀਅਤ ਤੇ ਇਤਨਾ ਹੀ ਮਾਣ ਹੈ, ਮੁਕੰਮਲ ਯਕੀਨ ਹੈ, ਤੇ ਉਹਦੇ ਚ ਕਿਉਂ ਨਹੀਂ ਸਾਬਤ ਕਰਦੇ ਪਏ? ਸਾਬਤ ਕਰੋ ਮੇਰੇ ਭਾਈ। ਮੈਂ ਅੱਜ ਤੁਸੀਂ ਜਿਸ ਤਰ੍ਹਾਂ ਆਰਾਮ ਨਾਲ ਗੱਲ ਕਰ ਰਹੇ ਹੋ ਨਾ, ਇਨਸ਼ਾਅੱਲਾ ਮੈਂ ਐਂਡ ਤੱਕ ਇਸੇ ਤਰ੍ਹਾਂ ਹੀ ਰਵਾਂਗਾ, ਤੁਹਾਡੇ ਨਾਲ ਕੋਈ ਲਫ਼ਜ਼ ਸਖਤ ਨਹੀਂ ਬੋਲਾਂਗਾ, ਇਹ ਮੇਰਾ ਵਾਅਦਾ ਹੈ, ਬਸ਼ਰਤੇ ਆ ਕਿ ਤੁਹਾਡੇ ਚ ਕੋਈ ਮਤਲਬ ਕਿ ਮੈਨੂੰ ਗੁੱਸਾ ਨਾ ਦਿਲਾਏ। ਤੁਸੀਂ ਗੱਲ ਹੀ ਨਹੀਂ ਕਰਨ ਦੇਣੀ, ਮੈਨੂੰ ਤਾਂ ਸ਼ੱਕ ਪੈਂਦਾ ਜਿਸ ਵੇਲੇ ਮੈਂ ਮੂੰਹ ਕੋਈ ਲਫ਼ਜ਼ ਬੋਲਣਾ ਵਾ ਤੇ ਨਾਲ ਹੀ ਤੁਸੀਂ ਮੈਨੂੰ ਰੋਕ ਦਿੰਦੇ ਹੋ। ਮੈਂ ਤੁਹਾਡੀ ਗੱਲ ਪੂਰੀ ਸੁਣ ਕੇ ਗੱਲ ਕਰਦਾ ਵਾਂ। ਮਾਜ਼ਰਤ ਹੈ, ਅਗਰ ਤੁਸੀਂ ਇਹ ਮਹਿਸੂਸ ਕਰਦੇ ਹੋ ਤਾਂ ਮਾਜ਼ਰਤ ਹੈ, ਮੈਂ ਮਾਜ਼ਰਤ ਕਰ ਲੈਣਾ। ਚਲੋ ਕਰੋ ਗੱਲ। ਪਿਛਲੀ ਤੇ ਮਾਜ਼ਰਤ ਹੋ ਗਈ, ਲੇਕਿਨ ਅੱਗੋਂ ਜਿਸ ਵੇਲੇ ਮੈਂ ਬੋਲਣਾ ਤੇ ਕਮ ਸੇ ਕਮ ਮੇਰੀ ਗੁਜ਼ਾਰਿਸ਼ ਸੁਣ ਕਰੋ ਕੇ ਜੀ, ਕਰੋ। ਮੈਂ ਕਹਿ ਰਿਹਾ ਕਿ ਮੈਂ ਨਹੀਂ ਤੁਹਾਨੂੰ ਕਰੋ। ਬਿਸਮਿਲ੍ਲਾ। ਜਦੋਂ ਮੈਂ ਗੱਲ ਕਰ ਲਵਾਂ ਤੇ ਫਿਰ ਤੁਹਾਨੂੰ ਮੈਂ ਮੌਕਾ ਦੇਵਾਂਗਾ, ਤੁਸੀਂ ਉਹਦੇ ਬਾਅਦ ਗੱਲ ਕਰ ਲੈਣਾ, ਕੋਈ ਮਸਲਾ ਨਹੀਂ ਹੈ। ਉਹ ਮੇਰੇ ਪਿਆਰੇ ਹਜ਼ੂਰ, ਬਾਤ ਕਰੋ ਵੀ ਨਾ ਹੁਣ। ਚਲੋ ਗੱਲ ਇਹ ਹੈ ਕਿ ਸਾਡੀ ਸ਼ਰੀਅਤ ਹੈ ਕੁਰਾਨ ਔਰ ਹਦੀਸ ਦੇ ਵਿੱਚੋਂ ਭਾਵੇਂ ਕੁਰਾਨ ਦੀ ਗੱਲ ਹੋਵੇ, ਕੁਰਾਨ ਦੀ ਆਇਤ ਹੋਵੇ, ਜਾਂ ਨਬੀ ਅਲੈਹਿਸਸਲਾਤੁ ਵਸਲਾਮ ਦੀ ਕੋਈ ਹਦੀਸ ਹੋਵੇ, ਉਹ ਦੋ ਹੀ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਵਾਸਤੇ ਹੁਜਤ ਨੇ, ਸਾਡੇ ਵਾਸਤੇ ਦਲੀਲ ਨੇ। ਜਿਹੜਾ ਬੰਦਾ ਉਹਨਾਂ ਚੋਂ ਕਿਸੇ ਵੀ ਇੱਕ ਚੀਜ਼ ਦਾ ਇਨਕਾਰ ਕਰੇ ਉਹ ਕਾਫਰ ਹੈ। ਇਹ ਵੇ ਸਾਡੀ ਸ਼ਰੀਅਤ। ਬੰਦਾ ਕਵੇ ਵੀ ਨਹੀਂ ਤੁਸੀਂ ਪਹਿਲਾਂ ਇਹ ਚੀਜ਼ ਪੇਸ਼ ਕਰੋ ਤੇ ਬਾਅਦ ਚ ਉਹ ਚੀਜ਼ ਪੇਸ਼ ਕਰੋ, ਜਾਂ ਇਹ ਨਹੀਂ ਮੰਨਣੀ ਤੇ ਉਹ ਮੰਨਣੀ ਹੈ, ਇੰਜ ਨਹੀਂ ਕਰਨਾ ਤੇ ਇੰਜ ਕਰਨਾ, ਇਹ ਤੇ ਤੁਹਾਡੀ ਆਪਣੀ, ਅਸੀਂ ਤੇ ਆਪਣੀ ਗੱਲ ਕਰਨੇ ਨਾ। ਸਾਡੀ ਨਜ਼ਰ ਦੇ ਵਿੱਚ ਕੁਰਾਨ ਔਰ ਹਦੀਸ ਦੋਵਾਂ ਚੋਂ ਕਿਸੇ ਵੀ ਗੱਲ ਦਾ ਇਨਕਾਰ ਕੀਤਾ ਤੇ ਕਾਫਰ ਹੋ ਜਾਓਗੇ। ਹੁਣ ਕੁਰਾਨ ਦੇ ਵਿੱਚ ਵੀ ਇਹ ਤੇ ਹਦੀਸ ਦੇ ਵਿੱਚ ਵੀ ਇਹ ਕਿ ਨਬੀ ਅਲੈਹਿਸਸਲਾਤੁ ਵਸਲਾਮ ਖਾਤਮ ਨਬੀਨ ਨੇ, ਉਹਨਾਂ ਤੋਂ ਬਾਅਦ ਜਿਹੜਾ ਨਬੂਵਤ ਦਾ ਦਾਵਾ ਕਰੇਗਾ ਉਹ ਕਜ਼ਾਬ ਔਰ ਦਜਾਲ ਹੈ। ਤੇ ਇਹ ਸਾਡੀ ਸ਼ਰੀਅਤ ਹੈ। ਜੇ ਤੁਸੀਂ ਕਿਸੇ ਨਬੀ ਪਾਕ ਤੋਂ ਬਾਅਦ ਆਉਣ ਵਾਲੇ ਮਦਈਏ ਨਬੂਵਤ ਨੂੰ ਮੰਨੋਗੇ ਤੇ ਸਾਡੀ ਨਜ਼ਰ 'ਚ ਤੇ ਤੁਸੀਂ ਕਾਫਰ ਹੋ, ਕਿਉਂਕਿ ਤੁਸੀਂ ਕੁਰਾਨ ਦਾ ਤੇ ਹਦੀਸ ਦਾ ਇਨਕਾਰ ਕਰ ਦਿੱਤਾ। ਇਹ ਹੁਣ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਜਾਂ ਤੇ ਸਾਡੇ ਨਾਲ ਮੁਤਫਿਕ ਹੋ ਜਾਓ ਤੇ ਜਾਂ ਸਾਡੇ ਤੋਂ ਅਲੱਗ ਹੋ ਜਾਓ। ਜੀ ਹਾਂਜੀ, ਤੁਹਾਡੀ ਗੱਲ ਹੋ ਗਈ ਮੁਕੰਮਲ। ਹਾਂਜੀ,
ਤੁਸੀਂ ਮੇਰਾ ਉਹੀ ਮੁਤਾਲਬਾ ਹੈ, ਉਹੀ ਮੇਰਾ ਸਵਾਲ ਰਹੇਗਾ ਕਿ ਤੁਸੀਂ ਕੁਰਾਨ ਪਾਕ ਦੀ ਵਿੱਚੋਂ ਕੋਈ ਆਇਤ ਸਾਬਤ ਕਰੋ ਕਿ ਜਿੱਥੇ ਲਿਖਿਆ ਹੋਵੇ ਕਿ ਜਿਹੜਾ ਆਖਰੀ ਨਬੀ ਨੂੰ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि ਵਸੱਲਮ ਨੂੰ ਆਖਰੀ ਨਬੀ ਨਹੀਂ ਮੰਨਦਾ, ਜਾਂ ਉਹਨਾਂ ਨੇ ਹਦੀਸ ਖੁਦ ਫਰਮਾਈ ਹੋਵੇ ਕਿ ਜਿਹੜਾ ਮੈਨੂੰ ਆਖਰੀ ਨਬੀ ਨਹੀਂ ਮੰਨਦਾ ਉਹ ਕਾਫਰ ਹੈ। ਮੈਨੂੰ ਇਹ ਸਬੂਤ ਦੇ ਦਿਓ, ਤੁਹਾਡੀ ਬੜੀ ਮਿਹਰਬਾਨੀ, ਮੇਰਾ ਤੁਹਾਡਾ ਝਗੜਾ ਖਤਮ ਹੋ ਜਾਏਗਾ। ਅੱਛਾ, ਜਿਹੜੇ ਅਲਫਾਜ਼ ਤੁਸੀਂ ਵੀ ਕਹਿੰਦੇ ਹੋ ਕਿ ਬਈ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੇ ਇਹੋ ਹੀ ਅਲਫਾਜ਼ ਹੋਣੇ ਚਾਹੀਦੇ ਨੇ, ਨਹੀਂ ਮੈਂ ਨਾਲ ਕੁਰਾਨ ਦੀ ਆਇਤ ਵੀ ਕਰ ਰਿਹਾ, ਮੈਂ ਅੱਲਾ ਦੇ ਕਲਾਮ ਦੀ ਵੀ ਗੱਲ ਕਰ ਰਿਹਾ। ਤੁਸੀਂ ਦੋਨਾਂ ਨੂੰ ਪਕੜੋ ਨਾ, ਇੱਕ ਨੂੰ ਨਾ ਪਕੜੋ। ਹਾਂ ਅੱਲਾਹ ਤਾਲਾ ਨੇ ਕਿਤੇ ਲਿਖਿਆ ਹੈ ਕਿ ਜਿਹੜਾ ਮੇਰਾ ਆਖਰੀ महबूब हज़रत मोहम्मद मुस्तफ़ा सल्लल्लाहु अलैहि वसल्लम नबी नहीं तसव्वुर करदा और फिर नबूवत मुदई नबूवत ਹੁੰਦਾ ਹੈ ਉਹ ਕਾਫਰ ਹੈਗਾ। ਇਹ ਤੁਸੀਂ ਮੈਨੂੰ ਇਹ ਅਲਫਾਜ਼ ਮੈਂ ਤੁਹਾਡੀ ਥੋੜੀ ਜਿਹੀ ਆਸਾਨੀ ਵਾਸਤੇ ਮੈਂ ਇੱਕ ਹੋਰ ਵੀ ਨਾਲ ਸ਼ਾਮਲ ਕਰ ਦਿੱਤੇ ਨੇ ਅਲਫਾਜ਼ ਕਿ ਮੁਦਈ ਨਬੂਵਤ ਜਿਹੜਾ ਕਿ ਨਬੂਵਤ हज़रत मोहम्मद मुस्तफ़ा सल्लल्लाहु अलैहि वसल्लम ਦੀ ਆਖਰੀ नबूवत नहीं मनता और फिर उतों ना मनन के बावजूद वो फिर दावा नबूवत करता है। ਇਹਦਾ ਤੁਸੀਂ ਮੈਨੂੰ ਜਵਾਬ ਦੇਣਾ ਹੈ, ਠੀਕ ਹੈ। और ਇਹਦਾ ਤੁਸੀਂ ਮੈਨੂੰ ਜਵਾਬ ਦੇਣਾ ਹੈ और जिस कुरान करीम ਦੀ आयत ਤੋਂ साबित करो, हदीस ਤੋਂ साबित करो जिथे रसूलुल्लाह सल्लल्लाहु अलैहि वसल्लम ने खुद फरमाया हुए, मेरे आका मेरी जान ने कि ਜਿਹੜਾ ਮੈਨੂੰ ਆਖਰੀ ਨਬੀ ਨਹੀਂ ਮੰਨਦਾ ਉਹ ਕਾਫਰ ਹੈ। ਇਹ ਤੁਸੀਂ ਨਬੀ ਹਦੀਸ ਦਿਖਾ ਦਿਓ ਬਸ। ਠੀਕ, ਇੱਕ ਗੱਲ ਹੈ ਤੁਹਾਡੀ ਆ ਗਈ ਹੈ, ਹੁਣ ਮੇਰੀ ਗੱਲ ਸੁਣ ਲਓ। ਕਿਆ ਤੁਸੀਂ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਤੋਂ ਬਾਅਦ ਨਬੂਵਤ ਦਾ ਦਾਵਾ ਕਰਨ ਵਾਲੇ ਨੂੰ ਕਾਫਰ ਨਹੀਂ ਮੰਨਦੇ? ਅਗਰ ਤਾਂ ਉਹਨਾਂ ਨੇ ਹਦੀਸ ਚ ਕਿਹਾ ਹੈ ਤਾਂ ਫਿਰ ਤਾਂ ਮੈਂ ਮੰਨਾਂਗਾ, ਅਗਰ ਉਹਨਾਂ ਨੇ ਨਹੀਂ ਕਿਹਾ ਤਾਂ ਮੈਂ ਨਹੀਂ ਮੰਨਾਂਗਾ। ਤੁਸੀਂ ਨਹੀਂ ਮੰਨੋਗੇ, ਇਹਦਾ ਮਤਲਬ ਹੈ ਕਿ मेरे देखो ना, मेरी एक शर्त है, अगर नबी करीम सल्लल्लाहु अलैहि वसल्लम ने खुद नहीं फरमाया, मैं तां कहन दिया, अगर उन्होंने फरमाया तुसी साबित कर दो, मैं काफिर मनांगा। ਇਸ ਤਰ੍ਹਾਂ ਦੀ ਕੋਈ ਹਦੀਸ ਨਹੀਂ ਹੈ ਜਿਹਦੇ ਚ ਇਹ ਲਿਖਿਆ ਹੋਵੇ। ਹਾਂਜੀ, ਤੇ ਇਹਦਾ ਮਤਲਬ ਹੈ ਕਿ ਤੁਸੀਂ ਫਿਰ ਤੁਹਾਡੀ ਸ਼ਰੀਅਤ ਨੂੰ ਤੁਸੀਂ ਗਲਤ ਸਮਝਿਆ ਹੈ। ਨਹੀਂ, ਮੈਂ ਕਹਿੰਦਾ ਸ਼ਰੀਅਤ ਤੁਸੀਂ ਆਪਣੇ ਕੋਲੋਂ ਬਣਾਈ ਹੈ। ਮੈਂ ਕਹਿੰਦਾ ਤੁਹਾਡੇ ਨਾਲ ਮੁਤਫਿਕ ਹੋਣ ਲੱਗਾ ਨਾ ਮੈਂ। ਮੁਸਲਮਾਨ ਕਜ਼ਾਬ ਨੂੰ ਕਾਫਰ ਤੇ ਨਹੀਂ ਨਾ ਤੁਸੀਂ ਮੰਨਦੇ ਆ? ਮੈਂ ਉਹਨੂੰ ਜਾਣਦਾ ਹੀ ਨਹੀਂ, ਮੈਂ ਉਹਦੀ ਕੋਈ ਗੱਲ ਨਹੀਂ ਕਰਾਂ। ਨਾ ਅੱਛਾ, ਮੈਂ ਜਾਣਦਾ ਹੀ ਨਹੀਂ ਭਾਈ, ਮੈਂ ਸੁਣਿਆ ਕਿ ਉਹ ਕਾਫਰ ਸੀ। ਚਲੋ ਠੀਕ ਹੈ, ਮੈਂ ਤੁਹਾਡੀ ਗੱਲ ਮੰਨ ਲੈਣਾ। ਅਗਰ ਤੁਸੀਂ ਕਹਿੰਦੇ ਕਾਫਰ ਤੇ ਮੈਂ ਮੰਨ ਲੈਣਾ, ਠੀਕ ਹੈ। ਨਹੀਂ ਮੇਰੇ ਕਹਿਣ ਤੇ ਨਹੀਂ, ਨਹੀਂ ਤੁਹਾਡੇ ਕਹਿਣ ਤੇ ਮੰਨਾਂਗਾ, ਕਿਉਂਕਿ ਮੈਂ ਤੇ ਉਹਨੂੰ, ਤੁਸੀਂ ਉਹਨੂੰ ਮੁਸਲਮਾਨ ਆਖੋ, ਤੁਸੀਂ ਆਖੋ ਨਾ ਮੈਂ ਉਹਨੂੰ ਇੱਕ ਮਿੰਟ, ਨਾ ਮੈਂ ਉਹਨੂੰ ਦੇਖਿਆ, ਨਾ ਉਹਦੇ ਬਾਰੇ ਮੈਂ ਜਾਣਦਾ ਹੀ ਨਹੀਂ ਹੈ। ਸਹੀ ਮੈਂ ਤੁਹਾਨੂੰ ਦੱਸਾਂ, ਮੈਂ ਤਾਂ ਤੁਹਾਡੇ ਕੋਲ ਸੁਣ ਕੇ ਤੁਹਾਨੂੰ ਕਾਫਰ ਕਹਾਂਗਾ। ਅੱਛਾ, ਤੁਸੀਂ ਆਪਣੇ ਤੌਰ ਤੇ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि ਵਸੱਲਮ ਤੋਂ ਬਾਅਦ ਕਿਸੇ ਮੁਦਈ ਨਬੂਵਤ ਨੂੰ ਕਾਫਰ ਨਹੀਂ ਮੰਨਦੇ? ਜਦੋਂ ਨਬੀ ਅਕਰਮ ਸੱਲੱਲਾਹੁ ਅਲੈहि ਵਸੱਲਮ ਨੇ ਨਹੀਂ ਆਖਿਆ ਤਾਂ ਮੈਂ ਕਿਉਂ ਕਾਫਰ ਮਨਾ? ਹਾਂ, ਹਲੋ ਜੀ, ਮੈਂ ਤੁਹਾਨੂੰ ਦੱਸਣਾ ਤੁਸੀਂ ਕਿਉਂ। हदीस दसो, हदीस पेश करो और कुरानी आयत भी पेश करनी है। पहले कुरान दी आयत, फिर हदीस। ਦੱਸਣ ਲੱਗਾ नहीं, कुरान दी आयत। ਹਾਂ, ਪੇਸ਼ ਤਰਜਮਾ ਕਰਨ ਲੱਗਾ ਨਾ, ਪੇਸ਼ नहीं तर्जमा में नहीं चाहिए, ਇੱਥੇ आयत पेश करो। ਮੇਰੀ ਗੱਲ ਹੋ ਲੈਂਦੇ ਵਿੱਚ ਨਾ ना मेरे भाई, ਇੱਥੇ आयत पेश करो। ਆਇਤ ਹੀ ਪੇਸ਼ ਕਰਨ ਲੱਗਾ ਨਾ, ਇੱਕ ਮਿੰਟ ਹੋ ਸਕਦਾ। ਹਾਂਜੀ, ਮੈਨੂੰ ਇੱਕ ਗੱਲ ਕਰ ਲੈਣ, ਮੇਰੀ ਗੱਲ ਦੇ ਵਿੱਚ ਨਾ ਬੋਲਿਓ। ਤੁਸੀਂ ਮਿਊਟ ਕਰ ਲਓ, ਇੱਕ 3 ਸਕਿੰਟ ਮਿਊਟ ਕਰ ਲਓ। ਸੈਯਦਨਾ व मौलाना हजरत मोहम्मद मुस्तफ़ा सल्लल्लाहु अलैहि वसल्लम खत्मुल मुरसलीन ਦੇ ਬਾਅਦ किसी दूसरे मदई नबूवत और रसालत ਨੂੰ काज़ब और काफर समझना ਇਹ ਗਲਤ ਅਕੀਦਾ ਹੈ। ਇਹ ਤੁਸੀਂ ਤਹਿਰੀਰ ਕਿਹਦੀ ਪੜ ਰਹੇ ਹੋ? ਜਿਹਦੀ ਵੀ ਹੋਵੇ, ਇੱਕ ਇੱਥੇ ਤੁਸੀਂ ਸਾਡੀ ਤਹਿਰੀਰਾਂ ਨੂੰ ਲੈ ਕੇ ਤੁਹਾਡੇ ਚ ਇੰਨੀ ਤਾਲੀਮ ਨਹੀਂ, ਤੁਹਾਡਾ ਇਲਮ ਨਹੀਂ ਹੈ ਕਿ ਸਾਡੀ ਤਹਿਰੀਰਾਂ ਜੋ ਤੁਸੀਂ ਗਲਤ ਉਹਦਾ ਤਰਜਮਾ ਕਰਕੇ ਤੇ ਸਾਨੂੰ ਨੀਚਾ ਕਰਾਉਣਾ ਚਾਹਦੇ ਹੋ। ਅਗਰ ਖੁਦਾ ਦਾ ਖੌਫ ਕਰੋ ਆਮਰ ਸਾਹਿਬ, ਖੁਦਾ ਦਾ ਖੌਫ ਕਰੋ। ਸੁਣ ਤੇ ਲੋ ਨਾ,
नहीं नहीं अगर ये- नहीं मैं अगर ये नहीं गल- सुनांगा ताड़ी ये जड़ी कुत्तों सुरों से अपना दिमाग खपाई कर रहे हो। यार तेरे आमर साहब बंदी- तुसी वादा अगर कीता अल्लाह सी अल्लाह के रसूल का आमर नाम साहब तुसी वादा कीता सी कि कोई नहीं बोलेगा ला देता मैं थले जेड़ा बोलेगा ना मैं थले ला नहीं इस शुक्रिया, नाम के लिए बहुत है जी, बहुत शुक्रिया। शुक्रिया मेरा- बहुत शुक्रिया जी तुसा हाँ ने जी। फरमाया है कि हजरत मोहम्मद सल्लल्लाहु अलैहि वसल्लम तो बाद सल्लल्लाहु अलैहि वसल्लम। किसी नबूवत और रसालत का दावा करने वाले नु तुसी काफिर नहीं समझते हत्ता कि नहीं मुसलमान दे बारे सुन के लो मेरा ये सवाल मेरी ये जवाब है कि अगर वो नहीं उन्होंने खुद नहीं किया तो मैं ता समझना अगर हाँ, हाँ। उन्होंने खुद किया तो मैं तो मनागा मैं पे कहना कि रसूल करीम सल्लल्लाहु अलैहि वसल्लम दी इस तरह दी कोई हदीस नहीं है जिदे च ये लिखिया बस होवे फिर मेरे फिर भाई नहीं फिर बनना मामला चाहिए। खत्म हो गया फिर फिर तुसी ਤੁਹਾਡੇ ਕੋਲ ਜਵਾਬ ਹੀ ਕੋਈ ਨਹੀਂ सुनो तो सही ना फिर तुसी क्यों मुसलमान नु काफिर मनदे हो ਮੈਂ ਉਹ ਮੇਰੀ ਮਰਜ਼ੀ ਹੈ ਮੈਂ ਤਾਂ ਕਿਹਾ ਤੁਹਾਡੇ ਸੁਣ ਕੇ ਮੈਂ ਕਾਫਰ ਬਣ ਗਿਆ। कि तू आ गई है ਨਹੀਂ ਮੈਂ ਕਿਹਾ ਤੁਹਾਡੀ ਗੱਲ ਸੁਣ ਕੇ ਮੈਂ ਉਹਨੂੰ ਕਾਫਰ ਕਿ ਮੈਂ ਤਾਂ ਉਹਦੇ ਬਾਰੇ ਜਾਣਦਾ ਹੀ ਨਹੀਂ तुसी नहीं ਉਹਨੂੰ ਜਾਣਦੇ ਨਾ ਮੈਂ ਨਹੀਂ ਜਾਣਦਾ ਤੁਸੀਂ ਉਹਨੂੰ ਮੁਸਲਮਾਨ ਹੀ ਮੰਨੋਗੇ ਨਾ ਨਹੀਂ ਮੈਂ ਕਿਉਂ ਮੁਸਲਮਾਨ ਮੰਨਾਂਗਾ ਉਹ ਮੁਸਲਮਾਨ ਹੀ ਹੋਇਆ ਹੀ ਮੈਂ ਨਹੀਂ ਸੀ ਦੱਸਣਾ ਕਿਉਂ? ਮੈਂ ਤੁਹਾਡੀ ਦੱਸਣਾ ਇਤਲਾਹ ਲਈ ਅਰਜ਼ ਹੈ ਮੇਰੇ ਭਾਈ ਤੁਸੀਂ ਸਾਬਤ ਕਰ ਦਿਓ ਕਿ ਮੁਸਲਮਾਨ ਕਜ਼ਾਬ ਮੁਸਲਮਾਨ ਸੀ ਸਾਬਤ ਕਰੋ ਨਹੀਂ ਜਦੋਂ ਤੁਸੀਂ ਕਿਹਾ ਕਿ ਨਹੀਂ ਨਹੀਂ ਜਿਹਨੂੰ ਨਹੀਂ 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 ਪਹਿਲੇ ਤੁਸੀਂ ਸਾਹਿਬ। ਸਾਬਤ ਕਰੋ ਕਿ ਉਹ ਮੁਸਲਮਾਨ ਸੀ ਉਹਨੇ ਕਲਮਾ ਪੜਿਆ ਸੀ ਕੀਮ ਸਾਹਿਬ ਜੇ ਤੁਸੀਂ ਮੇਰੀ ਗੱਲ ਮੇਰੇ ਮੈਨੂੰ ਭਾਈ, ਕਰਨ ਨਹੀਂ ਉਹਨੇ ਦੇਣੀ ਕਲਮਾ ਪੜ੍ਹਿਆ ਫਿਰ ਸੀ। ਤੁਸੀਂ ਗੱਲ ਜਾਰੀ ਰੱਖੋ ਮੈਂ ਮਿਊਟ ਕਰ ਲੈਣਾ ਚਲੋ नहीं नहीं मैं मेरे मुख से सवाल है कि मुसलमान कजाब ने कलमा पढ़ा सी ओदे बारे पढ़िया। साबित करो कि वो मुसलमान सी ਹਾਂ ਪੜਿਆ ਸੀ ਉਹਨੇ ਕਲਮਾ रिवायत कोई हाँ, रवायत। हदीस अगर मैं हदीस, रवायत अगर नहीं, मैं हदीस। अगर मैं सुन तो लो ना अगर मैं ये पेश कर दवां कि ਉਹਨੇ ਕਲਮਾ ਪੜਿਆ ਸੀ ਤੇ ਤੁਸੀਂ ਉਹਨੂੰ ਮੁਸਲਮਾਨ ਮੰਨੋਗੇ ਨਾ नहीं मैं फिर भी नहीं मनागा क्योंकि तुसी नहीं मान रहे ਤੁਹਾਡਾ ਦਾਵਾ ਹੈ ਕਿ ਤੁਹਾਡੀ ਤੁਸੀਂ ਸ਼ਰੀਅਤ ਮੇਰੇ ਜਿਹੜੀ ਮਰੀਦ ਹੈ ਹੋ ਇੱਕ ਤੁਸੀਂ ਮਿੰਟ ਮੇਰੀ ਇੱਕ ਰਹਿਤ ਮਿੰਟ ਚ ਹੋ ਨਹੀਂ ਮੈਂ ਦੱਸਣ ਲੱਗਾ ਨਾ ਤੁਹਾਡਾ ਦਾਵਾ ਹੈ ਕਿ ਤੁਸੀਂ ਮੁਸਲਮਾਨ ਹੋ ਇੱਕ ਮੁਸਲਮਾਨ ਜਿਹਨੇ ਕਲਮਾ ਨਹੀਂ ਪੜਿਆ ਉਹਨੂੰ ਮੁਸਲਮਾਨ ਕਹਿ ਰਿਹਾ ਹੈ ਤੇ ਮੈਂ ਤਾਂ ਫਿਰ ਤੇ ਤੁਹਾਡੀ ਗੱਲ ਹੀ ਮੰਨਾਂਗਾ ਹਾਂਜੀ ਮੈਂ ਤੁਹਾਨੂੰ ਪੁੱਛਣਾ ਤੇ ਜ਼ਰਾ ਗੌਰ ਕਰੋ ਮੇਰੀ ਗੱਲ ਤੇ ਮੈਂ ਜਿਹੜੀ ਗੱਲ ਕੀਤੀ ਇਹਦੇ ਤੇ ਗੌਰ ਕਰੋ ਮੇਰੇ ਭਾਈ ਤੁਸੀਂ ਸਾਬਤ ਨਹੀਂ ਕਰ ਸਕਦੇ ਕਿ ਉਹਨੇ ਕਲਮਾ ਪੜਿਆ ਸੀ ਜੇ ਮੈਂ ਸਾਬਤ ਕਰ ਦਿੱਤਾ ਕਿ ਉਹ ਕਲਮਾ ਪੜਦਾ ਸੀ ਮੈਂ ਹਦੀਸ ਦੀ ਰੂਹ ਚ ਸਾਬਤ ਹਦੀਸ ਹੀ ਪੇਸ਼ ਕਰਾਂਗਾ ਹਾਂ ਸਾਬਤ ਅਗਰ ਕਰੋ ਮੈਂ- ਇੱਥੇ ਲਗਾਓ ਹਦੀਸ ਅਗਰ ਮੈਂ ਹਦੀਸ ਪੇਸ਼ ਕਰ ਦਵਾਂ ਮੇਰੇ ਤੁਸੀਂ ਭਾਈ ਉਹਨੂੰ- ਇੱਥੇ ਹਦੀਸ ਲਗਾਓ ਬਾਅਦ ਚ ਦੇਖੀ ਜਾਏਗੀ ਅਗਰ ਮਗਰ ਨੂੰ ਛੱਡੋ ਹਦੀਸ ਲਗਾਓ ਬਾਅਦ ਚ ਦੇਖੀ ਜਾਏਗੀ ਅਗਰ ਕੀ ਹੁੰਦਾ ਤਾਂ ਮਗਰ ਕੀ ਹੁੰਦਾ ਉਹ ਮੈਂ ਤੁਹਾਨੂੰ ਦੱਸਾਂਗਾ ਨਹੀਂ ਇਸ ਤਰ੍ਹਾਂ ਨਾ ਗੱਲ ਕਰੋ ਕਿ ਸਾਹਿਬ ਇਸ ਤਰ੍ਹਾਂ ਤੇ ਲੜਾਈ ਹੁੰਦੀ ਹੈ ਨਾ ਜਿਸ ਨਾ ਤਰ੍ਹਾਂ ਨਾ ਤੁਸੀਂ ਨਾ, ਹੁੰਦਾ ਮੈਂ ਲੜਾਈ ਨਹੀਂ ਕਰ ਰਿਹਾ ਸੌਰੀ ਅਗਰ ਤੁਹਾਨੂੰ ਮਤਲਬ ਕਿ ਅੱਛਾ ਅਲਫਾਜ਼ ਸਖਤ ਲੱਗੇ ਨੇ ਸੌਰੀ ਲੇਕਿਨ ਮੈਂ ਅੱਜ ਮੇਰਾ ਮੂਡ ਕੋਈ ਨਹੀਂ ਹੈ ਤੁਹਾਡੇ ਨਾਲ ਕਿਸੇ ਮੈਂ ਪਿਆ ਕਹਿਣਾ ਅਮਰ ਸਾਹਿਬ ਯਕੀਨ ਕਰੋ ਮੇਰਾ ਅੱਜ ਮੂਡ ਕੋ ਨਹੀਂ ਤੇ ਤੁਸੀਂ ਐਵੇਂ ਮਤਲਬ ਕਿ ਸਮਝ ਰਹੇ ਹੋ ਕਿ ਮੈਂ ਮਤਲਬ ਕਿ ਸੱਚੀ ਗੱਲ ਕਰ ਰਿਹਾ ਤੇ ਤੁਸੀਂ ਉਹਨੂੰ ਸਮਝ ਰਹੇ ਹੋ ਕਿ ਲੜਾਈ ਕਰ ਰਹੇ ਤੁਸੀਂ ਗੱਲ ਕਰਨ ਹੀ ਨਹੀਂ ਪਏ ਦਿੰਦੇ ਮੈਨੂੰ ਤੇ ਭਾਈ ਮੇਰੇ ਮੈਂ ਤਾਂ ਹੁਣ ਤੱਕ ਕਾਫੀ ਗੱਲਾਂ ਮੈਂ ਰਿਕਾਰਡਿੰਗ ਕਰ ਰਿਹਾ ਨਾਲ ਤਾਂ ਮੈਂ ਸੁਣਾ ਜੇ ਦਿਆਂਗਾ ਰਿਕਾਰਡਿੰਗ ਕਰ ਰਹੇ ਹੋ ਤੇ ਫਿਰ ਮੈਨੂੰ ਤੁਸੀਂ ਗੱਲ ਕਿੰਨੀਆਂ- ਕਰਨ ਦਿਓ ਨਾ ਨਹੀਂ ਤੁਸੀਂ ਕਿੰਨੀਆਂ ਗੱਲਾਂ ਕੀਤੀਆਂ ਨੇ ਤੁਸੀਂ ਔਰ ਕਿੰਨੀਆਂ ਮੈਂ ਕੀਤੀਆਂ ਨੇ ਮੈਂ ਤੁਹਾਨੂੰ ਸੁਣਾ ਦਿਆਂਗਾ ਜੀ ਮੈਂ ਕਿਹਾ ਹੁਕਮ ਮੈਂ ਕਿਹਾ ਜਿਹੜਾ ਮੁਸਲਮਾ ਕਜ਼ਾਬ ਹੈ ਜੇ ਉਹਦਾ ਮੈਂ ਕਲਮਾ ਸਾਬਤ ਕਰ ਦਵਾਂ ਤੇ ਤੁਸੀਂ ਉਹਨੂੰ ਮੁਸਲਮਾਨ ਕਹੋਗੇ ਕਿ ਕਾਫਰ ਕਹੋਗੇ ਉਹਦਾ ਕਲਮਾ ਨਹੀਂ ਕਲਮਾ ਸਾਬਤ ਕਰਨਾ ਹੈ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि ਵਸੱਲਮ ਦਾ ਕਲਮਾ ਸਾਬਤ ਕਰਨਾ ਹਾਂ ਉਹੀ ਉਹ ਵੀ ਪਹਿਲਾ ਔਰ ਦੂਸਰਾ ਦੋਨੋਂ ਕਲਮੇ ਅਗਰ ਉਹਨੇ ਪੜ੍ਹੇ ਨੇ ਤੇ ਅਗਰ ਉਹਨੇ ਇਹ ਕਿਹਾ ਹੋਵੇ ਅਸ਼ਹਦੁ ਅਨ ਲਾ ਇਲਾਹਾ ਇਲੱਲਾਹ ਵਹਦਹੁ ਲਾ ਸ਼ਰੀਕ ਲਹੁ ਅਸ਼ਹਦੁ ਅੰਨ ਮੁਹੰਮਦਨ ਅਬਦੁਹੂ ਵ ਰਸੂਲੁਹੂ ਤੁਸੀਂ ਉਹਨੂੰ ਮੁਸਲਮਾਨ ਮੰਨੋਗੇ ਜਾਂ ਕਾਫਰ ਮੰਨੋਗੇ ਮੈਂ ਨਹੀਂ ਮੰਨਾਂਗਾ ਮੁਸਲਮਾਨ ਫਿਰ ਜਦੋਂ ਤੱਕ ਉਹ ਨਹੀਂ ਇਹ ਨਹੀਂ ਕਹੇਗਾ ਬਿਸਮਿल्लाह रहमान रहीम ला इलाहा इल्लल्लाह मुहम्मद रसूलुल्लाह मैं ਉਹਨੂੰ ਮੁਸਲਮਾਨ ਨਹੀਂ ਮੰਨਾਂਗਾ ਚਾਹੇ ਬਾਅਦ ਵਾਲੇ ਸਾਰੇ ਕਲਮੇ ਪੜ੍ਹ ਲਵੇ ਮੈਂ ਉਹਨੂੰ ਨਹੀਂ ਮੁਸਲਮਾਨ ਮੰਨਾਂਗਾ ਜਦੋਂ ਤੱਕ ਕਲਮਾ ਤੈयब ਨਹੀਂ ਪੜੇਗਾ ਉਹਦਾ ਸਾਬਤ ਨਹੀਂ ਕਰੋਗੇ ਮੈਂ ਉਹਨੂੰ ਮੁਸਲਮਾਨ ਨਹੀਂ ਮੰਨਾਂਗਾ ਨਮਾਜ਼ਾਂ ਜਿੰਨੀਆਂ ਮਰਜ਼ੀ ਪੜੇ ਲੱਖ ਪੜੇ ਮੈਂ ਉਹਨੂੰ ਮੁਸਲਮਾਨ ਨਹੀਂ ਸਾਬਤ ਕਰਾਂਗਾ
ਤੁਸੀਂ ਉਹਨੂੰ ਮੁਸਲਮਾਨ ਨਹੀਂ ਮੰਨੋਗੇ? ना मैं नहीं मनागा, क्योंकि एक मुसलमान जड़ा नबी दे हुंदे आखिरी नबी दे हुंदियां दावा कर रहा है, बाद विच होर गल है हुंदियां ओदा दावा कर रहा है कि मैं नबी हां, वो मुसलमान है ही नहीं। ਨਬੀ ਪਾਕ ਦੇ ਹੁੰਦਿਆਂ ਉਹ ਦਾਵਾ ਕਰ ਰਿਹਾ बिल्कुल ਤੇ ਫਿਰ ਉਹ उन्होंने ਮੁਸਲਮਾਨ नबी नहीं? करम सलम तो नबूवत तो बाद नहीं किता, उन्होंने जिंदा सी नबी पाक तो उन्हें दावा किया सी जी। ਜਿਹੜਾ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਹੁੰਦਿਆਂ ਦਾਵਾ ਕਰੇ ਉਹ ਕਾਫਰ ਹੈ, ਜਿਹੜਾ ਨਬੀ ਪਾਕ ਤੋਂ ਬਾਅਦ ਦਾਵਾ ਕਰੇ ਉਹ ਮੁਸਲਮਾਨ ਹੈ। ਚਲੋ ਆਮਰ ਸਾਹਿਬ ਤੁਹਾਨੂੰ ਗੱਲ ਦੀ ਸਮਝ ਨਾ ਆਵੇ ਤਾਂ ਫਿਰ ਤੁਸੀਂ ਇਹੋ ਜਿਹੀਆਂ ਗੱਲਾਂ ਕਰਨੀਆਂ ਨੇ। ਇੰਜ ਨਾ ਹੋਵੇ ਤਾਂ ਉਹ ਕਹਿੰਦੇ ਨੇ ਨਾ ਕੀ ਹੋਇਆ ਜੀ ਬੇਟਾ, ਪਤਾ ਨਹੀਂ ਕੀ ਹੋਇਆ, ਬੇਟਾ ਹੋਇਆ ਜਾਂ ਬੇਟੀ। ਤੁਸੀਂ ਉਹ ਗੱਲ ਨਾ ਕਰੋ, ਤੁਸੀਂ ਸਾਫ਼ ਦੱਸੋ ਕਿ ਬੇਟਾ ਹੋਇਆ, ਸਾਫ਼ ਕਹੋ ਕਿ ਬੇਟੀ ਹੋਈ, ਗੱਲ ਖਤਮ। ਤੁਸੀਂ ਇਹ ਕਿਉਂ ਕਹਿੰਦੇ ਹੋ ਕਿ ਬੇਟਾ ਹੋਇਆ ਜਾਂ ਬੇਟੀ ਹੋਈ, ਪਤਾ ਨਹੀਂ ਕੀ ਹੋਇਆ। महाराज तुसी ना हदीस चो साबित नहीं कर सके, पहले तो तुसी नबी अकरम सल्लल्लाहु अलैहि वसल्लम दी हदीस नहीं पेश कर सके कि उन्होंने क्या होए अपनी जुबान नाल कि मैं आखिरी नबी हां, जेड़ा मेरे तो बाद आने वाले नबी या मैनू आखिरी नबी नहीं मनदा वो काफिर है। ਨਹੀਂ, ਇਸ ਤਰ੍ਹਾਂ ਦੀ ਕੋਈ ਹਦੀਸ ਨਬੀ ਪਾਕ ਦੀ ਨਹੀਂ ਹੈ ਜਿਹਦੇ ਚ ਇਹ ਲਫ਼ਜ਼। ਫਿਰ ਅਮਰ ਸਾਹਿਬ ਤੁਹਾਡੀ ਬਹਿਸ ਹੀ ਖਤਮ ਹੋ ਜਾਂਦੀ ਹੈ। ਫਿਰ ਤੁਸੀਂ ਮੁਸਲਮਾਨ ਹੋ। ਤੁਹਾਡਾ ਇਲਮ ਇੱਥੇ ਹੀ ਖਤਮ ਹੋ ਜਾਂਦਾ ਹੈ, ਤੁਹਾਡੇ ਕੋਲ ਕੋਈ ਸਬੂਤ ਨਹੀਂ ਹੈ। ਮੈਂ ਪਿਆ ਕਹਿੰਦਾ ਫਿਰ ਤੁਸੀਂ ਮੁਸਲਮਾਨ ਹੋ, ਮੁਸਲਮਾਨ ਮੰਨ ਲਓ ਨਾ ਇਸ ਤਰ੍ਹਾਂ ਦੀ। ਮੁਸਲਮਾਨ ਜਾਏ ਜਹੰਨਮ ਚ, ਮੈਂ ਉਹਦੀ ਗੱਲ ਹੀ ਨਹੀਂ ਕਰ ਰਿਹਾ। ਤੁਸੀਂ ਉਹਨੂੰ ਇਹਦਾ ਮਤਲਬ ਤੁਸੀਂ ਉਹਨੂੰ ਮੰਨਦੇ ਉਹਨੂੰ ਹੋ, ਕਾਫਰ ਮੰਨਦੇ ਹੋ ਜਾਂ ਮੁਸਲਮਾਨ? ਨਹੀਂ ਤੁਸੀਂ ਮੰਨਦੇ ਹੋ, ਤੁਸੀਂ ਕੀ ਮੰਨਦੇ ਹੋ? ਮੈਂ ਤਾਂ ਉਹਨੂੰ ਕਾਫਰ ਮੰਨਣਾ। ਕਾਫਰ ਕਿਉਂ ਮੰਨਦੇ ਹੋ? ਸਬੂਤ ਦਿਓ। ਮੈਂ ਪਿਆ ਦੱਸਣਾ ਨਾ ਨਬੀ ਨਹੀਂ ਪਾਕ ਤੋਂ ਸਬੂਤ ਦਿਓ ਬਾਅਦ। ਨਾ। ਸੁਣ ਤੇ ਲੋ ਨਾ, ਸਬੂਤ ਦੇਣ ਲੱਗਾ ਜੀ, ਬੋਲਣ ਦਿਓ ਤੇ ਤਾਂ ਨਾ। ਹਾਂਜੀ ਹਾਂਜੀ ਜਿੰਨੇ ਵੀ ਨਬੀ ਪਾਕ ਤੋਂ ਬਾਅਦ ਨਬੂਵਤ ਦਾ ਦਾਵਾ ਕੀਤਾ ਮੈਂ ਉਹਨਾਂ ਨਹੀਂ, ਸਾਰਿਆਂ ਇਹ ਸਬੂਤ ਨਹੀਂ ਹੈ, ਇਹ ਸਬੂਤ ਨਹੀਂ ਹੈ। ਉਹਦਾ ਕਲਮਾ ਸਾਬਤ ਕਰੋ ਕਿ ਉਹਨੇ ਕਲਮਾ ਪੜਿਆ ਹੈ ਤੇ ਉਹ ਮੁਸਲਮਾਨ ਸੀ ਤੇ ਉਹ ਕਾਫਰ ਹੋਇਆ ਬਾਅਦ ਵਿੱਚ। ਇਹ ਸਾਬਤ ਕਰੋ, ਪਹਿਲੇ ਉਹਦਾ ਸਾਬਤ ਕਰੋ ਕਿ ਉਹ ਮੁਸਲਮਾਨ ਸੀ, ਬਾਅਦ ਚ ਸਾਬਤ ਕਰਨਾ ਕਿ ਉਹ ਕਾਫਰ ਹੈ। ਠੀਕ ਹੈ, ਪਹਿਲੇ ਸਾਬਤ ਕਰੋ। ਬਈ ਇੰਨੀਆਂ ਤੁਹਾਡੀਆਂ ਜਿਹੜੀਆਂ ਨੇ ਨਾ ਫਰਮਾਇਸ਼ਾਂ ਉਹ ਮੈਂ ਨਹੀਂ ਪੂਰੀਆਂ ਕਰ ਸਕਦਾ। ਅਮਾ ਸਾਬਤ ਤੁਸੀਂ ਫਿਰ ਆਲਮ ਕਾਦੇ ਬਣੇ? ਤੁਹਾਨੂੰ ਲਾਮਾ ਕਹਿਣ ਦੇ ਨੇ ਸਾਰੀ ਦੁਨੀਆ, ਤੁਸੀਂ ਲਾਮਾ ਕਾਦੇ ਹੋ ਜਦੋਂ ਤੁਹਾਨੂੰ ਸ਼ਰੀਅਤ, ਤੁਹਾਡੀ ਸ਼ਰੀਅਤ ਦਾ ਹੀ ਨਹੀਂ ਪਤਾ, ਕੁਰਾਨ ਦਾ ਨਹੀਂ ਪਤਾ, ਕੁਰਾਨ ਪਾਕ ਅੱਲਾਹ ਤਾਲਾ ਦੇ ਕਲਾਮ ਦਾ ਹੀ ਨਹੀਂ ਪਤਾ। ਨਾ ਤੁਸੀਂ ਕਲਾਮ ਪੜਿਆ ਹੈ, ਨਾ ਤੁਹਾਨੂੰ ਪਤਾ ਹੈ, ਨਾ ਤੁਹਾਨੂੰ ਹਦੀਸ ਦਾ ਇਲਮ ਹੈ, ਤੇ ਫਿਰ ਤੁਸੀਂ ਉਲਾਮਾ ਕਦੇ ਬਣ ਗਏ? ਮੈਨੂੰ ਇਹ ਦੱਸੋ। ਕੀਮ ਸਾਹਿਬ ਸਾਰੇ ਤੁਹਾਡੇ ਸਾਰੇ ਦੋਸਤ ਸੁਣ ਰਹੇ ਨੇ, ਅਗਰ ਮੇਰੀ ਕੋਈ ਗੁਸਾਖੀ ਉਹਨੇ ਤੁਹਾਡੇ ਅੱਗੇ ਕੀਤੀ ਹੈ ਤਾਂ ਮੈਂ ਇਹਨਾਂ ਸਾਰਿਆਂ ਕੋਲ ਫਿਰ ਵੀ ਮਾਜ਼ਰਤ ਕਰਾਂਗਾ। ਲੇਕਿਨ ਇਹ ਕਿ ਤੁਸੀਂ ਸਾਬਤ ਨਹੀਂ ਕਰ ਪਾ ਰਹੇ ਕਿ ਬਈ ਉਹ ਨਬੀ ਅਕਰਮ ਸੱਲੱਲਾਹੁ ਅਲੈहि ਵਸੱਲਮ ਦੀ ਕੋਈ ਐਸੀ ਹਦੀਸ ਹੈ, ਤੁਸੀਂ ਉਹਨੂੰ ਮੰਨਿਆ, ਬਾਰ-ਬਾਰ ਮੰਨ ਰਹੇ ਹੋ ਕਿ ਨਹੀਂ ਹੈ, ਤੇ ਫਿਰ ਤੁਹਾਡੀ ਸ਼ਰੀਅਤ ਤੁਸੀਂ ਗਲਤ ਪੇਸ਼ ਕਰ ਰਹੇ ਹੋ। ਫਿਰ ਤੁਹਾਡੇ ਕੁਰਾਨ ਦਾ ਤੁਹਾਨੂੰ ਸਮਝ ਨਹੀਂ ਹੈ। ਕੁਰਾਨ ਦੀ, ਕੁਰਾਨ ਚ ਕੋਈ ਨਹੀਂ ਲਿਖਿਆ ਕਿ ਜਿਹੜਾ ਨਬੀ ਅਕਰਮ ਸੱਲੱਲਾਹੁ ਅਲੈहि ਵਸੱਲਮ ਨੂੰ ਆਖਰੀ ਨਬੀ ਨਹੀਂ ਮੰਨਦਾ ਉਹ ਕਾਫਰ ਹੈ, ਜਾਂ ਉਹਦੇ ਬਾਅਦ ਨਬੂਵਤ ਦਾ ਦਾਵਾ ਕਰਦਾ ਉਹ ਕਾਫਰ ਹੈ। ਕੋਈ ਕੁਰਾਨ ਚ ਨਹੀਂ ਲਿਖਿਆ। ਸਭ ਤੋਂ ਪਹਿਲੇ ਮੇਰੀ ਆਖਰੀ ਦਰਖਾਸਤ ਹੈ, ਅਗਰ ਤੁਸੀਂ ਇਹਦਾ ਜਵਾਬ ਦੇ ਦਿਓ ਤਾਂ ਤੁਹਾਡੀ ਬੜੀ ਮਿਹਰਬਾਨੀ। ਇਸ ਤੋਂ ਅੱਗੇ ਗੱਲ ਕੋਈ ਜੇ ਵਧਣੀ ਕੋਈ, ਮੈਂ ਹੋਰ ਕੋਈ ਗੱਲ ਨਹੀਂ ਕਰਨੀ। ਇਹ ਨਾ ਹੋਵੇ ਕਿ ਤੁਸੀਂ ਮੁਸਲਮਾਨ ਕਜ਼ਾਬ ਵਾਲੇ ਪਾਸੇ ਟੁਰ ਰਹੇ ਹੋ, ਫਿਰ ਹਜ਼ਰਤ ਮਸੀਹ ਮੌਲਾ ਸਲਾਮ ਦੇ ਵਾਲੇ ਪਾਸੇ ਟੁਰ ਪਓ, ਫਿਰ ਕਿਸੇ ਹੋਰ ਵਾਲੇ ਪਾਸੇ ਟੁਰ ਪਓ, ਫਿਰ ਅਹਿਮਦ ਰਜ਼ਾ ਬਰੇਲਵੀ ਸਾਹਿਬ ਵਾਲੇ ਪਾਸੇ ਟੁਰ ਪਓ, ਫਿਰ ਤੁਹਾਡੇ ਹੋਰ ਕਿਹੜੇ ਅਕਾਬਰੀਨ ਨੇ, ਤੁਸੀਂ ਸਾਰਿਆਂ ਨਾਲ ਟੁਰ ਪਓ। ਇਹ ਨਹੀਂ, ਮੈਂ ਤੁਹਾਨੂੰ ਇੱਥੇ ਹੀ ਰੱਖਣਾ। ਤੁਸੀਂ ਮੈਨੂੰ ਹਦੀਸ ਔਰ ਕੁਰਾਨ ਦੀ ਆਇਤ ਪੇਸ਼ ਕਰ ਦਿਓ ਜਿਹਦੇ ਚ ਹੋਵੇ ਅੱਲਾ ਨੇ ਕਿਹਾ ਹੋਵੇ ਕਿ ਜਿਹੜਾ ਮੇਰੇ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि ਵਸੱਲਮ ਨੂੰ ਆਖਰੀ ਨਬੀ ਨਹੀਂ ਮੰਨਦਾ ਜਾਂ ਉਹਦੇ ਬਾਅਦ ਨਬੂਵਤ ਦਾਵਾ ਕਰਦਾ ਉਹ ਕਾਫਰ ਹੈ। ਸਾਬਤ ਕਰ ਦਿਓ, ਮੈਂ ਵੀ ਮੰਨ ਲਾਂਗਾ। ਅਗਰ ਤੁਸੀਂ ਸਾਬਤ ਕਰੋ, ਮੈਂ ਕਸਮ ਖਾ ਕੇ ਮੈਂ ਤੁਹਾਡੀ ਗੱਲ ਮੰਨਾਂਗਾ। ਅਗਰ ਤੁਸੀਂ ਕੁਰਾਨ ਚ ਸਾਬਤ ਕਰੋਗੇ, ਅਗਰ ਤੁਸੀਂ ਹਦੀਸ ਚ ਸਾਬਤ ਕਰੋਗੇ ਤੇ ਮੈਂ ਬਸ ਇੰਨਾ ਹੀ ਕਹਿਣਾ। ਅੱਗੇ ਤੁਸੀਂ ਹੁਣ ਤੁਹਾਡੀ ਮਰਜ਼ੀ, ਜੋ ਮਰਜ਼ੀ ਕਹੋ, ਲੇਕਿਨ ਸਿਰਫ ਔਰ ਸਿਰਫ
ਇਸੇ ਗੱਲ ਤੇ ਰਹਿਣਾ ਕਿ ਉਹ ਇੱਧਰ ਉੱਧਰ ਸ਼ਾਇ ਆਏ ਬਾਏ ਸ਼ਾਇ ਨਹੀਂ ਹੋਣਾ, ਸਿਰਫ ਇਸੇ ਗੱਲ ਤੇ। ਕੀਮ ਸਾਹਿਬ ਤੁਸੀਂ ਗੱਲ ਇਕੱਲੇ ਹੀ ਕਰਦੇ ਰਹੋ, ਮੈਨੂੰ ਤੁਸੀਂ ਮੌਕਾ ਹੀ ਨਾ ਦਿਓ, ਰਹਿਣ ਦਿਓ। ਨਹੀਂ ਮੈਂ ਤਾਂ ਚੁੱਪ ਕਰ ਗਿਆ ਨਾ, ਮੈਂ ਤਾਂ ਜੇ ਨਹੀਂ ਕਰਨੀ ਸੀ ਕਰ ਕਰਦੇ ਲਈ। ਹੀ ਤਾਂ ਹੈ, ਜਿਸ ਵੇਲੇ ਮੈਂ ਬੋਲਣ ਲੱਗਣਾ ਤੁਸੀਂ ਫਿਰ ਵਿੱਚ ਬੋਲ ਪੈਂਦੇ ਹੋ। ਨਹੀਂ ਮੈਂ ਨਹੀਂ ਬੋਲਾਂਗਾ ਹੁਣ। ਅਗਰ ਨਹੀਂ ਬੋਲੋਗੇ ਤੇ ਮੇਰੀ ਸਿਰਫ ਇੰਨੀ ਗੱਲ ਦਾ ਜਵਾਬ ਦੇ ਦਿਓ ਕਿ ਤੁਸੀਂ ਮੁਸਲਮਾਨ ਕਜ਼ਾਬ ਨੂੰ ਮੁਸਲਮਾਨ ਮੰਨਦੇ ਹੋ ਜਾਂ ਕਾਫਰ ਮੰਨਦੇ ਹੋ। ਮੈਂ ਉਹਨੂੰ ਇਨਸਾਨ ਹੀ ਨਹੀਂ ਮੰਨਦਾ। ਚਲੋ ਗੱਲ ਮੁੱਕੀ। ਉਹਦੀ ਵਜ੍ਹਾ ਬਿਆਨ ਕਰੋ। ਇਸ ਹਸਤੇ ਤੇ ਮੈਂ ਉਹਨੂੰ ਵੇਖਿਆ ਹੀ ਨਹੀਂ। ਇਹ ਹੁਣੇ ਤੇ ਤੁਸੀਂ ਆਖਿਆ ਉਹਨੇ ਨਬੀ ਪਾਕ ਦੇ ਦੌਰ 'ਚ ਦਾਵਾ ਕੀਤਾ ਨਬੂਵਤ ਦਾ। ਉਹ ਤਾਂ ਤੁਹਾਡੀ ਜ਼ੁਬਾਨੀ ਹੈ, ਤੁਹਾਡੀ ਸ਼ਰੀਅਤ ਦੇ ਮੁਤਾਬਕ ਹੈ। ਇਹ ਮੇਰੇ ਕੋਲ ਕੁਝ ਕੀ ਆਖਿਆ ਜੇ? ਨਹੀਂ ਤੁਹਾਡੀ ਸ਼ਰੀਅਤ ਦੇ ਮੁਤਾਬਕ ਹੈ। ਉਹ ਮੇਰੇ ਭਾਈ ਤੁਸੀਂ ਕੀ ਸਮਝਿਓ? ਮੈਂ ਤੁਹਾਡੀ ਗੱਲ ਹੀ ਤੁਹਾਨੂੰ ਕਰ ਰਿਹਾ, ਸੁਣਾ ਰਿਹਾ। ਮੈਂ ਅੱਗੇ ਕਿਹਾ ਮੈਂ ਉਹਨੂੰ ਨਾ ਜਾਣਨਾ, ਮੈਂ ਨਾ ਉਹਦੇ ਬਾਰੇ ਕੁਝ ਕਹਾਂਗਾ। ਤੁਸੀਂ ਮੈਨੂੰ ਮਜਬੂਰ ਕੀਤਾ ਕਿ ਮੈਂ ਤੁਹਾਡੀ ਗੱਲਾਂ ਹੀ ਤੁਹਾਨੂੰ ਤੁਹਾਡੇ ਸਾਹਮਣੇ ਕਰਾਂ, ਤੇ ਮੈਂ ਹੁਣ ਕਰ ਰਿਹਾ। ਹੁਣ ਤੁਸੀਂ ਪਿਛਾਂ ਕਿਉਂ ਹਟਦੇ ਹੋ? ਤੁਸੀਂ ਕਹਿੰਦੇ ਹੋ ਮੁਸਲਮਾਨ ਕਜ਼ਾਬ ਕਾਫਰ ਸੀ, ਕਾਫਰ ਸੀ, ਕਾਫਰ। ਕਿਉਂ ਕਹਿੰਦੇ ਹੋ ਕਾਫਰ ਉਹਨੂੰ? ਔਰ ਅਗਰ ਤੁਸੀਂ ਉਹਨੂੰ ਕਾਫਰ ਕਹਿੰਦੇ ਹੋ ਸਬੂਤ ਦਿਓ। ਮੈਂ ਤਾਂ ਉਹਨੂੰ ਇਨਸਾਨ ਹੀ ਨਹੀਂ ਸਮਝਦਾ, ਕਿਉਂਕਿ ਮੈਂ ਉਹਨੂੰ ਦੇਖਿਆ ਹੀ ਨਹੀਂ। ਉਹਦਾ ਕੋਈ ਨਾ ਕੁਰਾਨ 'ਚ ਜ਼ਿਕਰ ਹੈ, ਨਾ ਅੱਲਾਹ ਤਾਲਾ ਦੀ ਤਰਫੋਂ ਉਹਨੂੰ ਕੋਈ ਇਲਹਾਮ ਹੋਇਆ, ਨਾ ਕੋਈ ਉਹਨੇ ਆਪਣੀ ਵਹੀ ਜ਼ਾਹਿਰ ਕੀਤੀ। ਮੈਂ ਤਾਂ ਉਹਨੂੰ ਮੰਨਦਾ ਹੀ ਨਹੀਂ। ਚਲੋ ਕੋਈ ਸੱਚੀ ਖਾਬ ਹੀ ਆ ਜਾਂਦੀ ਉਦੋਂ, ਇਸ ਵਾਸਤੇ ਮੈਂ ਤੇ ਉਹਦੇ ਵਜੂਦ ਨੂੰ ਤਸਲੀਮ ਨਹੀਂ ਕਰ ਰਿਹਾ। ਤੁਸੀਂ ਕਰ ਰਹੇ ਹੋ। ਮੁਸਲਮਾਨ ਕਜ਼ਾਬ ਨਾਂ ਦਾ ਬੰਦਾ ਕੋਈ ਹੋਇਆ ਹੀ ਨਹੀਂ ਦੁਨੀਆ ਦੇ ਉੱਤੇ, ਤੁਸੀਂ ਇਹ ਕਹਿ ਰਹੇ ਹੋ। ਉਹ ਬਈ ਜਿਸ ਰੰਗ ਨਾਲ ਤੁਸੀਂ ਪੇਸ਼ ਕਰ ਰਹੇ ਹੋ ਉਸ ਰੰਗ ਨਾਲ ਨਹੀਂ ਹੋਇਆ। ਇਨਸਾਨ ਕਿਸ ਰੰਗ 'ਚ ਹੋਇਆ? ਤੁਸੀਂ ਕਹਿ ਰਹੇ ਹੋ ਕਿ ਜੀ ਉਹਨੇ ਮਤਲਬ ਕਿ ਦਾਵਾ ਕੀਤਾ ਸੀ ਨਬੂਵਤ ਦਾ, ਝੂਠਾ ਦਾਵਾ ਕੀਤਾ ਸੀ। ਤੁਹਾਡੇ ਕੋਲ ਕੋਈ ਸਬੂਤ ਨਹੀਂ ਹੈ ਕਿ ਉਹਨੇ ਦਾਵਾ ਕੀਤਾ ਹੈ? ਕੋਈ ਸਬੂਤ ਨਹੀਂ ਹੈ। ਤੁਹਾਡੇ ਕੋਲ ਕੀ ਸਬੂਤ ਹੈ ਉਹਨੇ ਕੀ ਕੀਤਾ ਹੈ? ਉਹ ਬਾਦਸ਼ਾਹ ਮੈਂ ਤਾਂ ਗੱਲ ਹੀ ਨਹੀਂ ਕੀਤੀ ਉਹਦੇ ਬਾਰੇ, ਨਾ ਮੈਂ ਕਰਨਾ ਚਾਹੁੰਦਾ ਉਹਦੇ ਬਾਰੇ। ਤੁਸੀਂ ਕਰ ਰਹੇ ਹੋ ਨਾ। ਮੈਂ ਤਾਂ ਆਪਣੇ ਪਿਆਰੇ ਆਕਾ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਗੱਲ ਕਰਨਾ ਚਾਹੁੰਦਾ। ਤੁਹਾਡੀ ਤੁਸੀਂ ਜਿਹੜੀ ਗੱਲ ਕੀਤੀ ਸ਼ਰੀਅਤ, ਮੈਂ ਤਾਂ ਤੁਹਾਡੀ ਸ਼ਰੀਅਤ ਦੇ ਬਾਰੇ ਗੱਲ ਕਰਨਾ ਚਾਹੁੰਦਾ। ਤੁਸੀਂ ਮੁਸਲਮਾਨ ਕਜ਼ਾਬ ਵਾਲੇ ਪਾਸੇ ਟੁਰ ਪਿਓ। ਮੈਨੂੰ ਕੀ ਪਤਾ ਕੌਣ ਸੀ ਉਹ? ਹੋ ਸਕਦਾ ਕੋਈ ਖੋਤਾ ਹੋਵੇ, ਜਾਨਵਰ ਹੋਵੇ, ਸੂਰ ਹੋਵੇ, ਮੈਨੂੰ ਕੀ ਪਤਾ। ਠੀਕ ਹੈ, ਮੈਂ ਨਹੀਂ ਉਹਦੇ ਪਾਸੇ ਗਿਆ, ਤੁਸੀਂ ਜਾ ਰਹੇ ਹੋ। ਤੇ ਇਹਦਾ ਮਤਲਬ ਤੁਸੀਂ ਜਾ ਰਹੇ ਹੋ ਤਾਂ ਤੁਸੀਂ ਹੀ ਉਹਦੀ ਤਸ਼ਰੀਹ ਕਰੋ, ਮੈਂ ਨਹੀਂ ਕਰਾਂਗਾ। ਮੈਂ ਉਹਦਾ ਜਵਾਬ ਨਹੀਂ ਦੇਣ। ਅੱਛਾ, ਤੁਸੀਂ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ ਨਬੂਵਤ ਦਾ ਦਾਅਵਾ ਕਰਨ ਵਾਲੇ ਨੂੰ ਕੀ ਸਮਝਦੇ ਹੋ? ਦੇਖੋ ਫਿਰ ਉਹੀ ਗੱਲ, ਉਹਨਾਂ ਤੋਂ ਬਾਅਦ ਖੁਲਫਾ ਜਿਹੜੇ ਆਏ ਨੇ, ਖੁਲਫਾ ਰਾਸ਼ਿਦੀਨ, ਹਜ਼ਰਤ ਮੈਂ ਮੁਦਈਆ ਨੇ ਨਬੂਵਤ ਦਾ ਪੁੱਛਿਆ, ਖਲੀਫਾ ਦਾ। ਉਹ ਮੁਦਈਆ ਨੇ ਨਬੂਵਤ ਦਾ ਤੁਹਾਨੂੰ ਪਤਾ ਹੀ ਕਿ ਨਬੂਵਤ ਹੈ ਕੀ ਚੀਜ਼। ਮੈਂ ਪਹਿਲੇ ਤੁਹਾਨੂੰ ਨਬੂਵਤ ਦੇ ਬਾਰੇ ਦੱਸਾਂਗਾ ਕਿ ਨਬੂਵਤ ਹੈ ਕੀ ਚੀਜ਼। ਸੁਣੋ, ਨਬੂਵਤ ਕੀ ਹੈ? नबूवत एक मर्तबा है अल्लाह ताला दी तरफों, रसूल एक मर्तबा है, वली एक मर्तबा है। ठीक है, ਇਹ ਜਿਹੜੇ ਮਰਤਬੇ ਨੇ ਇਹਨਾਂ ਨੂੰ ਤੁਸੀਂ ਇਨਸਾਨ ਦੇ ਵਿੱਚ ਮਿਕਸ ਨਾ ਕਰੋ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਇੱਕ ਇਨਸਾਨ ਸੀ, ਹਜ਼ਰਤ ਈਸਾ ਇੱਕ ਇਨਸਾਨ ਸੀ, ਹਜ਼ਰਤ मूसा ਸਾਰੇ ਇੱਕ ਇਨਸਾਨ ਸੀ। ਨਬੀ ਵੀ ਸੀ, ਇਨਸਾਨ ਪਹਿਲੇ ਸੀ, ਬਾਅਦ ਚ ਨਬੀ ਬਣੇ ਨੇ। ਨਬੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਹਿੰਦੇ ਹੋ ਖਤਮੇ ਨਬੂਵਤ, ਖਤਮੇ ਨਬੂਵਤ ਦਾ ਮਾਨੀ ਤੁਹਾਨੂੰ ਪਤਾ ਹੀ ਨਹੀਂ ਹੈ। ਠੀਕ ਹੈ, ਠੀਕ ਹੈ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਨਬੂਵਤ ਨੂੰ ਤੁਸੀਂ ਖਤਮ ਕਰ ਰਹੇ ਹੋ, ਖੁਦ ਉਹਨਾਂ ਦੀ ਸ਼ਰੀਅਤ ਨੂੰ ਖਤਮ ਕਰ ਰਹੇ ਹੋ। ਸ਼ਰੀਅਤ ਜਿਹੜੀ ਹੈ ਉਹ ਹੈ, ਉਹੀ ਨਬੂਵਤ ਹੈ, ਉਹੀ ਸ਼ਰੀਅਤ ਹੈ। ਤੁਸੀਂ ਉਹਨਾਂ ਦੀ ਸ਼ਰੀਅਤ ਨੂੰ ਖਤਮ ਕਰ ਦਿੱਤਾ। ਆ ਤੁਹਾਡੇ ਹੁਣ ਤੁਸੀਂ ਬਰਾੜ ਤੇ ਜਾਓ, ਈਸਾਈਆਂ ਦੀ ਬਰਾੜ ਤੇ, ਖੁਦਾ ਦੀ ਕਸਮ ਮੈਂ ਉਹਨਾਂ ਮੈਨੂੰ ਹੁਣ ਸਾਹ ਲੈ ਲਓ, ਮੈਨੂੰ ਵੀ ਗੱਲ ਅੱਛਾ ਠਹਿਰੋ ਸਾਹਿਬ, ਮੈਂ ਬੜਾ ਕੋਈ ਮਸਲਾ ਨਹੀਂ, ਮੈਂ ਕਰ ਸਕਣਾ ਗੱਲ। ਨਹੀਂ, ਮੈਨੂੰ ਕੋਈ ਨਹੀਂ, ਉਹਨਾਂ ਨਾਲ ਜਿਨ੍ਹਾਂ ਦੀ ਤੁਸੀਂ ਗੱਲ ਕਰਨੀ, ਮੈਨੂੰ ਉਹਨਾਂ ਨਾਲ ਕੋਈ ਤਾਂ ਮੈਨੂੰ ਫਿਰ ਮੈਂ ਤੁਹਾਨੂੰ ਇਹ ਦੱਸਾਂਗਾ, ਮੈਨੂੰ ਵੀ ਕੋਈ ਮੁਸਲਮਾਨ ਕਜ਼ਾਬ ਨਾਲ ਮੈਨੂੰ ਵੀ ਕੋਈ। ਅੱਛਾ ਤੁਸੀਂ ਉਹਦੀ ਗੱਲ ਕਿਉਂ? ਮੇਰੀ ਸ਼ਰੀਅਤ ਸੁਣੋ, ਮੇਰੀ ਸ਼ਰੀਅਤ। ਨਹੀਂ, ਤੁਸੀਂ ਮੁਸਲਮਾਨ ਕਜ਼ਾਬ ਦੀ ਗੱਲ ਕੀਤੀ ਕਿਉਂ ਕੀਤੀ? ਤੁਹਾਨੂੰ ਹੁਣ ਮੈਨੂੰ ਗੱਲ ਕਰਨ ਦੇਣੀ ਜੇ ਜਾਂ ਨਹੀਂ ਕਰਨ ਦੇਣੀ? ਉਹ ਬਾਦਸ਼ਾਹ ਮੈਂ ਕਹਿੰਦਾ ਤੁਸੀਂ ਮੁਸਲਮਾਨ ਕਜ਼ਾਬ ਦੀ ਗੱਲ ਵਿੱਚ ਲਿਆਉਂਦੀ ਕਿਉਂ? ਚੁੱਪ ਕਰੋ, ਮੈਂ ਤੁਹਾਨੂੰ ਆਪਣੀ ਸ਼ਰੀਅਤ ਬਿਆਨ ਕਰਨ ਲੱਗਾ। ਤੁਸੀਂ ਨਹੀਂ, ਸ਼ਰੀਅਤ ਨਹੀਂ ਬਿਆਨ ਕਰੋ, ਪਹਿਲੇ ਉਹ ਮੁਸਲਮਾਨ ਕਜ਼ਾਬ ਦਾ ਮਸਲਾ ਖਤਮ ਕਰੋ, ਫਿਰ ਸ਼ਰੀਅਤ ਸ਼ੁਰੂ ਕਰਾਂਗੇ। ਤੁਸੀਂ ਮੁਸਲਮਾਨ ਕਜ਼ਾਬ ਨੂੰ ਕੀ ਸਮਝਦੇ ਹੋ? ਹਾਂ, ਤੁਸੀਂ ਉਹਨੂੰ ਵਿੱਚ ਲਿਆਂਦਾ ਕਿਉਂ ਹੈ?
ਮੈਂ ਤੁਹਾਨੂੰ ਪੁੱਛਿਆ ਕਿ ਨਬੀ ਪਾਕ ਤੋਂ ਬਾਅਦ ਜਿੱਥੇ- ਜਿਹੜਾ ਨਬੂਵਤ ਦਾ ਦੇਖੋ, ਦਾਵਾ ਜਿੱਥੇ ਕਰੇ ਨਬੀ- ਉਹ ਭਾਈ ਜੀ, ਜਿੱਥੇ ਨਬੀ ਅਕਰਮ ਸੱਲੱਲਾਹੁ ਅਲੈहि ਵਸੱਲਮ ਦਾ ਜ਼ਿਕਰ ਹੋਵੇ ਉੱਥੇ ਸ਼ੈਤਾਨ ਦਾ ਜ਼ਿਕਰ ਤੁਸੀਂ ਜ਼ਰੂਰੀ ਕਰਨਾ। ਹਾਂ ਨਾਲੇ ਤੁਸੀਂ ਕਹਿੰਦੇ ਹੋ ਤੁਹਾਡੀ ਸ਼ਰੀਅਤ ਹੈ, ਤੁਹਾਡੀ ਸ਼ਰੀਅਤ ਇਹ ਕਹਿੰਦੀ ਹੈ ਬਿਲਕੁਲ ਕਰਨਾ ਹੈ, ਕਿਉਂਕਿ ਜਦ ਤੱਕ ਸ਼ੈਤਾਨ ਦਾ ਰੱਦ ਨਾ ਹੋਵੇ ਉੱਥੇ ਰੱਦ ਨਾ ਹੋਵੇ। ਇਹਦਾ ਮਤਲਬ ਹੈ ਕਿ ਤੁਹਾਨੂੰ ਆਪਣੀ ਸ਼ਰੀਅਤ ਕਾਮਲ ਤੁਹਾਡੀ ਸ਼ਰੀਅਤ ਨਹੀਂ ਹੈ, ਕਾਮਲ ਨਹੀਂ ਹੈ, ਤੁਸੀਂ ਆਪਣੀ ਸ਼ਰੀਅਤ ਨੂੰ ਕਾਮਲ ਕਰੋ। ਅੱਛਾ ਹੁਣ ਸੁਣੋ, ਹਾਂਜੀ ਸੁਣਾਓ। ਸਾਡੀ ਸ਼ਰੀਅਤ ਸੁਣੋ। ਅੱਲਾਹ ਦੇ ਨਬੀ ਨੇ ਫਰਮਾਇਆ ਹੈ व इन्नहु सयकून फी उम्मती कज़्ज़ाबून सलासून कुल्लुहुम यज़मु अन्नहु नबी व अना खातमुन नबिय्यीन ला नबी अबादी। ਇਹਦਾ ਤਰਜਮਾ ਤਾਂ ਨਹੀਂ ਆਉਂਦਾ ਤੇ ਮੈਂ ਤਾਂ ਬਈ ਬਿਆਨ ਇਹ ਕਿਨੇ ਹਦੀਸ ਹੈ ਨਬੀ ਅਕਰਮ ਸੱਲੱਲਾਹੁ ਅਲੈहि ਵਸੱਲਮ ਦੀ? ਤਾਂ ਹੀ ਮੈਂ ਆਖਿਆ ਨਾ ਕਿ ਨਾ ਤੁਹਾਨੂੰ ਪਤਾ ਹੈ ਕਿ ਨਹੀਂ ਹਦੀਸ ਹੈ। ਪਹਿਲੇ ਮੈਨੂੰ ਦੱਸੋ ਹਦੀਸ ਹੈ ਜਾਂ ਆਇਤ ਹੈ ਕੁਰਾਨ ਦੀ? ਹਦੀਸ ਹਦੀਸ ਹੈ। ਅੱਛਾ ਇਹਦਾ ਹੁਣ ਤਰਜਮਾ ਵੀ ਕਰੋ, ਕਰ ਦਿਓ ਮਿਹਰਬਾਨੀ ਤਾਂ ਹੀ ਮੈਨੂੰ ਪਤਾ ਤੁਹਾਨੂੰ ਨਾ ਤਰਜਮਾ ਆਉਂਦਾ ਨਾ ਤੁਹਾਨੂੰ ਹੈ। ਨਹੀਂ ਮੈਨੂੰ ਆਵੇ ਜਾਂ ਨਾ ਆਵੇ ਇਹ ਤਾਂ ਕਹਿਣ ਦੀ ਲੋੜ ਕੋਈ ਨਹੀਂ ਹੈਗੀ। ਅੱਛਾ, ਤੁਸੀਂ ਸੁਣੋ। ਅਗਰ ਤੁਹਾਨੂੰ ਆਉਂਦਾ ਤੁਸੀਂ ਕਰੋ। व इन्नहु सयकून फी उम्मती मेरी उम्मत दे विच बेशक मेरी उम्मत दे विच कज़्ज़ाबून सलासून। ਤਰਜਮਾ ਗਲਤ ਕਰ ਰਹੇ ਹੋ ਤੁਸੀਂ। फिर दसो वा इन्ना वा मैंने होता है और ना हो ही पहना ना और बेशक मेरी उम्मत में देखा ਤੁਸੀਂ और नहीं बोलिया ना। अच्छा हाँ जी। इन्नहु मैं रिकॉर्डिंग करती है। हाँ ठीक है करो ਤੁਹਾਨੂੰ ਸੁਣਾ ਦਾਂਗਾ। ठीक ਤੁਸੀਂ ਗਲਤ ਤਰਜਮਾ ठीक हो गया वाह मिस हो गया माजरत चलना। ਮਿਸ ਨਹੀਂ ਇਹਦੇ ਚ ਮਾਜ਼ਰਤ ਕੋਈ ਨਹੀਂ ਹੈ। अच्छा ਜਿਸ ਵੇਲੇ ਤੁਸੀਂ ਮੁਸਲਮਾਨ ਕਜ਼ਾਬ ਨੂੰ ਲਿਆਂਦਾ ਇਹਦੇ ਚ अच्छा हम ਮਾਜ਼ਰਤ गल ਨਹੀਂ। करन ते दियो ना छाड़ दो ਨਹੀਂ ਨਹੀਂ ਇਹ ਤੁਸੀਂ ਮੁਸਲਮਾਨ ਕਜ਼ਾਬ ਨੂੰ ਲਿਆਂਦਾ ਇਹਦੇ ਚ ਮਾਜ਼ਰਤ ਨਹੀਂ ਤੁਹਾਡੀ। ਅੱਛਾ, ਇਹਦਾ ਮਤਲਬ ਤੁਹਾਨੂੰ ਨਾ ਹਦੀਸ ਸੁਣੋ। ਪੜ੍ਹਨੀ ਆਉਂਦੀ ਹੈ ਨਾ ਕੁਰਾਨ ਪੜ੍ਹਨਾ ठीक ਆਉਂਦਾ ਹੈ। ठीक वइन्नहु सयकून फी उम्मती कज़्ज़ाबून सलासून। हाँ जी। और बेशक मेरी उम्मत विच बेशक गलत है लफज केड़े अरबी लफज दा बेशक है। वह इन्ना मैंने होता मैं इन्नहु दा मैंने आंदा बेशक नहीं बेशक मैं। ओ कीम साहब हाँ जी हाँ जी बेशक- ਤੁਸੀਂ ਤਰਜਮਾ बेशक ਮੈਨੂੰ ਕਹਿ ਰਹੇ ਸੀ ਨਾ ਤਰਜਮਾ ਮੈਨੂੰ ਨਹੀਂ ਆਉਂਦਾ। इन्नहु ਤੁਸੀਂ दा मैंने ਗਲਤ बेशक ਕਰ ਰਹੇ मैं ਹੋ। आंदा ओ मेरे भाई इन्ना अना मैं इन्ना अना हम नहनु हम ओ हेलो जी ओ हेलो कीम साहब ਤੁਸੀਂ- इन्ना विच ते अना विच ਜ਼ਮੀਨ ਸਮਾਨ ਦਾ ਫਰਕ ਹੈ। ਤੁਸੀਂ ਮੇਰੀ ਗੱਲ ਮੈਨੂੰ ਕਰ ਲੈਣ ਦਿਓ ਉਹਦੇ ਬਾਅਦ ਤੁਸੀਂ ਕਰ ਲਿਆ ਜੇ ਤੁਸੀਂ चलो ठीक है जी करो जी करो जी। فإنه سيكون في أمتي كذابون सलासून। और बेशक मेरी उम्मत विच 30 कज़ाब पैदा होंगे। कज़ाबून हुंदे ने कज़ाब दी जमा है झूठे, सलासून हुंदे ने 30। कुल्लुहुम यज़मु अन्नहु नबी सारे दावा करनगे कि वो नबी ने। कुल्लुहुम सारे दे सारे यज़मु दावा करन दे अन्नहु नबी कि वो सारे नबी ने। हाँ आगे अना खातमन नबिय्यीन अना खातमन नबिय्यीन मैं खातमन नबिय्यीन ला नबी आबादी। खातम नबीयीन दा मतलब ये नहीं है कि मैं खातम नबीयीन हां। अना भाई कीम साहब विच ना बोलो गल दे मैनू गल पूरी नहीं ਤੁਸੀਂ ਤਰਜਮਾ ਗਲਤ ਕਰ ਰਹੇ ਹੋ ਨਾ। ਮੈਂ ਜਿਹੜਾ ਤੁਹਾਡੀ ਜਿਹੜਾ ਦੁਰਸਤੀ ਗਲਤ ਮੈਂ ਕਰ ਰਿਹਾ। ਕਰਾਂਗਾ ਤੁਸੀਂ ਆਪਣੇ ਟਾਈਮ ਤੇ ਦੱਸ ਦੇਣਾ ਵੀ अना खत्म नबीयीन मैं तमाम नबियों की मोहर हूं। समझाई? सुन तो लो ना सुन तो लो। हाँ जी अना खत्म नबीयीन मैं तमाम नबियों की, एक नबी की नहीं बात कर रहे वो नबी की जमा है नबीयीन। खातमन नबिय्यीन दा मैंने क्या हुंदा है? खातम नबीयीन के मैं तमाम नबियों की मोहर हूं। नबियों ਨੂੰ खत्म करने वाला नहीं हुंदा? नहीं खत्म करने वाला नहीं ओ, अजीब इंसान है। हजरत मूसा ਨੂੰ खत्म करता है। खत्म करने वाला हुंदा है। हजरत मूसा दी शरीयत ਨੂੰ खत्म ਕੀਤਾ है। खातमन नबिय्यीन दा मैंने हजरत ईसा खत्म करने वाला हुंदा है। नहीं ਤੁਸੀਂ ਇਹ ਦੱਸੋ हजरत इब्राहिम ਨੂੰ खत्म करता ਉਹਨਾਂ ਨੇ? ਤੁਸੀਂ ਇਹ ਗਲਤ ਮੰਨਦੇ ਹੋ ਮੈਂ ਨਾ खत्म करने वाला गलत नहीं है ਤੁਸੀਂ ਗਲਤ। ਉਹਨਾਂ ਨੇ ਇਹ ਦਾ ਮਤਲਬ ਕਿ ਮੋਹਰ ਹੈ। ਮੋਹਰ ਦਾ ਮਤਲਬ ਹੁੰਦਾ ਹੈ ਕਿਸੇ ਕਮਿਸ਼ਨਰ ਦੀ ਮੋਹਰ ਲੱਗਦੀ ਹੈ ਕਿ ਇਹਨੂੰ ਇਜਾਜ਼ਤ ਠੀਕ ਹੈ, ਜਿੱਥੇ ਠੀਕ। ਮਰਜ਼ੀ ਜਾਏ। ਤੁਸੀਂ ਇਹ ਕਹਿੰਦੇ ਹੋ ਕਿ ਜੇ ਮੈਂ ਖਾਤਮਨ ਨਬੀयीन ओ मेरे भाई। है ਤੇ ਗਲਤ ਕੀਤਾ ਹੈ ਨਬੀਆਂ को खत्म बिल्कुल बिल्कुल गलत ਕੀਤਾ है। ਲਓ ਜੀ
ਮਿਊਟ ਲਓ ਜੀ, ਮੈਨੂੰ ਵੱਡੀ ਸਕਰੀਨ ਤੇ ਕਰਨਾ ਜੀ, ਮੈਂ ਬਹਾਨਾ ਜੀ ਦਾ ਸਹੀ ਮੈਂ ਨਹੀਂ ਤੁਸੀਂ ਆਪਣੀ ਹੁਣ ਸੁਣੋ ਤਾਂ ਸਹੀ ਨਾ, ਮੈਂ ਕਿਸੇ ਦੀ ਗੱਲ ਤੁਹਾਨੂੰ ਨਹੀਂ ਕਰਨੀ, ਨਾ ਕਿਸੇ ਦੀ ਗੱਲ ਨਹੀਂ ਕਰਨੀ, ਖਾਸ ਤੌਰ ਤੇ ਹਜ਼ਰਤ ਮਸੀਹ ਮੌਲਾ ਸਲਾਮ ਦੀ ਗੱਲ ਨਹੀਂ ਕਰਨੀ। ਇਹ ਗਲਤ ਲਿਖਿਆ ਤਰਜਮਾ, ਤੁਸੀਂ ਸਾਡੀ ਤਹਿਰੀਰ ਚੋਂ ਕਿਉਂ ਸਾਡਾ ਗਲਤ ਲਿਖਿਆ ਸਾਡੀ ਤਹਿਰੀਰ ਮੈਂ ਚੋਂ ਕੀ ਲਿਖਿਆ? ਨਹੀਂ, ਸਾਡੀ ਤਹਿਰੀਰ ਚੋਂ ਲੈ ਕੇ ਤੁਹਾਨੂੰ ਸਮਝ ਨਹੀਂ ਤੁਹਾਡੀ ਆਉਂਦੀ, ਤਹਿਰੀਰ ਚੋਂ ਪੇਸ਼ ਕਰਨਾ, लेकिन ਤੁਹਾਨੂੰ ਸਮਝ ਨਹੀਂ ਆਉਂਦੀ ਨਾ, ਤੁਹਾਨੂੰ ਸਮਝਾਉਣ ਵਾਸਤੇ ਖਤਮ ਕਰਨੇ ਵਾਲਾ ਨਬੀਓं का हजरत मिर्जा साहब ਦੀ ਤਹਿਰੀਰ ਦੀ ਤੁਹਾਨੂੰ ਸਮਝ ਨਹੀਂ ਆ ਰਹੀ। ਇਹ ਦੱਸੋ ਇਹਦਾ ਕੀ ਮਤਲਬ ਹੈ? ਖਤਮ ਕਰਨੇ ਵਾਲਾ ਨਬੀਆਂ ਦੀ ਸਮਝਾਓ ਜ਼ਰਾ ਕੀ ਮੈਨਾਂ। ਨਬੀਆਂ ਨੂੰ ਖਤਮ ਕੋਈ ਅੱਲਾ ਨੇ ਪੈਦਾ ਕਿਉਂ ਕੀਤੇ? ਜਦੋਂ ਉਹਨੂੰ ਖਤਮ ਹੀ ਹੋਣਾ ਸੀ, ਹਾਂ, तो ਉਹਨਾਂ ਨੂੰ ਨਬੀ ਕਰਮ ਸੱਲੱਲਾਹੁ ਕਿਸ ਤਰ੍ਹਾਂ ਖਤਮ ਕਰ ਸਕਦੇ ਨੇ? ਪੁੱਛੋ ਨਾ ਮਿਰਜ਼ਾ ਸਾਹਿਬ ਨੂੰ। ਨਹੀਂ ਮਿਰਜ਼ਾ ਸਾਹਿਬ, ਤੁਸੀਂ ਗਲਤ ਸਮਝ ਰਹੇ ਹੋ ਨਾ। ਇਹ ਗਲਤ ਹੈ ਤੇ ਇਹਨਾਂ ਨੂੰ ਪੁੱਛੋ ਵੀ ਖਤਮ ਕਿਸ ਤਰ੍ਹਾਂ ਕਰ ਸਕਦੇ ਨੇ? ਥੱਲੇ ਪੜੋ। अल्लाह ने नबी कल्ले ने खत्म किस तरह कर सकने हैं तुसी? खत्म करने वाला नबियों का क्या खत्म करने वाला? उनके ऊपर मोहर है। खत्म मतलब खत्म नहीं है जो तुसी समझ रहे हो, उनकी मोहर है नबी अकरम सल्लल्लाहु अलैहि वसल्लम। नबी अकरम से भाई देखो, अगर नबी अकरम सल्लल्लाहु अलैहि वसल्लम ने ये नहीं कहा है कि खातुम नबीयीन, ਤੁਹਾਨੂੰ ਕਿਤੋਂ ਪਤਾ ਲੱਗਾ ਕਿ ਪਹਿਲੇ ਵੀ ਨਬੀ ਹੋਏ ਨੇ? ਦੱਸੋ ਮੈਨੂੰ। ਤੁਸੀਂ ਨਬੀ ਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਰੀਏ ਤੁਹਾਨੂੰ ਪਤਾ ਲੱਗਾ ਨਾ, ਕੁਰਾਨ ਦੇ ਜ਼ਰੀਏ ਪਤਾ ਲੱਗਾ ਨਾ ਕਿ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੋਂ ਪਹਿਲੇ ਨਬੀ ਹੋਏ ਨੇ। ਤੇ ਜਦੋਂ मैं क्या ए मैंने गलत कीते है खत्म करने वाला नबियों का? ਉਹ ਭਾਈ ਤੁਹਾਨੂੰ ਸਮਝ ਗਲਤ ਆ ਰਹੀ ਹੈ। समझाओ ना जरा था मैंने। तो मैं समझा ते रहा, मोहर है ऐसे खत्म करने वाला, यानी कि मोहर लगाने वाला। खत्म करने वाला यानी के मोहर लगाने वाला की मतलब? कि उनके ऊपर मोहर है कि मैं आखिरी नबी हूं। नबी पाक नु आखिरी नबी मान गए हो? तो मैं तो शुरू ही मान रहा, हजरत मसीह अलैहिस्सलाम भी मानते ने, असि तो सारी जमात ही मानती है आखिरी नबी पाक तो बाद नबी कोई नहीं आ सकता? आखिरी नबी होर चीज है, आना होर चीज है। क्यों अकल काम नहीं कर रही? आखिरी भी नहीं तो उन्होंने बाद भी क्यों बंदे पुट्ठे सीधे करने ने अलामा और ठहरो भाई, दूजे ना बोलो। आखिरी दा मैं अच्छा ਇਹ ਮੈਨੂੰ ਦੱਸੋ, ਮਿਊਟ ਲਾ ਕੇ ਵੀ ਕਰ ਲਈਦਾ ਯੂਸੀ ਸਾਹਿਬ, ਕੋਈ ਕੰਮ ਮਿਊਟ ਲਾ, ਅਸੀਂ ਵੀ ਤੇ ਕਰਨ ਦੇ ਆ ਉਦੋਂ ਦੀ। खातम आखिरी नबी। ਅੱਛਾ ਜੇ ਤੇ ਹੁਣ ਅਮਰ ਸਾਹਿਬ ਜੇ ਤੇ ਇਹਨਾਂ ਦੇ ਚਵਲਾਂ ਵਿੱਚ ਮਾਰਨੀਆਂ ਨੇ, ਫਿਰ ਮੇਰਾ ਖਿਆਲ ਹੈ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈ। ਲੋਕਾਂ ਕੋਲ ਕੰਟਰੋਲ ਨਹੀਂ ਨਾ ਹੋ ਰਿਹਾ ਸਾ। ਨਹੀਂ ਤੂੰ ਕੰਟਰੋਲ ਕਰਦਾ। ਇਹ ਮੈਨੂੰ ਦੱਸੋ, ਇੱਕ ਮੁਲਕ ਦਾ ਲੀਡਰ ਕਾਇਦੇ ਆਜ਼ਮ ਕਿਆ ਆਖਰੀ ਸੀ? ਉਸ ਤੋਂ ਬਾਅਦ ਕੋਈ ਲੀਡਰ ਨਹੀਂ ਹੋਇਆ? ਯਾਰ ਕੈਸੀ ਗੱਲਾਂ ਕਰਦੇ ਹੋ? ਨਬੀ ਅਕਰਮ ਸੱਲੱਲਾਹੁ ਤੋਂ ਬਾਅਦ ਕੋਈ ਜਿਹੜੇ ਪਹਿਲੇ ਨਬੀ ਨੇ, ਹਜ਼ਰਤ ਈਸਾ ਨੂੰ ਵੀ ਆਖਰੀ ਨਬੀ ਕਿਹਾ ਗਿਆ। ਉਹਨਾਂ ਨੂੰ ਕਿਉਂ ਕਿਹਾ ਗਿਆ? ਬਨੀ ਇਸਰਾਈਲ ਕੌਮ ਦੇ। ਸੁਣੋ ਮੈਂ ਦੱਸਣਾ ਨਾ, ਸੁਣੋ। ਉਹਨਾਂ ਨੂੰ ਕਿਹਾ ਬਨੀ ਇਸਰਾਈਲ ਕੌਮ ਦਾ ਆਖਰੀ ਨਬੀ ਹੈ। ਕਿੱਥੇ ਲਿਖਿਆ ਹੈ? ਉਸ ਤੋਂ ਬਾਅਦ ਕਿਉਂ ਨਹੀਂ ਹੋਇਆ ਬਨੀ ਇਸਰਾਈਲ ਦੇ ਵਿੱਚ? ਕਿੱਥੇ ਲਿਖਿਆ ਬਨੀ ਇਸਰਾਈਲ ਕੌਮ ਦਾ? ਔਰ ਬਈ ਹਜ਼ਰਤ ਈਸਾ ਤੋਂ ਬਾਅਦ ਕੋਈ ਨਬੀ ਹੋਇਆ ਬਨੀ ਇਸਰਾਈਲ ਦੀ ਕੌਮ? ਬਨੀ ਇਸਰਾਈਲ ਦਾ ਉਹ ਆਖਰੀ ਨਬੀ ਕਿੱਥੇ ਲਿਖਿਆ ਹੈ ਕੁਰਾਨ ਚ? ਨਹੀਂ ਹੋਇਆ ਹੈ ਕੋਈ ਤੇ ਸਾਬਤ ਕਰ ਦੋ। कोई नबी होया स्वाय हजरत मोहम्मद मुस्तफा तू, स्वाय हजरत मोहम्मद मुस्तफा सल्लल्लाहु अलैहि वसल्लम तू और हजरत ईसा के दरमियान कोई नबी होया? एक साबित कर दो। ਇਹਦਾ ਮਤਲਬ ਹੈ ਕਿ ਉਹ ਆਖਰੀ ਨਬੀ ਸਨ ਬਨੀ ਇਸਰਾਈਲ ਕੌਮ? नहीं हाँ बिल्कुल आखिरी नबी बनी इसराइल ਕੌਮ ਵਾਸਤੇ ਆਖਰੀ ਸਨ ਨਾ? नहीं कौम वास्ते नहीं, उस कौम ਦੇ ਵਿੱਚੋਂ ਆਖਰੀ ਨਬੀ ਸੀ। ਉਸ ਤੋਂ ਬਾਅਦ ਉਸ ਕੌਮ ਚ ਨਹੀਂ ਕਿਉਂ ਲਗਾ? ਤੇ ਨਾ ਨਹੀਂ ਹੋ ਸਕਦਾ। ਤੇ ਨਬੀ ਅਲੈਹਿਸਲਾਮ, नबी अलैहिस्सलाम ने पूरे कायनात दे ने, पूरी कायनात में याद सरदार ने, पूरी वो आखिरी हो ही नहीं सकते भाई, वो आखिरी हो ही नहीं सकते क्योंकि वो पूरे नबियों दे सरदार ने, पूरे जहान दे सरदार। ठीक है, ਤੁਹਾਡੀ ਤਬੀਅਤ ਠੀਕ ਹੈ। ਇੱਕ ਵਾਰੀ ਆਂਦੇ ਹੋ ਆਖਰੀ ਨਹੀਂ ਹੋ ਸਕਦੇ, ਇੱਕ ਵਾਰੀ ਕਹਿੰਦੇ ਅਸੀਂ ਸਾਰੇ ਉਹਨਾਂ ਨੂੰ ਆਖਰੀ ਨਬੀ ਮੰਨਦੇ ਆ। ਉਹ ਬਈ ਕਾਇਦੇ ਆਜ਼ਮ ਨੂੰ ਤੁਸੀਂ ਕਿਉਂ ਮੰਨਦੇ ਹੋ ਲੀਡਰ? ਅਜੇ ਤੱਕ ਤੁਸੀਂ ਲੀਡਰ ਨੂੰ ਮੰਨਦੇ ਚਲੋ, ਉਹ ਖਤਮ ਵੀ ਹੋ ਗਿਆ। ਉਹ ਕਾਇਦੇ ਆਜ਼ਮ ਨੂੰ ਲੀਡਰ ਮੰਨਣ ਦਾ ਤੇ ਆਖਰੀ ਨਬੀ ਮੰਨਣ ਦਾ। ਉਹ ਮੇਰੇ ਭਾਈ ਇੱਕ ਮਿੰਟ, ਤੁਹਾਡੇ ਅਹਿਮਦ ਰਜ਼ਾ ਬਰੇਲਵੀ ਸਾਹਿਬ ਜਾਂ ਕੋਈ ਹੋਰ ਜਿਹੜਾ ਤੁਹਾਡਾ ਹੈ ਅਕਾਬਰ, ਉਹ ਤਾਂ ਚਲੇ ਗਏ ਦੁਨੀਆ ਤੋਂ।
क्या वो आखिरी होने तो बाद कोई नहीं होया आलम ਤੁਹਾਡਾ ਕੋਈ ਨਹੀਂ ਕਿੰਨੇ ਹੋਇਆ ਉਹਨਾਂ ਨੂੰ ਆਖਰੀ ਆਖਿਆ ਕਿ ਉਹ ਆਖਰੀ ਰਹਿਨਮਾਨ ਹੈ? ਹਾਂਜੀ ਤੇ ਇਸੇ ਤਰ੍ਹਾਂ ਤੁਸੀਂ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੂੰ ਕਿਸ ਤਰ੍ਹਾਂ ਆਖਰੀ ਕਹਿ ਸਕਦੇ ਹੋ ਇਹ ਮਿਰਜ਼ਾ ਸਾਹਿਬ ਨੇ ਕਿਹਾ, ਤੁਸੀਂ ਆਪ ਆਖਿਆ ਸੀ ਮੰਨਨੇ ਉਹਨਾਂ ਨੂੰ ਆਖਰੀ। ਇਹੀ ਤਾਂ ਮੈਂ ਉਹ ਗੱਲ ਇਹ ਹੈ ਕਿ ਉਹਨਾਂ ਦੀ ਜਿਹੜੀ ਤਸ਼ਰੀਹ ਤੁਸੀਂ ਉਹਨੂੰ ਨਹੀਂ ਸਮਝ ਰਹੇ। ਯਾਨੀ ਉਹ ਆਖਰੀ ਹੈ ਨੇ ਕਿ ਨਹੀਂ ਹੈ ਨਾ? ਉਹ ਆਖਰੀ ਦਾ ਮਤਲਬ ਕੀ? ਚਲ ਮੈਨੂੰ ਇਹ ਦੱਸੋ ਆਖਰੀ ਦਾ ਮਤਲਬ। ਮੈਂ ਮੰਨ ਲੈਣਾ ਤੁਹਾਡੀ ਗੱਲ ਆਖਰੀ ਮੰਨਾਗਾ, ਇਹਦਾ ਮਤਲਬ ਦੱਸੋ ਮੈਨੂੰ। ਆਖਰੀ ਦਾ ਮਤਲਬ ਵੀ ਦੱਸਣਾ ਹੈ ਕੋ? ਹਾਂ ਦੱਸੋ ਨਾ। ਯਾਨੀ ਇਸ ਤੋਂ ਬਾਅਦ ਆਖਰੀ ਜਿਹੜਾ ਇਸ ਤੋਂ ਬਾਅਦ ਕਿਆ ਇਨਸਾਨ ਪੈਦਾ ਹੋਣੇ ਬੰਦ ਹੋ ਗਏ ਸੀ? ਨਬੀ ਅਕਰਮ ਸੱਲੱਲਾਹੁ ਅਲੈहि ਵਸੱਲਮ ਤੋਂ ਬਾਅਦ ਕੋਈ ਇਨਸਾਨ ਹੀ ਨਹੀਂ ਹੋਇਆ। ਆਖਰੀ ਲਫ਼ਜ਼ ਦਾ ਵੀ ਮੈਂ ਪਹਿਲੇ ਮੈਨੂੰ ਦੱਸੋ ਆਖਰੀ ਕੋਈ ਉਹਨਾਂ ਤੋਂ ਬਾਅਦ ਕੋਈ ਇਨਸਾਨ ਪੈਦਾ ਨਹੀਂ ਹੋਇਆ? ਨਬੀ ਉਹਨਾਂ ਤੋਂ ਬਾਅਦ ਕੋਈ ਨਹੀਂ ਪੈਦਾ ਹੋਇਆ। ਨਬੀ ਮੈਂ ਤਾਂ ਅੱਗੇ ਦੱਸਿਆ ਕਿ ਨਬੀ ਇੱਕ ਟਾਈਟਲ ਹੈ, ਨਬੀ ਇਨਸਾਨ ਨਹੀਂ ਹੈ। ਉਹਨਾਂ ਤੋਂ ਬਾਅਦ ਨਬੀ ਪੈਦਾ ਹੁੰਦੇ ਰਹਿਣਗੇ। ਉਹ ਭਾਈ ਜੀ ਗੱਲ ਸੁਣੋ ਮੇਰੀ। ਨਬੀ ਤੁਸੀਂ ਤੇ ਪੈਦਾ ਕਰ ਹੁਣੇ ਤਾਂ ਅੱਛਾ ਤੁਹਾਡੀ ਗੱਲ ਤੂੰ ਮੈਂ ਹੁਣ ਫੜ ਲੈਣਾ। ਤੁਸੀਂ ਕਹਿ ਕਿ ਨਬੀ ਪੈਦਾ ਹੁੰਦੇ ਨੇ, ਠੀਕ ਹੈ ਨਾ? ਨਬੀ ਪੈਦਾ ਹੁੰਦਾ ਹੈ ਨਾ? ਅੱਛਾ ਗੱਲ ਸੁਣੋ। ਨਹੀਂ ਜਿੰਨੇ ਨਬੀ ਪੈਦਾ ਹੋਏ ਨੇ ਨਾ। ਸਾਹਿਬ ਮੇਰੀ ਗੱਲ ਸੁਣ ਲਓ ਨਾ। ਨਹੀਂ ਮੇਰੇ ਇੱਕ ਛੋਟੀ ਜੀ ਗੱਲ ਦਾ ਜਵਾਬ ਦੇ ਦਿਓ। ਕਿਆ ਤੁਹਾਡੇ ਮੂੰਹ ਚ ਹੁਣੇ ਹੀ ਨਿਕਲਿਆ ਹੈ ਕਿ ਨਬੀ ਪੈਦਾ ਹੁੰਦੇ ਨੇ? ਇਹਨੂੰ ਤੁਸੀਂ ਤਸਲੀਮ ਕਰ ਦਿਓ ਕਿ ਨਬੀ ਪੈਦਾ ਹੋਏ ਨੇ। ਹਾਂ ਠੀਕ ਹੈ ਨਾ? ਤੇ ਹਜ਼ਰਤ ਈਸਾ ਕਿਉਂ ਨਹੀਂ ਪੈਦਾ ਹੋ ਰਹੇ? ਹਜ਼ਰਤ ਈਸਾ ਨੇ ਤੂੰ ਕਿਉਂ ਆਣਾ ਹੈ? ਉਹਨਾਂ ਵੀ ਤਾਂ ਪੈਦਾ ਹੀ ਹੋਣਾ ਹੈ ਨਾ। ਪੈਦਾ ਹੀ ਹੋਏ ਸਨ ਉਹ ਵੀ। ਨਹੀਂ ਹੱਦ ਹੋ ਗਈ, ਪੈਦਾ ਹੋਏ ਸੀ, ਹੁਣ ਦੁਬਾਰਾ ਕਿਸ ਤਰ੍ਹਾਂ ਆ ਸਕਦੇ ਨੇ? ਜਦੋਂ ਇੱਕ ਵਾਰੀ ਪੈਦਾ ਹੋ ਗਏ, ਖਤਮ ਹੋ ਗਏ, ਚਲੇ ਗਏ, ਦੁਬਾਰਾ ਕਿਸ ਤਰ੍ਹਾਂ ਪੈਦਾ ਹੋ ਗਏ? ਕਿੱਥੇ ਚਲੇ ਗਏ ਨੇ? ਜਿੱਥੇ ਵੀ ਜਾਣਾ ਸੀ ਉਹਨਾਂ ਨੇ। ਕਿੱਥੇ ਜਾਣਾ ਸਨ? ਜਿੱਥੇ ਅੱਲਾਹ ਤਾਲਾ ਸਾਰਿਆਂ ਨੂੰ ਨਬੀ ਅਕਰਮ ਸੱਲੱਲਾਹੁ ਅਲੈहि ਵਸੱਲਮ ਨੂੰ ਲੈ ਕੇ ਗਿਆ। ਨਹੀਂ ਨਬੀ ਅਕਰਮ ਸੱਲੱਲਾਹੁ ਅਲੈहि ਵਸੱਲਮ ਤੇ ਫੌਤ ਹੋ ਗਏ ਨੇ। ਉਹ ਤਾਂ ਕਿਆ ਤੁਸੀਂ ਕੀ ਸਮਝੋ ਕਿ ਹਜ਼ਰਤ ਈਸਾ ਫੌਤ ਨਹੀਂ ਹੋਏ? ਨਹੀਂ। ਚਲੋ ਅੱਗੇ ਤੁਸੀਂ ਹਦੀਸ ਦਾ ਨਹੀਂ ਜਵਾਬ ਦੇ ਸਕੇ, ਕੁਰਾਨ ਦੀ ਆਇਤ ਨਹੀਂ ਸਾਬਤ ਕਰ ਸਕੇ, ਹੁਣ ਤੁਸੀਂ ਮੈਨੂੰ ਇਹ ਸਾਬਤ ਕਰ ਦਿਓ ਕਿ ਹਜ਼ਰਤ ਈਸਾ ਅਲੈਹਿਸਲਾਮ ਫੌਤ ਨਹੀਂ ਹੋਏ। ਸਾਬਤ ਕਰ। ਤੁਸੀਂ ਆਂਦੇ ਕਿ ਫੌਤ ਹੋ ਗਏ ਨੇ। ਨਹੀਂ ਤੁਸੀਂ ਇਨਕਾਰ ਕਰ ਰਹੇ ਹੋ। ਮੈਂ ਤਾਂ ਇਕਰਾਰ ਕਰ ਰਿਹਾ ਕਿ ਫੌਤ ਸਾਹਿਬ ਮੇਰੀ ਗੱਲ ਸੁਣ ਲਓ। ਨਹੀਂ ਮੇਰੇ ਭਾਈ ਤੁਸੀਂ ਇਨਕਾਰ ਕਰ ਰਹੇ ਹੋ ਉਹਨਾਂ ਦੀ ਫੌਤਗੀ ਦਾ। ਕੀਮ ਸਾਹਿਬ ਗੱਲ ਸੁਣੋ ਜੀ ਤੁਸੀਂ ਜਿਹੜੀ ਜ਼ੁਬਾਨ 'ਚ ਗੱਲ ਪੇ ਕਰਦੇ ਹੋ ਇਹ ਮੇਰੀ ਜ਼ੁਬਾਨ ਨਹੀਂ ਹੈ। ਜਿੱਥੇ ਆਖਰੀ ਦਾ ਮੈਨਾ ਆਖਰੀ ਨਹੀਂ, ਖਤਮ ਕਰਨ ਵਾਲੇ ਦਾ ਮੈਨਾ ਖਤਮ ਕਰਨ ਵਾਲਾ ਨਹੀਂ। ਮੇਰੇ ਭਾਈ ਸੁਣ ਤੇ ਲੋ ਨਾ। ਇਹ ਜ਼ੁਬਾਨ ਤੁਹਾਡੀ ਕੋਈ ਆਪਣੀ ਹੈ, ਸਾਡੀ ਕੋਈ ਆਪਣੀ ਜ਼ੁਬਾਨ। ਅਸੀਂ ਤਾਂ ਪੰਜਾਬੀ 'ਚ ਗੱਲ ਕਰਨੇ ਆ। ਜਦੋਂ ਲਿਖਿਆ ਹੋਵੇ ਨਾ ਖਤਮ ਕਰਨੇ ਵਾਲਾ, ਉਹਦਾ ਮੈਨਾ ਖਤਮ ਕਰਨ ਵਾਲਾ ਹੀ ਹੁੰਦਾ ਹੈ। ਆਖਰੀ ਦਾ ਮੈਨਾ ਅਸੀਂ ਆਖਰੀ ਲੈਂਦੇ ਆ। ਤੁਹਾਡੀ ਜ਼ੁਬਾਨ ਹੋ ਰਹੀ, ਮੈਂ ਤੁਹਾਡੀ ਉਸ ਬੰਦੇ ਨਾਲ ਗੱਲ ਕਰਾਨਾ ਜਿਹਦੀ ਤੁਹਾਡੇ ਵਾਲੀ ਜ਼ੁਬਾਨ ਹੈ। ਨਾ ਤੁਸੀਂ ਉਹ ਲਕੀਰ ਦੇ ਫਕੀਰ। ਫਿਰ ਮੈਂ ਤਾਂ ਹੀ ਪਿਆਨਾ ਨਾ ਤੁਹਾਡੀ ਕਿਸੇ ਐਸੇ ਬੰਦੇ ਨਾਲ ਗੱਲ ਕਰਾਨਾ। ਕੁਰਾਨ ਮਜੀਦ ਚ ਵੀ ਲਿਖਿਆ ਤੁਹਾਡੇ ਬਾਰੇ। ਆਖਰੀ ਦਾ ਮੈਨਾ कि एक मिनट मेरी आयत को वो समझते नहीं है। सुन रहे गौर से? मेरी आयत को वो नहीं समझते और सरसरी तौर पर उनका मतलब लेते हैं। ये कितने लिखे है? कुरान दी आयत है। केड़ी आयत है? सूरा अल बकरा दे विच मैनू लो जी ਇੱਥੇ 500 ਯੂਰੋ ਇਨਾਮ ਮੈਂ ਇੱਥੇ ਸਾਹਮਣੇ ਰੱਖਣਾ ਹੈ। 500 ਯੂਰੋ ਇਨਾਮ ਹੈ। ਉਹ ਆਇਤ ਜਿਹੜੀ ਤੁਸੀਂ ਆਖੀ ਹੈ ਨਾ, ਮੈਂ ਸਾਰਾ ਕੁਰਾਨ ਪੜਿਆ, ਜੱਥੂ ਤੁਹਾਨੂੰ ਪਤਾ ਲੱਗ ਜਾਏਗਾ। ਤੁਸੀਂ ਕੁਰਾਨ ਚੋਂ ਕੱਢ ਦਿਓ ਸੂਰਾ ਬਕਰਾ ਚੋਂ। ਮੈਂ ਸਾਬਤ ਕਰ ਦੇਣਾ ਕਿ ਤੁਸੀਂ ਕੁਰਾਨ ਨਹੀਂ ਪੜਿਆ। ਇੱਕ ਆਇਤ ਤੁਸੀਂ ਸੂਰਾ ਬਕਰਾ ਚੋਂ ਕੱਢ ਦਿਓ ਜਿਹੜੀ ਤੁਸੀਂ ਕਹਿਣ ਲੱਗੇ ਹੋ 500 ਯੂਰੋ ਨਾ। ਕੀਮ ਸਾਹਿਬ ਕੱਢੋ ਆਇਤ। ਕਿੰਨੇ ਨੰਬਰ ਆਇਤ ਹੈ? ਮੈਨੂੰ ਯਾਦ ਨਹੀਂ ਹੈ। ਸਭ ਨੂੰ ਅੱਗੇ ਲਾ ਕੇ ਨਸੇਗੀ ਫਿਰਦੇ ਹੋ, ਇੱਕ ਜਗ੍ਹਾ ਤੇ ਖਲੋ ਕੇ ਗੱਲ ਕਰੋ। ਹੋ ਗਿਆ ਕੰਮ। ਕਦੀ ਜਾਂਦੇ ਕਦੀ ਉਸ ਪਾਸੇ ਕਿੰਨੇ ਨੰਬਰ ਆਇਆ ਤੇ ਨਸੇ ਫਿਰਦੇ ਹੋ ਹੇਠਾਂ ਉੱਤੇ। ਕਿੰਨੇ ਨੰਬਰ ਆਇਆ ਤੇ? ਇੱਕ ਜਗ੍ਹਾ ਤੇ ਖੜੇ ਹੋ ਕੇ ਗੱਲ ਕਰੋ ਮਰਦਾ ਵਾਂਗੂ। ਜੀ ਬਿਲਕੁਲ ਗੱਲ ਸਹੀ ਕੀਤੀ ਹੈ। ਅੱਛਾ ਦੱਸੋ ਜੀ ਸੂਰਾ ਬਕਰਾ ਦੀ ਕਿੰਨੇ ਨੰਬਰ ਆਇਆ ਤੇ? ਆਮਰ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਸੂਰਾ ਬਕਰਾ ਦੀ ਕਿੰਨੇ ਨੰਬਰ ਆਇਆ ਤੇ? ਇਹ ਸਰਸਰੀ ਤੌਰ ਤੇ ਮੈਨੂੰ ਯਾਦ ਨਹੀਂ ਹੈਗੀ। ਮੈਂ ਯਾਦ ਤੁਹਾਨੂੰ ਕਰਾਉਣ ਲੱਗਾ ਯਾਦ। ਨਹੀਂ ਯਾਦ ਨਹੀਂ ਕੀ ਨੇ, ਮੈਂ ਕੱਢ ਦੇਣਾ। ਤੁਸੀਂ ਮੰਨਦੇ ਹੀ ਨਹੀਂ ਪਏ ਤਾਂ ਹੈ ਹੀ ਨਹੀਂ। ਉਹਦਾ ਲਫ਼ਜ਼ ਦੱਸ ਛੜੋ, ਮੈਂ ਕੱਢ ਦੇਣਾ ਉਹ ਲਫ਼ਜ਼ ਦਾ। ਨਹੀਂ ਤੁਸੀਂ ਮੈਨੂੰ ਯਾਦ ਕੀ ਕਰਾਣਾ, ਤੁਸੀਂ ਮੰਨਦੇ ਹੀ ਨਹੀਂ ਪਏ। ਇਹ ਆਇਤ ਤੁਸੀਂ ਕੱਢ ਦਿਓ ਸੂਰਾ ਬਕਰਾ ਜੋ 500 ਮੈਂ ਕਹਿ ਰਹਾ ਤੁਸੀਂ ਕਿਹਾ ਮੈਂ ਕੁਰਾਨ ਸਾਰਾ ਪੜਿਆ ਹੈ। ਹਾਂ ਮੈਂ ਪੜਿਆ। ਇਹ ਤੇ ਤੁਹਾਡੀ ਬੜੀ ਵੱਡੀ ਜਹਾਲਤ ਹੈਗੀ ਹੈ। ਅਲਹਮਦੁਲਿਲਾ ਮੈਂ ਜਹਾਲਤ ਨਹੀਂ ਮੈਂ ਇੱਕ ਮਹੀਨੇ ਉਹ ਸੁਣ ਲਓ। ਅੱਛਾ ਸੁਣੋ, ਕੁਰਾਨ ਦਾ ਤੁਸੀਂ ਤਰਜਮਾ ਜਾਣਦੇ ਹੋ? ਹਾਂ ਜਾਣਨਾ। अच्छा मैं एक आयत पढ़ना होता तर्जमा कर दो तुसी।
ਇਹ ਪਹਿਲਾਂ ਜਿਹੜੀ ਆਇਤ ਹੈ ਢੂੰਡ ਕੇ ਦਿਓ ਨਹੀਂ, ਨਹੀਂ, ਸੂਰਾ ਬਕਰਾ ਇਹ ਵੀ 500 ਯੂਰੋ ਨਾਲ ਨਹੀਂ, ਲਓ ਇਹ ਉਹ ਪਹਿਲਾਂ ਵੀ ਇਹ ਦਿਓ ਮੈਨੂੰ ਫਿਰ ਕਰਾਂ ਦੇ ਮੈਨੂੰ ਤਰਜਮਾ ਤੁਹਾਡੇ ਆਰਾਮ ਪੈਸੇ ਦੀ ਕੋਈ ਜ਼ਰੂਰਤ ਨਹੀਂ ਹੈ ਸੌਰੀ ਫੇਰ ਕਰਾਂ ਦੇ ਪਹਿਲਾਂ ਇਹ ਜਾਂ ਮਾਜ਼ਰਤ ਕਰ ਲਓ ਫਿਰ ਮੈਂ- ਮੈਨੂੰ ਚੈੱਕ ਕਰ ਲੈਂਦੇ ਹਾਂ ਨਹੀਂ ਮੈਂ ਜਾਂ ਉਹ ਵੀ- ਮਾਜ਼ਰਤ ਕਰ ਲਓ ਕਿ ਤੁਸੀਂ ਉਹ ਮਾਜ਼ਰਤ ਕਾਹਦੀ? ਬੋਲਿਆ ਕੁਰਾਨ ਦੇ ਉੱਤੇ ਕੁਰਾਨ ਤੇ ਸਾਹਿਬ ਲਾਨਤ ਉਹਦੇ ਤੇ ਜਿਹੜਾ ਕੁਰਾਨ ਤੇ ਉੱਤੇ ਝੂਠ ਬੋਲੇ ਜੇ ਤੁਸੀਂ ਝੂਠ ਨਹੀਂ ਬੋਲਿਆ ਤੇ ਜਿਹੜਾ ਕੁਰਾਨ ਤੇ ਜਿਹੜਾ ਕੁਰਾਨ ਤੇ ਝੂਠ ਬੋਲੇ ਉਹਦੇ ਤੇ ਲਾਨਤ ਮੇਰੇ ਸਾਹਮਣੇ ਸੂਰਾ ਬਕਰਾ ਨਹੀਂ ਜਿਹੜਾ ਕੁਰਾਨ ਤੇ ਝੂਠ ਬੋਲੇ ਉਹਦੇ ਤੇ ਲਾਨਤ ਠੀਕ ਹੈ ਤੇ 1000 ਬਾਰ ਲਾਨਤ ਤੁਸੀਂ ਨਹੀਂ ਝੂਠ ਬੋਲਿਆ ਨਹੀਂ ਮੈਂ ਨਹੀਂ ਝੂਠ ਬੋਲਿਆ ਦਿਓ ਆਇਤ ਕਿੱਥੇ ਦਿਓ ਮੈਂ ਬੋਲਿਆ ਕੀ ਹਾਂ ਇਹ ਮੈਨੂੰ ਦੱਸੋ ਤੁਸੀਂ ਆਖਿਆ ਕਿ ਸੂਰਾ ਬਕਰਾ ਦੇ ਵਿੱਚ ਆਇਤ ਹੈ ਕਿ ਇਹ ਕੁਰਾਨ ਦੀਆਂ ਆਇਤਾਂ ਦਾ ਸਰਸਰੀ ਮਹਿਨਾ ਲੈਂਦੇ ਨੇ ਇਹ ਦੱਸੋ ਕਿੱਥੇ ਆਇਤ नहीं कुरान की मेरी आयत को अल्लाह ताला ने क्या है मेरी आयत को ये समझते नहीं है हाँ जारी सरसरी सॉरी जारी मतलब लेते हैं हाँ ज़ाहिरी मतलब लेते हैं हाँ चलो बिल्कुल ज़ाहिरी वाला काट दो चलो ए काट दो 500 यूरो खरा है ਤੁਹਾਡਾ ਫੇਰ ਵੀ ਕੱਢ ਦਿਓ ਚਲੋ तुसी कुरान खोलो फिर ਇਹ ਖੁੱਲੇ ਮੇਰੇ ਸਾਹਮਣੇ ਦੱਸੋ खुला है ਇਹਦੇ ਤੇ ਲਗਾਓ ਨਾ ਇਹ ਲੋ ਜੀ ਮੈਂ ਲਗਾ ਦੇ ਲੋ ਜੀ ਮੈਨੂੰ ਵੱਡੀ ਸਕਰੀਨ ਤੇ ਕਰਨਾ ਜੀ ਮੈਂ ਲਗਾਵਾਂ ਜੀ ਇਹ ਮੇਰੇ ਕੋ ਸਾਰੀਆਂ ਆਇਤਾਂ ਸੂਰਤਾਂ ਖੁੱਲੀਆਂ ਨੇ ਤੁਸੀਂ ਸਿਰਫ ਨਾਂ ਦੱਸਣਾ ਵੀ ਫਲਾਣੀ ਸੂਰਤ ਹੈ ਤੇ ਫਲਾਣੇ ਨੰਬਰ ਹੈ ਇੱਕ ਮਿੰਟ ਉਹ ਸੂਰਜ ਨੂੰ ਛੱਡੋ ਤੁਸੀਂ ਮੈਂ ਸੂਰਾ ਬਕਰਾ ਤੋਂ ਆਖਿਆ ਜੇ ਇਹ ਲੋ ਜੀ ਸੂਰਾ ਬਕਰਾ ਖੁੱਲ ਗਈ ਜੀ सूरह अल बकरा हाँ जी, सूरह बस- अल बकरा आयत नंबर में मेरा अट्टा सट्टा मैं दसन रहा अट्टा सट्टे ना दसो अट्टा सट्टे ना अंदाजन मैं दस रहा अंदाजन दसो हाँ 20 ਤੋਂ ਬਾਅਦ 604 20 ਤੋਂ ਬਾਅਦ ਕੀ ਕਹਿੰਦੇ ਨੇ 604 नहीं ਕਿਹਾ नहीं 600 नहीं हाँ, 604 नहीं नहीं 600 तो आता ही नहीं है यार की कर दे ए 20 आ गया है 20 नंबर आए थे नहीं मैं अजय बोलिया नहीं है तू यकादुल बरक़ु यख्तफु अबसारहुम कुल्लमा ओ भाई मेरे इज़ा अज़लमा अलैहिम कामू और क्यों तुसी मतलब कि अमर साहब गलत बात ते ए 20 नंबर आखी जे ना मैं क्या कि 20 ਤੋਂ ਬਾਅਦ 20 तो बाद 21 आ गई नहीं 21 नहीं ਹੁੰਦਾ 20 ਤੋਂ ਬਾਅਦ ਆਖਰੀ ਕੁਰਾਨ ਦੀ ਆਖਰੀ ਆਇਤ ਵੀ 20 ਤੋਂ ਬਾਅਦ ਹੀ ਹੈ ਇਹ ਤੁਹਾਡਾ ਕੁਰਾਨ ਦਾ ਇਲਮ ਹੈ ਅਸਤਾਗਫਿਰullah 20 ਤੋਂ ਬਾਅਦ 21 ਨਹੀਂ ਹੁੰਦਾ ਸਿਰਫ 21 ਵੀ ਹੁੰਦਾ ਹੈ ਅੱਛਾ, ਲੇਕਿਨ ਕਿੰਨੇ ਕੁਰਾਨ ਦੀ ਨੰਬਰ ਹੈ? ਆਖਰੀ ਇੱਕ ਮਿੰਟ ਕੁਰਾਨ ਦੀ ਆਖਰੀ 20 ਤੋਂ ਬਾਅਦ ਕੁਰਾਨ ਦੀ ਆਖਰੀ ਆਇਤ ਵੀ 20 ਤੋਂ ਬਾਅਦ ਆ ਗਈ 20 ਤੋਂ ਬਾਅਦ ਕਿਹੜੀ ਆਇਤ ਹੈ ਨਹੀਂ ਹੁਣ ਤੁਸੀਂ ਇਸ ਗੱਲ ਨੂੰ ਸਮਝ ਗਏ ਹੋ ਨਾ ਕਿ ਅੱਟੇ ਸੱਟੇ ਨਾਲ ਦੱਸੋ ਨਾ ਅੱਟੇ ਸੱਟੇ ਨਾਲ ਨਹੀਂ ਅੱਟੇ ਸੱਟੇ ਮੈਂ ਤਾਂ ਕਹਿੰਦਾ 20 ਤੋਂ ਬਾਅਦ ਤੁਸੀਂ 500 ਦੇਖੋ ਯੂਰੋ ਕੱਢ ਕੇ ਤੁਹਾਡੇ ਅੱਗੇ ਤਰ੍ਹਾਂ ਫਿਰ ਦੱਸ ਲੋਗੇ और रहंद 500 तो मैं लानत भेजना ਤੁਹਾਡੇ ਤੁਸੀਂ ਕੁਰਾਨ ਤੇ ਪੈਸੇ ਝੂਠ ਬੋਲਿਆ ਫਿਰ ਕੀ ਮੈਂ ਤੁਹਾਡੇ ਪੈਸਿਆਂ ਤੇ ਲਾਨਤ ਭੇਜਣਾ ਤੇ ਫਿਰ ਤੁਸੀਂ ਝੂਠ ਬੋਲਿਆ ਮੈਂ ਕਹਾਂ ਮੈਂ ਤੁਹਾਡੇ ਪੈਸਿਆਂ ਤੇ ਲਾਨਤ ਭੇਜਣਾ ਚਲੋ ਲਾਨਤ ਭੇਜ ਲਈ ਹੁਣ ਇੱਕ ਵਾਰੀ ਭੇਜ ਲਈ ਦੋ ਵਾਰੀ ਤੇ ਕੁਰਾਨ ਤੇ ਜਿਹੜਾ ਝੂਠ ਬੋਲਦਾ ਮੈਂ ਉਹਦੇ ਤੋਂ ਵੀ ਲਾਨਤ ਭੇਜਣਾ ਇਹ ਫਿਰ ਤੁਸੀਂ ਕੁਰਾਨ ਤੇ ਝੂਠ ਨਹੀਂ ਬੋਲੇ ਮੈਂ ਕਹਾਂ ਜਿਹੜਾ ਕੁਰਾਨ ਤੇ ਝੂਠ ਬੋਲਦਾ ਮੈਂ ਉਹਦੇ ਤੋਂ ਵੀ ਲਾਨਤ ਭੇਜਣਾ ਨਹੀਂ ਬੋਲਿਆ ਤੁਸੀਂ ਮੈਂ ਨਹੀਂ ਬੋਲਿਆ ਤੇ ਦੱਸੋ ਆਇਤ ਕਿੱਥੇ ਆਇਤ ਲੱਭੋ ਤੁਸੀਂ ਜੋ ਕੁਰਾਨ ਸਾਰਾ ਪੜਿਆ ਹੈ ਸਾਰੇ ਕੁਰਾਨ 'ਚ ਆਇਤ ਕੋ ਨਹੀਂ ਹੈ ਔਰ ਨਾ ਝੂਠ ਬੋਲੋ ਇਹ ਝੂਠ ਤੁਸੀਂ ਬੋਲਣ ਰਹੇ ਹੋ ਕੁਰਾਨ ਅੱਲਾ ਦੀ ਕਸਮ ਸੁਣ ਲਓ ਕੀਮ ਸਾਹਿਬ ਅੱਲਾ ਦੀ ਕਸਮ ਆਇਤ ਕੁਰਾਨ ਵਿੱਚ ਨਹੀਂ ਹੈ ਬਸ ਅਸਤਗਫਿਰullah ਰੱਬੀ ਮਿਨ ਕੁੱਲ ਜ਼ੰਬੀ व ਤੁਸੀਂ ਆਇਤ ਕੱਢ ਦਿਓ ਮੇਰੀ ਗੱਲ ਸੁਣੋ और ना बस आमर साहब बस कर दो ਸੁਣ ਤੇ ਲੋ ਨਾ ਉਹ ਸੁਣ ਤੇ ਲੋ ਇਹ ਆਇਤ ਕੁਰਾਨ ਦੇ ਵਿੱਚ ਹਵੇ 100 ਬੰਦੇ ਦੇ ਸਾਹਮਣੇ ਮੈਂ ਮਾਫੀ ਮੰਗਾਂਗਾ 500 ਯੂਰੋ ਮੈਨੂੰ ਤੁਹਾਡੀ ਮਾਫੀ ਦੀ ਕਸਮ ਦਾ ਕਫਾਰਾ ਵੀ ਦੇਵਾਂਗਾ ਦੇਖੋ ਜਿਹੜਾ ਝੂਠਾ ਇਨਸਾਨ ਹੈ ਮੈਂ ਉਹਦੀ ਮਾਫੀ ਵੀ ਨਹੀਂ ਤਸਲੀਮ ਕਰਾਂਗਾ ਠੀਕ ਹੈ ਤੁਹਾਡੀ ਨਾ ਮੈਂ ਕਿਸੇ ਮਾਫੀ ਨੂੰ ਤਸਲੀਮ ਕਰਨਾ ਹੈ ਕਿਉਂਕਿ ਤੁਸੀਂ ਝੂਠੇ ਹੋ ਤੇ ਫਿਰ ਕੁਰਾਨ ਦੀ ਆਇਤ ਪੇਸ਼ ਕਰੋ ਨਾ ਨਹੀਂ ਤੁਸੀਂ ਲੱਭੋ ਖੁਦ ਤੁਸੀਂ ਜੋ ਕੁਰਾਨ ਸਾਰਾ ਪੜਿਆ ਮੈਂ ਤਾਂ ਸਾਰਾ ਮੈਂ ਕਹਾਂ ਅੱਛਾ ਹੁਣ ਮੈਂ ਕਹਿ ਦਵਾਂ ਮੇਰੀ ਗੱਲ ਸੁਣੋ ਮੈਂ ਕਹਿ ਦਵਾਂ ਵੀ ਕੁਰਾਨ ਦੇ ਵਿੱਚ ਲਿਖਿਆ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਝੂਠਾ ਤੁਸੀਂ ਆਖੋ ਕਿੱਥੇ ਲਿਖਿਆ ਮੈਂ ਆਖਾਂ ਤੁਸੀਂ ਆਪ ਢੂੰਡੋ ਕੁਰਾਨ 'ਚ ਇਹ ਤਰੀਕਾ ਹੁੰਦਾ ਗੱਲ ਇਹਦਾ ਮਤਲਬ ਫਿਰ ਝੂਠ ਹੀ ਬੋਲੇਗਾ ਨਾ ਤੂੰ ਇਸ ਤਰ੍ਹਾਂ ਤੁਸੀਂ ਝੂਠ ਬੋਲ ਰਹੇ ਹੋ ਇਸ ਤਰ੍ਹਾਂ ਤੁਸੀਂ ਝੂਠ ਬੋਲ ਰਹੇ ਹੋ ਕੁਰਾਨ ਦੇ ਵਿੱਚ ਉਹ ਵੀ ਮੈਂ ਕਿਸੇ ਤੁਸੀਂ ਬਿਆਨ ਕੀਤੀ ਹੈ ਤੁਸੀਂ ਅੱਗੇ ਮੁਸਲਮਾਨ ਕਜ਼ਾਬ ਵਿੱਚ ਲਿਆਂਦਾ ਉਧਰੋਂ ਤੁਸੀਂ ਕੁਰਾਨ ਦੀ ਕਿਹੜੀ ਆਇਤ ਨਹੀਂ ਉਧਰੋਂ ਸ਼ਿਕਸਤ ਖਾਦੀ ਹੈ ਉੱਥੋਂ ਵੀ ਲੋਕਾਂ ਨੇ ਸੁਣ ਲਿਆ ਪਰ ਹੁਣ ਤੁਸੀਂ ਇਸ ਗੱਲ 'ਚ ਫਸ ਗਏ ਸਾਰੀ ਦੁਨੀਆ ਨੇ ਸੁਣਿਆ ਗਲਤ ਸੁਣੋ ਨਾ ਸਾਰੀ ਦੁਨੀਆ ਨੇ ਸੁਣਿਆ ਭਾਈ ਕੀਮ ਸਾਹਿਬ ਹੁਣ ਦੁਨੀਆ ਹੋਰਾਂ ਨੂੰ ਗੱਲ ਕਰਨ ਦਈਏ ਨਾ ਗਲਤ ਸੁਣੋ ਨਾ ਕੁਰਾਨ ਪਾਕ ਤੁਹਾਡੇ ਕੋਲ ਮੇਰੀ ਗੱਲ ਸੁਣ ਲਓ ਕੀਮ ਸਾਹਿਬ ਤੁਸੀਂ ਥੱਲੇ ਬਹਿ ਜਾਓ ਕੁਰਾਨ ਦੀ ਆਇਤ ਤਲਾਸ਼ ਕਰ ਲਿਓ ਤੇ ਮੇਰੀ ਗੱਲ ਸੁਣ ਤੁਹਾਡਾ ਇਹ ਆਖਰੀ ਹਰਬਾ ਤੁਸੀਂ ਇਹ ਇਸਤੇਮਾਲ ਕਰਨਾ ਹੀ ਮੇਰੀ ਗੱਲ ਸੁਣ ਲਓ ਨਾ ਤੁਹਾਨੂੰ ਮੇਰੀ ਗੱਲ ਸੁਣ ਲਓ ਨਾ ਤੁਸੀਂ ਆਖਿਆ ਮੈਂ ਅਮਰ ਨਾਲ ਗੱਲ ਕਰਨੀ ਹੈ ਤੁਹਾਡਾ ਆਖਰੀ ਹਰਬਾ
ਦੇਖੋ 40 ਆਮਰ ਮਿੰਟ ਸਾਹਿਬ, ਦੇ ਕਰੀਬ ਅਸਾਂ ਗੱਲ ਕੀਤੀ ਏ ਤੁਹਾਡਾ ਲੋਕੀ ਆਖਰੀ ਫੈਸਲਾ ਹਰਬਾ, ਕੀਮ ਤੁਹਾਡਾ ਸਾਹਿਬ ਇਹੀ ਆਖਰੀ ਹਰਬਾ ਇਹੀ किम ਹੈ। साहब की हाल है, ठीक हो? ਆਖਰੀ ਹਰਬਾ ਹੁਣ ਕੀਮ ਸਾਹਿਬ, ਤੁਸੀਂ ਕੀਮ ਆਪਣੇ ਸਾਹਿਬ। ਮੁਸ਼ਤੰਡਿਆਂ ਨੂੰ ਪੇਸ਼ ਕਰੋਗੇ। ਕੋਈ ਬੰਦਾ ਇਹ ਨਹੀਂ ਆਂਗੇ। ਮੁਸਟੰਡਾ ਵਿੱਚ ਦਖਲ ਦੇ ਸਕਦਾ ਹੈ, ਲੇਕਿਨ ਇਹ ਤੁਸੀਂ ਕੁਰਾਨ ਦੇ ਉੱਤੇ ਤਾਂ ਝੂਠ ਫਿਰ ਤੁਸੀਂ ਬੋਲੇ। ਇੰਜ ਕਰੋ, ਨਹੀਂ ਕੁਰਾਨ ਪਾਕ ਦੀ ਇਸ ਤਰ੍ਹਾਂ ਦੀ ਕੋਈ ਆਇਤ ਨਹੀਂ ਹੈ। ਇੰਜ ਕਰੋ, ਤੁਸੀਂ ਲੱਭੋ ਕਿੱਥੋਂ ਲੱਭਾਂ ਜਦੋਂ ਹੈ ਹੀ ਨਹੀਂ? 6666 ਆਇਤਾਂ ਚ ਆਇਤ ਹੀ ਕੋਈ ਨਹੀਂ ਹੈ, ਕਿੱਥੋਂ ਲੱਭਾਂ ਮੈਂ? ਅਸਤਗਫਿਰullah। ਤੁਸੀਂ ਕੁਰਾਨ ਜੀ ਸਾਰਾ ਪੜ੍ਹ ਲਿਆ? ਪੜ੍ਹਿਆ ਸਾਰਾ ਮੈਂ। ਅੱਛਾ, ਹਾਂ। ਤੇ ਫਿਰ ਇੱਕ ਮਿੰਟ, ਇਹ ਵੀ ਆਇਤ ਤੁਸੀਂ ਕਹੋ ਇਹ ਵੀ ਆਇਤ ਨਹੀਂ ਹੈਗੀ, ਮੈਂ ਇੱਕ ਹੋਰ ਆਇਤ ਪੜਾਂਗਾ, ਤੁਸੀਂ ਕਹੋ ਉਹ ਵੀ ਨਹੀਂ ਪਹਿਲਾਂ ਹੈਗੀ। ਇਹ ਜਿਹੜੀ ਹੈ ਨਾ, ਪਹਿਲਾਂ ਇਹ ਲੱਭ ਦਿਓ, ਹੋਰ ਨਾ ਪੜੋ। ਉਹ ਮੈਂ ਕਿਉਂ ਲੱਭ ਕੇ ਦਿਆਂ ਬਈ? ਤੁਸੀਂ ਕੁਰਾਨ ਸਾਰਾ ਪੜਿਆ ਹੈ, ਤੁਸੀਂ ਕਿਉਂ ਨਹੀਂ ਲੱਭਦੇ ਖੁਦ? ਮੈਂ ਪੜਿਆ ਹੈ ਤੇ ਜੇ ਕੁਰਾਨ 'ਚ ਤੁਹਾਡੇ ਆਇਤ ਨਹੀਂ ਤੇ ਮੈਂ ਨਹੀਂ। ਫਿਰ ਕਿਸ ਤਰ੍ਹਾਂ ਲੱਭਾਂ ਉਹਦੇ ਵਿੱਚੋਂ? ਤੇ ਤੁਸੀਂ ਸਾਰਾ ਪੜਿਆ ਨਾ, ਤਾਂ ਲੱਭੋ। ਮੈਂ ਤੁਹਾਨੂੰ ਦੱਸਦਾ ਸੂਰਾ ਅਲ ਬਕਰਾ ਦੇ ਵਿੱਚ ਹੈ, ਸੂਰਾ ਅਲ ਬਕਰਾ ਦੇ ਵਿੱਚ ਆਇਤ ਵੇ ਤੇ 1000 ਯੂਰੋ ਦੇ ਦਿਆਂਗਾ, 500 ਨਹੀਂ 1000 ਦੇ ਦਿਆਂਗਾ। ਉਹ ਲੱਭੋ ਨਾ ਮੇਰੇ ਭਾਈ, ਤੁਸੀਂ ਲੱਭੋ। ਸੂਰਾ ਬਕਰਾ 'ਚੋਂ ਆਇਤ ਕੱਢ ਕੇ ਦੇ ਦਿਓ। ਮੈਂ ਕਹਿ ਰਿਹਾ ਕਿ ਮੈਂ ਪੜ੍ਹੀ ਹੈ, ਮੈਂ ਉਹਦਾ ਤਰਜਮਾ ਵੀ ਪੜਿਆ ਹੈ, ਔਰ ਤਰਜਮਾ ਉਹਨੇ ਕੀਤਾ ਹੈ ਇੱਕ ਤੁਹਾਡੇ ਆਲਮ ਨੇ, ਕਿੰਨੇ? ਪਤਾ ਨਹੀਂ, ਮੌਲਾਨਾ ਮੁਹੰਮਦ ਜੂਨਾਗੜੀ ਦਾ ਤਰਜਮਾ ਹੈ, ਠੀਕ ਹੈ। ਮੌਲਾਨਾ ਮੁਹੰਮਦ ਜੂਨਾਗੜ, ਮੇਰੀ ਗੱਲ ਸੁਣੋ, ਸੂਰਾ ਜੀ, ਜੀ। ਬਕਰਾ ਦੀਆਂ ਨੇ 286 ਆਇਤਾਂ। ਉਹ ਮੇਰੇ ਭਾਈ, ਸੁਣ ਤੇ ਲੋ ਨਾ ਕੀਮ ਸਾਹਿਬ, ਮੈਂ ਤਦਾਦ ਨੂੰ ਛੱਡੋ, ਉਹ ਗੱਲ ਤੇ ਤੁਸੀਂ ਸੁਣ ਲਓ ਨਾ, ਲੱਭੋ, ਗੱਲ ਤੇ ਲੱਭੋ ਮੈਂ ਸ਼ਾਬਾਸ਼, ਪਿਆਨਾ ਸੂਰਾ ਬਕਰਾ ਦੀਆਂ ਨੇ 286 ਆਇਤਾਂ। ਪੜੋ ਔਰ ਲੱਭੋ। ਇੱਕ ਆਇਤ ਕਰਕੇ ਚੈੱਕ ਕਰ ਲੈਨੇ ਆ, 100 ਬੰਦਾ ਬੈਠੇ ਆ। ਉਹ 100 ਬੰਦੇ ਨੂੰ ਜੇ ਆਇਤ ਕੋਈ ਵਿੱਚੋਂ ਗੱਲ ਨਹੀਂ, ਨਿਕਲ ਆਈ ਨਾ, ਮੇਰੀ ਗੱਲ 100 ਹੋਵੇ, ਮੇਰੇ ਵੱਲੋਂ 1000 ਹੋਵੇ, ਮੈਨੂੰ ਕੀਮ ਸਾਹਿਬ ਰੋਲਾ ਨਾ ਪਾਓ। ਜੇ ਇਹਨਾਂ 286 ਆਇਤਾਂ ਵਿੱਚੋਂ ਤੁਸੀਂ ਇੱਥੇ ਕੁਰਾਨ ਦੀ ਆਇਤ ਸੂਰਾ ਅਲ ਬਕਰਾ ਇੱਥੇ ਲਗਾਓ, ਉਹਦੀ ਤਲਾਵਤ ਲਗਾਓ, ਮੌਲਾਨਾ ਮੁਹੰਮਦ ਜੂਨਾਗੜੀ, ਤੇ ਤੁਹਾਨੂੰ ਸਮਝ ਆ ਜਾਏਗੀ। ਮੌਲਾਨਾ ਮੁਹੰਮਦ ਜੂਨਾਗੜੀ ਦੀ ਤਲਾਵਤ ਲਾਵਾਂ? ਉਹਨਾਂ ਦੇ ਤਰਜਮੇ ਦੀ, ਉਹ ਕਾਰੀ ਨੇ, 2 ਕਾਰੀ ਨੇ। मौलाना मोहम्मद जूनागढ़ी कौन है? ਮੌਲਾਨਾ ਮੁਹੰਮਦ ਜੂਨਾਗੜੀ ਤੁਹਾਡਾ ਹੀ ਹੈ ਕੋਈ, ਜਿਨ੍ਹਾਂ ਨੇ ਕੁਰਾਨ ਕਰੀਮ ਦਾ ਤਰਜਮਾ ਕੀਤਾ ਹੈ। ਹਾਂ ਇਹ ਸਨ। ਹਾਂਜੀ ਅੱਛਾ, ਹੁਣ ਇਸ ਤਰ੍ਹਾਂ ਕਰੋ, ਮੇਰੀ ਗੱਲ ਸੁਣੋ, ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਨਾ, ਆਸਾਨ ਤਰੀਕਾ। ਤੁਸੀਂ ਉਹ 2 ਕਾਰੀ ਨੇ ਸਾਊਦੀ ਅਰਬ ਦੇ, ਮੇਰਾ ਖਿਆਲ ਹੈ, ਉਹਨਾਂ ਨੇ ਕੁਰਾਨ ਪਾਕ ਤਲਾਵਤ ਕੀਤੀ ਹੈ ਸੂਰਾ ਅਲ ਬਕਰਾ ਦੀ ਪੂਰੀ, ਔਰ ਉਹਦਾ ਤਰਜਮਾ ਜਿਹੜਾ ਹੈ ਉਹ ਮੌਲਾਨਾ ਮੁਹੰਮਦ ਜੂਨਾਗੜੀ ਦਾ ਕਿਸੇ ਹੋਰ ਦੋਸਤ ਨੇ ਜਿਹੜਾ ਜਿਹਨੇ ਪੜਿਆ ਤਰਜਮਾ, ਮੌਲਾਨਾ ਮੁਹੰਮਦ ਜੂਨਾਗੜੀ ਸਾਹਿਬ ਲਓ ਨੇ ਜੀ, ਪੜ੍ਹਿਆ ਮੈਂ ਪੂਰੀ ਸੂਰਾ ਬਕਰਾ ਤੁਹਾਡੇ ਸਾਹਮਣੇ ਖੋਲੀ ਹੈ। ਦੱਸੋ ਜੀ ਨਹੀਂ, ਕਿਹੜੀ ਆਇਤ ਤੁਸੀਂ ਦਾ? ਤੁਸੀਂ ਉਹਨਾਂ ਦੀ ਤਲਾਵਤ ਲਗਾ ਦਿਓ ਨਾ, ਸੂਰਾ ਅਲ ਬਕਰਾ ਲਿਖੋ। ਵੱਡੀ ਸਕਰੀਨ ਤੇ ਕਰਨਾ ਮੈਨੂੰ ਜ਼ਰਾ। ਇਹ ਸਾਰੀਆਂ ਆਇਤਾਂ ਨੇ 286। ਦੱਸੋ ਜੀ ਇਹਦੇ ਚ ਕਿਹੜੀ ਆਇਤ ਦਾ ਤਰਜਮਾ ਹੈ? ਮੈਂ ਹੱਥ ਰੱਖੋ ਇਹਦੇ ਤੇ। ਮੈਂ ਕਿਉਂ ਹੱਥ ਰੱਖਾਂ? ਤੁਸੀਂ ਇਹ 286 ਆਇਤਾਂ ਤੁਹਾਡੇ ਸਾਹਮਣੇ ਸੂਰਾ ਬਕਰਾ ਦੀਆਂ ਮੈਂ ਸਾਰੀਆਂ ਇਕੱਠੀਆਂ ਖੋਲ ਦਿੱਤੀਆਂ। ਲਓ ਜੀ। ਤੁਹਾਨੂੰ ਆਇਤਾਂ ਪੜ੍ਹਨੀਆਂ ਨਹੀਂ ਆਉਂਦੀਆਂ? ਰਾਣਾ ਰਾਸ਼ਦ ਸਾਹਿਬ, ਯਾਰ ਤੁਹਾਡੇ ਸਾਹਮਣੇ ਬੰਦਾ ਕੁਰਾਨ ਤੇ ਝੂਠ ਬੋਲ ਰਿਹਾ। ਇਹ ਸਾਰੀ ਸੂਰਾ ਬਕਰਾ ਦੀ ਤੁਹਾਡੇ ਸਾਹਮਣੇ ਖੋਲ ਦਿੱਤੀ ਹੈ। ਝੂਠੇ ਤੇ ਲਾਨਤ ਮੈਂ ਪਾਉਂਦਿਆ। ਇਹਦੇ ਚ ਦੱਸੋ ਕਿਹੜੀ ਆਇਤ ਦਾ ਤਰਜਮਾ ਹੈ? ਉਹ ਭਾਈ ਮੇਰੇ, ਮੈਂ ਤੇ ਲਾਨਤ ਭੇਜਣਾ, ਤੁਸੀਂ ਕਹੋ ਝੂਠੇ ਤੇ ਲਾਨਤ। अगर आपने मुझे ਇਹ ਲੋ ਪੂਰੀਆਂ ਹੋ ਗਈਆਂ 286। ਨਹੀਂ ਆਮਰ ਸਾਹਿਬ, ਤੁਸੀਂ ਕਹੋ ਜਿਹੜਾ ਕੁਰਾਨ ਤੇ ਝੂਠ ਬੋਲਦਾ ਉਹਦੇ ਤੇ ਲਾਨਤ, ਤੁਸੀਂ ਕਹਿ ਸਕਦੇ ਹੋ। ਇੱਕ ਮਿੰਟ ਰਾਣਾ ਸਾਹਿਬ ਨੂੰ ਗੱਲ ਕਰਨ ਦਿਓ। ਰਾਣਾ ਸਾਹਿਬ ਨੂੰ ਗੱਲ ਨਹੀਂ ਰਾਣਾ ਸਾਹਿਬ ਨੂੰ ਪਹਿਲੇ ਰਾਣਾ ਸਾਹਿਬ, ਇਹ ਕੋਈ ਹੈ ਇਹੋ ਜਿਹੀ ਆਇਤ ਸੂਰਾ ਬਕਰਾ? ਉਹ ਮੇਰੇ ਭਾਈ, ਪਹਿਲੇ ਆਮਰ ਸਾਹਿਬ ਤੁਸੀਂ ਬੋਲੋ ਕਿ ਜਿਹੜਾ ਕੁਰਾਨ ਤੇ ਝੂਠ ਬੋਲਦਾ ਉਹਦੇ ਤੇ ਲਾਨਤ, 1000 ਬਾਰ ਲਾਨਤ। बोलो मैं ये कहूंगा कि जो जी जी बिल्कुल मिर्जा साहब ने जिन्हें झूठ बोले ने बेशुमार कुत्ते नु उतार दो आमर साहब। एक मिनट तुसी हुन चुप करो ते राणा राशिद साहब ने गल करो। जो पहला हिस्सा था ना, जो दावा था वो आप पेश नहीं कर सके। इंसाफ की बात ये है, कौन सा दावा किया था कि जो हजरत मोहम्मद मुस्तफा सल्लल्लाहु अलैहि वसल्लम को आखिरी, उसके बाद किसी और को नबी मानता है वो काफिर है या दज्जाल जो आप भी कहते हैं, ये आप कुरान और सुन्नत से साबित नहीं कर सके आप। वो मैंने हदीस अबू दाऊद की आपके सामने पेश की। दोबारा तो दूसरा जो इन्होंने कहा है, मेरा ख्याल है इनके मुंह से स्लिप ऑफ टंग हो गया है। अगर कोई ऐसी आयत मेरे इल्म में तो नहीं है, अगर है तो इसको ढूंढ लें, ढूंढा जा सकता है। इनके मुंह से अगर स्लिप ऑफ टंग हो गया है तो जो लफ्ज अगर आप उसको पकड़ के बात आगे करेंगे तो मेरे भाई आप जो बोल रहे हैं, आप भी अहमदी हैं, आपने कुरान मजीद पढ़ा है? पहले मुझे ये बताएं। मैंने पढ़ा तो है लेकिन मुझे मेरे इल्म में नहीं है ये वाली आयत। बस फिर आप चुप ही कर रहे हैं, मेहरबानी आपकी।
माशाल्लाह आपने बहुत अच्छा खामोश वैसे रहे, जबरदस्त आपने नहीं मुकाबला पढ़ा किया। हुआ, उनको पता है। वो- खामोश और रहे, साहब अपना- बहादुर साहब अपना- 604 आए थे बता अब रहे थे, आप मैं तो मुंह बंद सर कर लें, पकड़ बहुत के खामोश सर रहे, पकड़ आप के खामोश बैठे रहे, हैं। आप ये खामोश चुप कर रहे, दें, खामोश बहुत रहे, बेइज्जती खामोश होगी, रहे। चुप कर दें। ये चुप साहब कर दे। बहादुर साहब 604 आए थे बता रहे थे, मैं आप तो बहुत बेइज्जती सर होगी पकड़ के आपकी, बैठ गए। खामोश रहे ना, चुप कर खामोश दें, रहे। खामोश हो जाए, खामोश हो जाए ना। नहीं, इसमें बेइज्जती की बात नहीं है। आप जो ये कह रहे हो ना कि बेइज्जती उनको साहब को, मेरे एमजी दोस्त को, मैं ये बेइज्जती नहीं है। बेइज्जती तो आप लोगों की हो रही है। आप लोग ना कुरान की आयत पेश करते हैं, ना हदीस पेश करते हैं, और झूठे झूठे दावे कर रहे हो। और कुरान पे तुम कहते हो कि तशरी भाई कीम साहब मेरी आप बात अपनी सुनिए, मेरी अहमद बात साहब सुनिए। अपनी- अगर आपसे अपनी- स्लिप ऑफ टंग हो गई है आप ना, अपनी- राणा साहब ने, नहीं, मेरी बात नहीं, सुन लें आप। आप अपनी शरीयत कीम को साहब, गलत पेश कर रहे हैं। कीम साहब मेरी बात सुनिए। अगर आपके आपसे पास शरीयत कुछ भी नहीं है। सुन तो लें। अगर आपसे स्लिप ऑफ टंग हो गई है, नहीं, ये एक गलत बात उन्होंने कर दी है, तो अब उसको बात को ना लें। नहीं हुई आपसे स्लिप ऑफ टंग, नहीं, ये मैं यहाँ पे इंग्लिश ना बोलो, यहाँ पे आपसे स्लिप ऑफ टंग हो गई है, अपने ओ लफ्ज भाई वापस ले मेरे, लें, कुछ नहीं होता। आपकी अब आपकी कांपे टांग रही हैं। अब आप ना छोड़ दें, बस आपके पास कोई कीम जवाब साहब नहीं मेरी है। बात सुन ले, मेरी बात सुन। आपके पास कोई जवाब आपसे- नहीं है, कोई आपसे दलील नहीं slip है। of tongue मेरे हो भाई गई है। सारू ने ये मुनाजरा सुन लिया है। आपके ने किसी एक हदीस पेश नहीं कर सके, कुरान करीम की आयत नहीं पेश कर सके। मुसलमान कज़ाब कीम से साहब आप मेरी बात झूठे सुनो हुए। ना, एक मिनट, बहुत एक ज्यादा मिनट, आपने आप बातें मुसलमान की हैं। कज़ाब से झूठे हुए साबित। आपने मुसलमान कज़ाब अब का आप गालियां कलमा नहीं देंगे, साबित कर मेरा ख्याल है गालियां देने पे आ गए आप। नहीं, मैं गालियां नहीं दूंगा। अगर मैं आपसे मेरी बात सुने ना, मेरी बात आप सुने। मुसलमान ओ भाई, कज़ाब को, कीम आप साहब, मुसलमान कीम कज़ाब को साहब, मुसलमान नहीं साबित कर सकते। मैं बताता हूँ, मेरी बात सुन। नहीं, आप अब मुसलमान मेरी कज़ाब बात को सुन नहीं लें, मुसलमान कीम साहब आपने आपसे- मुसलमान कज़ाब को बीच में घसीटा। हकीम साहब, आपने चुप उसको करना है कि नहीं मुसलमान करना? साबित कर सके। आपके घर से गवाही आ गई है कि आपके मुंह से स्लिप ऑफ टंग हो गया है, तो आप ये माजरत- गवाही कोई नबी अकरम सल्लल्लाहु अलैहि वसल्लम की तरफ से नहीं आई गवाही। जमात अहमदिया के बंदे ने गवाही दे दी गवाही है कि अल्लाह स्लिप की ऑफ तरफ से टंग हो नहीं गया है। आई। मेरी ये बात सुने ना। वो भी मेरे जैसे दोस्त हैं। अगर आप जैसे दोस्त हैं तो वो नहीं। कह रहे हैं कि आपसे नहीं, स्लिप नहीं, ऑफ टंग हो नहीं, गया, तो नहीं, माजरत कर नहीं, लीजिए। हाँ, मुझे- ये भी ओ मेरे भाई, मैं उनकी बात को कोई ये गुस्सा नहीं बीच करूंगा। में कोई बड़ा सा मुंह बोल रहा है, प्लीज चुप करवाएं। भाई अहमद साहब, ये भी का अहमद मतलब साहब, तो यही मैं- होता है ना कि हुआ अहमद है। साहब, मैं अपने दोस्त अहमदी भाई की बात पे मुझे कोई गुस्सा नहीं है। एक बात, क्योंकि वो बात को मैं समझाऊं, आप नहीं समझ सके, ठीक है। मेरी- उन्होंने जो अब मेरी- किया है ना, उन्होंने बात की है, वो किसी और रंग में की है। किस आपको रंग नहीं में समझ किया? आ सकती। किस रंग में किया? अब आपको मैं ही बताऊं, जब आप बात को समझे नहीं उनकी बात को, जब आप हजरत मसीह अलैहिस्सलाम की बात को नहीं लानत तो समझे। लाल है। ना और उसको बात ले ओए, सलाम बोलें, जो कुत्ती के बात हम बच्चे, करें, जो हम बात इसको करें। नीचे उतारो, इसको नहीं। नीचे उतारो अमर। मेरी बात सुनो ना, नहीं, आप अपने कीदे का इजहार करेंगे तो मुसलमानों को फिर अपने कीदे का ओ इजहार मुसलमान, तुम लोग हो ही नहीं मुसलमान, साबित करो अपने आप को। यार पहले आपने जो स्लिप ऑफ नहीं, टंग नहीं, आपसे हुई है ना, पहले तुम उसका फैसला मुसलमान करो। नहीं हो जो यार, ये आपके तो- मुंह से स्लिप ऑफ टंग हुई है, और नहीं, आप अपने आप को मुसलमान साबित करो। मेरी चलो, बात सुने, अगर नहीं, आपके पहले मुंह मुसलमान से साबित स्लिप करो। ऑफ टंग हो गई है तो आपके कुछ नहीं पास कोई होता, शरीयत नहीं है। माजरत आपने- कर लें। आपने तौहीन माजरत रिसालत कर लें, करते मेरी हो। बात सुनो, मेरी आपके बात। मैंने पहले भी बहुत सारी ऑडियो रिकॉर्ड की हुई हैं। ओ यार, ठीक आपकी- है, की हुई है, और मैं- जिसमें अब ये भी आप तौहीन करेंगे। रिसालत करते हो। और यार जो मैं बात कर रहा हूँ ईसाइयों वो के है- पास जाके आपने हजरत मोहम्मद मुस्तफा ओ सल्लल्लाहु हेलो, अलैहि वसल्लम अब ना को- फजूल बातें ना करो, फजूल बातें ना करो। तुम्हारा जो आपके जोसेफ- मुंह से कीम साहब तुम्हारा गालियां जोसेफ देनी है। जो दोस्त था उसने कीम साहब, बकवास की अब आपने हजरत गालियां मोहम्मद- देनी है। ओ भाई, नहीं, मैं गालियां नहीं दूंगा। तो फिर मैं चुप तुम्हारी करें ना, हकीकत फिर चुप खोल करें। रहा हूं। मेरी बात सुने, मैं तुम्हारी हकीकत आपने खोल कहा रहा है हूं। सूरह बकरा मैं की आयत तुम्हारी है हकीकत खोल रहा हूं 286। मेरी कि बात तुम सुने, एक मुनाफिक, मुशरक, मुनकर, काफिर हो। चुप करना है कि नहीं खुदा करना? साहब को बोल नहीं। रहे हैं। और कुत्ती दे पुत्रा तू बकवास बंद ਉਹ कर ਆ अपनी। ਕੇ ਗਾਲਾਂ ਕੱਢਣ ਦੇ कीम साहब, ਇਹਨਾਂ ਨਾ ਛੜੇ ਗਾਲਾਂ ਕੱਢਣਗੇ ਜੇ। नहीं, गाला ओ की भौंक रहा है, वो कुत्ती दा पुत्र की आप भौंक रहा है। बकवास बंद कर दें, आप जीत चुके हैं, इस गालियां निकालेंगे आप पर आ जाएंगे। राशिद साहब, आपने अभी गालियां देना शुरू कर देनी है, गालियां जैसे मत वो दें। उनका भी जमात से इखराज हो गया, नहीं, आप खामोश इसको- रहे। गालियों का दिफा आमिर नजीर के पास मेरे भाई आमिर नजीर के पास बस करें, अब कोई गाली मत दें आप प्लीज। यार कीम साहब गालियां क्यों दे ये रहे हैं? शिकस्त, ये वो शिकस्त दे रहे हैं खुदा तो आप इंसान है। ब्लैकमेल करना चाहते हैं उन्हें। ये शिकस्त बड़े मुंह वाले खुदा भाई इंसान है।
अगर स्लिप ऑफ टंग हो गया है, मेरी बात सुने कीम और साहब, रहने दो भाई, स्लिप ऑफ टंग हो गया है। भाई हकीम राशिद साहब क्या डरते हैं? हकीम राशिद साहब क्या डरते हैं आप ये राणा राशिद से? अगर कीम स्लिप साहब आप ऑफ डरते टंग हैं? हो गया है तो वो कीम साहब मार मैं डरता नहीं हूँ, वो मेरा भाई है अहमदी। भाई, नहीं तो वो फैसला कह रहा है मैं अभी हकीम को एक हुक्म दूंगा, ये चुप कर जाएगा, बोलेगा ही नहीं। अच्छा, शाबाश शाबाश शाबाश। मैंने नहीं कहा, मैंने कहा हकीम साहब आप बस कर जाएं। राशिद साहब, राणा राशिद साहब, आपने गंदी गलीज गालियां दी हैं उस दिन भी, आपकी मेहरबानी अब खामोश रहना, उनकी बात हो रही है, वो आपका भाई है, उसका जमात से खराज हो चुका है, आप तो खामोश रहना, उसको करने दे बात। अब तुम फैसला हो गया ऑलरेडी। देखो यार ना गालियां, राशिद साहब राणा आपने साहब, गालियां नहीं देखो, देनी। अब ये कुत्तों की तरह भौंकना शुरू करेंगे। राशिद अल्लाह रखा साहब, ये गालियां आप दे रहे हैं बार बार, मैं मजाक नहीं सुन रहा हूँ। तो वैसे जो अहमदी हैं वो आप तो खुद अहमदी हैं, आप क्यों राशिद साहब को कह रहे हैं कि गालियां दे रहे हैं? वो आप तो खुद अहमदी हैं, आप क्यों कह रहे हैं ये वो बात? गालियां दे रहे हैं और फिर कह रहे हैं गालियां दे रहे हैं, तो बात फिर अहमदी तो गालियां नहीं देते। साहब मुसलमान भाई चुप रहे और ट्रू मुस्लिम भाई को बात करने दें। ट्रू मुस्लिम भाई को निकल जाए, अब आप प्रवोकिंग होगी यहाँ पर। राणा राशिद साहब, ये जो ट्रूथ है ये अहमदी है। मैं नहीं हूँ, मुझे नहीं पता उसका, मैं तो अहमदी हूँ, मैं राणा राशिद हूँ। नहीं मैं नहीं हुआ। तो आपसे स्लिप ऑफ जो टंग हुई है ना और क्या नाम है आपका कीम साहब, जो स्लिप ऑफ टंग हुई है उसकी माजरत कर लेंगे ताकि किसी और को मौका दें बात करने। ओ भाई तू चले वो ढूंढ देंगे, उनको टाइम दे देना, हो सकता है हर याद तो नहीं होता कुरान पाक के हाफिज तो नहीं टाइम ले ये खाजी के गवाह डड्डू को मौका दे दे, खाजी के टाइम ले लो जी, टाइम ले लो। नहीं राणा राशिद साहब की मैं हर बात मानता हूँ, टाइम ले लें। कीम राशिद साहब कितना टाइम बता देंगे आपको कल तक। कल राणा साहब तक बता देंगे। चलो जी, कल आमिर तक फैसला नजीर होगा। ऐसा शख्स था जुतियां खा के भी मैंने जमात जुतियां खा के भी नहीं बनता। मैंने जमात अहमदिया के फिर वो बंदे का करोगे तो फैसला गालियां सुनाया है। निकालेंगे वो। मैंने जमात अहमदिया के बंदे का फैसला सुनाया कि इन सब कल तक टाइम है आपके पास। मेरी बात सुनिए अब। अमर नजीर, मुझे पता था अब खत्म करें ना बात को यार, दूसरे आखिर पे तुमने जुतियां खानी है मुझसे। हकीम साहब करें, आपका बड़ा अच्छा मुनाजरा हुआ है, बस कर जाएंगे। राणा साहब आप उनके कैसे राणा राशिद साहब आप गालियां निकलवा के आपको झूठा बना देंगे ये। तो आप गालियां आप ही तो गाली देते हैं, आपसे बड़ा गाली बाज कौन है? राशिद साहब क्या है आप यार? यार ठीक है राशिद साहब, मैं आपकी बात मानता हूं। जज़ाकल्लाह, आप जीत चुके हैं तो गालियां ना दें बस। हाँ जी कीम साहब, ब्लैकमेलर है टिकटॉक के, हर बंदे को आप बताएंगे बोलना है नहीं बोलना। कीम साहब बात हो गई है। मैंने अपना फैसला आप पर नहीं ठोंसा, आपके जमात अहमदिया के बंदे का फैसला आपको सुनाया। कल तक आपके पास टाइम है। ये कोई फैसला नहीं है। मैं भी मुझे भी बता दें, मैं भी ढूंढ। कल तक टाइम है, इनको हेल्प करूंगा। मेरी बात फैसला नहीं है यार, इसको कोई म्यूट नहीं कर सकता कोई होस्ट? मेरे लिए ये फैसला खराब है, मैं भी माइक खोलूंगा फिर। जमात अहमदिया के बंदे का राशिद ये साहब फैसला का है। कोई फैसला नहीं है। वो कोई मेरे सदर नहीं है, प्रेसिडेंट नहीं है, वो मेरा कोई मेरे ऊपर को अफसर नहीं बस है। आपकी हेल्प कर रहा हूँ कि मैं भी ढूंढूं। तो हेल्प कर रहा हूँ। बिल्कुल बिल्कुल वो बिल्कुल। आपकी हेल्प कर रहे हैं, आपको बचा रहे हैं कि कल तक राशिद साहब बचा कह रहे हो, वो कल तो तक सही टाइम है हकीम राशिद साहब का बड़ा इल्म है माशाल्लाह, कोई ऐसी बात नहीं। हम आपको कल तक टाइम दिया जाता है, अब आपको नीचे उतारने लगे टाइम हैं। का आप कौन होते हो? आपको अपने टाइम का बात सुने आमिर साहब, आपको अपने टाइम का पता आपके नहीं। भाई का फैसला आपको सुना रहे हैं नहीं, ना। आपको अपने टाइम का पता है। कीम साहब मेरी बात नहीं, आपको अपने टाइम का, पहले मुझे ये नहीं। बताइए, आप मुझे टाइम दे रहे हैं। नहीं, आपके भाई ने टाइम दिया, मैंने नहीं दिया। राणा साहब ने कहा कल तक नहीं, टाइम दे दें। आप अभी कह रहे हैं मैं टाइम दे रहा हूँ। कीम साहब, आपके भाई ने कहा कि कल तक ढूंढ के ले आएंगे। मोहतरम, आप झूठ क्यों बोलते हो? पाँव भी बदल जाते हो। रिकॉर्डिंग हुई पड़ी है। राणा साहब, ये जो आपने बात की है, ये वाला तो टॉपिक ही नहीं था ना मनाज़िर। यार आप तो चुप हो जाओ राणा राशिद साहब, आपका इसमें अगर लेना बीच देना में क्या है? बात आ गई, आपने वो पकड़ ली है वो बात, ये तो नहीं तरीका दुरुस्त। लोग पकड़ लेते हैं ना मुनाज़िरे में, लोग पकड़ लेते में हैं बहुत सीर है भाई, वो लीक होता रहता है घर में। यार ना करें राणा साहब को वोटिंग ना करें। राशिद साहब, ये जो है ना अमर नजीर साहब, हकीम साहब मेरी बात सुनिए। ठहरो यार, आप मुझे बात तो में करने फंस दो। गए हैं। मुझे बात तो या करने तो दो। माफी मांग लें या कल तक का टाइम लें। आमिर साहब बात तो करने दो मुझे। माफी मांगनी है कि टाइम लेना कल तक का? प्लीज बात करने दोगे? मैं कह रहा हूं कि या कल तक का टाइम है या माफी मांग। बात करने दोगे कि नहीं? आयत पेश करें कुरान की। अच्छा राशिद साहब, ये आमिर नजीर साहब पहली दफा नहीं, इन्होंने मुतअद्दिद बार, कम से कम 5 बार मुझसे जूतियां खाई हैं हार कर। चले अब ये ना कहें। मैं इसकी कसम खा के, खुदा की कसम खा के,
इस तरह की गुफ्तगू आपके करेंगे। दलाइल बहुत अच्छे हैं हकीम साहब, मेरी बात सुनिए, आपके दलाइल बहुत मजबूत है राणा यार। साहब एक लो तो राणा नहीं साहब करने का आपके आवाज दलाइल बहुत मजबूत हैं हकीम साहब, आपके वो दलाइल आपकी बहुत पेश मजबूत कर हैं। दे, ना तो हदीस पेश कर सके ना हाँ, कुरान अब पाक आप की आयत। फंस गए हैं कि आयत कुरान और तो ये उन्होंने आप आपको खामोश जुज़वी हैं। मसले में फंसाने की आपके कोशिश मुंह कर रहे से- हैं। और जुज़वी पर मसला हो आप गया। खामोश रहे भाई, क्या हो गया आपको राणा राशिद साहब, आपके पता नहीं क्यों नहीं तो खामोश जो रहे? आपने बात कही है, अगर आपको यकीन है ओ तो भाई कोशिश खामोश करेंगे हो जाओ ना ढूंढने भाई, की। क्या बात की है आप उनको राणा बात साहब, करने आपके दे, उनका पिछले में इसीलिए बोला जमात है। से इखराज हुआ है, दो लोग आप बात कर लोगों रहे की हैं वजह से उनका जमात से इखराज हुआ है। हकीम साहब, हकीम किसका साहब, इखराज हुआ है? इसमें अच्छा, कोई इससे दो अगर राय आज के नहीं हकीम है। राशिद का आप लोगों की राशिद वजह साहब, से इखराज हुआ। आपका ये मसला नहीं है, राशिद साहब, इखराज हुआ या नहीं हुआ। राणा साहब जी जी। आप फिक्र ना करें, मैं आपके खिलाफ एक लफ्ज भी नहीं बोलूंगा। नहीं बोल रहे हैं, लेकिन आप मुझे अपना फोन नंबर भेजिएगा, हम बात करेंगे। ताकि फोन पे ब्लैकमेल कर सकूं। मैं आपको नंबर दे देता हूँ, अभी दे देता हूँ। अभी ना मुझे किसी इनबॉक्स का में भेज दीजिएगा। नहीं मैं मुझे किसी का डर नहीं है, आप नंबर ले। मैं अभी लिख नहीं सकता ना, कहाँ लिखूंगा? भाई ये क्या है, ये क्या है भाई? लिखवा दे अल्लाह का सब लिखवा दे जी, लिखवाए। लिखवाएं। और गैरम जी तू नहीं बोल। हाँ जी लिखवाएं, नंबर मैं लिख रहा हूँ। हाँ जी लिखवाएं जी, लिखवाएं, चलें, क्या नंबर है बताएं। आप हकीम साहब, अब आपने माफी मांगनी है या आपने कल तक का टाइम लेना है? नंबर तो दे जूतियां खाने के बाद तुम लोग स्लिप यही ऑफ कहते हो। टंग आपसे हुआ, आपसे स्लिप ऑफ टंग हुआ, जूतियां आपने खाने के कुरान बाद पर झूठ तुम्हारी बोला। ये साहब, ना फितरत है तुम्हारी। कुरान पर आपने झूठ बोला कि कुरान में इस तरह की कोई आयत है। तुम लोग ऐसे ही करते हो। बदतमीजी ना जूतियां करें, खाने के बदतमीजी बाद। ना करें, गालियां मैं देंगे कह रहा हूं, आप सबको जूतियां खाने पता। के बाद तुम ऐसे ही करते हो। लेकिन अब आपने माफी मांगनी है कि कल तक का टाइम लेना है। आपके भाई का फैसला है कि आपके मुंह से स्लिप ऑफ टंग होके ये बात निकल गई है, या माफी मांग लें उस पर, या तो स्लिप ऑफ टंग पर माफी मांग लें, या ऐसा करें कि कल तक का टाइम ले लें। कल बात करेंगे, दोनों में हाँ, कल बात करेंगे। कल तक का नंबर दे कल बात करेंगे। अगर लो जी मैं आपको नीचे उतारने लगा हूं, कल आपने आ जाना है हकीम साहब, आपको टाइम दिया जाता है आपके भाई के कहने पर। अब तुम्हें आपके भाई के कहने पर, आपके भाई के कहने पर आपको कल तक का टाइम दिया जा रहा है। बहुत मारी है तो यार ये बदतमीजी ना करें ना, ये जुतियां शुतियां को बदतमीजी ना बहुत करें, मारी है, जूतियां बहुत मारी है। बदतमीजी ना करें, बदतमीजी ना करें। बदतमीजी तो तुम कर रहे हो। हकीम साहब कहने की आपका मुज़ाकरा अच्छा हुआ है, बहुत अच्छी हाँ, लेकिन एक बात आपके मुंह से फिसल गई है, उस पर अब आप फंस गए हैं। उस पर या तो माफी मांग लें या कल तक का टाइम ले लें। राशिद साहब मैंने आपको हकीम बताया, साहब माफी अभी मांग ले तो बात जारी रखें, अभी माफी मांग लें। जूतियां मारी हैं बात करनी है तो माफी मांग लें। 5 दफा। माफी मांगनी है कि कल तक, चलो जी कल तक का टाइम दे दो, माफ तुमने कर दो। इमरान तुमने इरफान चले से भाई माफी इनको क्यों उतार मांगी? दें, बिलाल भाई इनको उतार दें, ये कल तक का टाइम इनको दिया जाता है। अब तो कहने चलो जी ठीक है। हाँ, राणा साहब राशिद साहब, हैव अ नाइस डे, नाइस टू मीट यू, और अल्लाह हाफिज, बाय बाय, टाटा।